ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਸੁਖਮਨੀ ਸਾਹਿਬ ਜੀ ਦੀ ਵਿਚਾਰ ਸਾਂਝ ਰਹੇ ਹਾਂ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਜੋ ਕੇਂਦਰੀ ਭਾਗ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਨਾਮ ਦਾ ਮਤਲਬ ਹੁਕਮ। ਜੋ ਰੱਬ ਦਾ ਹੁਕਮ ਹੈ ਉਹ ਸਾਰੇ ਸੁੱਖਾਂ ਦੀ ਮਣੀ ਹੈ, ਸਾਰੇ ਸੁੱਖਾਂ ਦਾ ਮੂਲ ਹੈ। ਤੇ ਰੱਬ ਦੇ ਭਗਤ ਉਹ ਨੇ ਜੋ ਰੱਬ ਦੀ ਰਜ਼ਾ ਵਿੱਚ ਤੁਰਦੇ ਨੇ। ਤਾਂ ਸਾਨੂੰ ਸਮਝਾਇਆ ਗਿਆ ਹੈ ਕਿ ਰੱਬ ਦੀ ਜੋ ਰਜ਼ਾ ਭਾਣਾ ਹੈ ਇਹ ਸਾਰੇ ਸੁੱਖਾਂ ਦਾ ਮੂਲ ਹੈ, ਔਰ ਰੱਬ ਦੀ ਰਜ਼ਾ ਭਾਣੇ ਦੇ ਵਿੱਚ ਤੁਰਨਾ ਹੀ ਰੱਬ ਦੀ ਭਗਤੀ ਔਰ ਬੰਦਗੀ ਹੈ। ਜੋ ਰੱਬੀ ਰਜ਼ਾ ਭਾਣੇ ਦੇ ਵਿੱਚ ਤੁਰਦਾ ਹੈ ਉਹ ਇਨਸਾਨ ਸੁਖੀ ਔਰ ਸ਼ਾਂਤ ਹੈ। ਆਓ ਇਸ ਤੋਂ ਅਗਲੀ ਵਿਚਾਰ ਅਸੀਂ ਆਰੰਭ ਕਰੀਏ। ਚਰਨ ਸਾਧ ਕੇ ਧੋਏ ਪੀਓ। ਇੱਥੇ ਸਾਧ ਦਾ ਮਤਲਬ ਹੈ ਗੁਰੂ, ਤੇ ਚਰਨ ਦਾ ਮਤਲਬ ਹੈ ਗੁਰੂ ਦਾ ਸ਼ਬਦ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧ ਉਪਾਲ। ਪਾਵਨ ਬਾਣੀ ਦੇ ਵਿੱਚ ਸ਼ਬਦ ਆਉਂਦਾ ਹੈ। ਇੱਥੇ ਚਰਨ ਦਾ ਮਤਲਬ ਸ਼ਬਦ, ਉਪਦੇਸ਼, ਵਿਚਾਰਧਾਰਾ, ਫਿਲਾਸਫੀ ਜੋ ਦਿੱਤਾ ਹੋਇਆ ਵੇ ਆਫ ਲਾਈਫ ਹੈ। ਤੇ ਧੋਏ ਦਾ ਮਤਲਬ ਹੁੰਦਾ ਹੈ ਧੋਤੇ ਹੋਏ, ਪਵਿੱਤਰ। ਪੀਓ ਦਾ ਮਤਲਬ ਪੀਓ ਯਾਨੀ ਮਾਣੋ। ਹੁਣ ਇੱਥੇ ਇਹ ਨਹੀਂ ਕਿ ਕਿਸੇ ਡੇਰੇ ਵਾਲੇ ਬਾਬੇ ਦੇ ਪੈਰ ਧੋ ਕੇ ਪੀਓ। ਜਿਵੇਂ ਇੱਕ ਵੀਡੀਓ ਵਾਇਰਲ ਹੋਈ ਸੀ ਨਾ, ਕੁਛ ਇੱਕ ਦੋ ਬੀਬੀਆਂ ਕਿਸੇ ਬਜ਼ੁਰਗ ਬਾਬੇ ਦੇ ਪੈਰ ਧੋ ਕੇ ਟੱਬ ਦੇ ਵਿੱਚ ਤੇ ਪੀ ਰਹੀਆਂ ਨੇ। ਇੱਥੇ ਉਸ ਬਾਬੇ ਦੀ ਗੱਲ ਨਹੀਂ ਹੈ, ਬਾਬਿਆਂ ਦੇ ਪੈਰ ਧੋਣ ਦੀ ਗੱਲ ਇੱਥੇ ਨਹੀਂ ਹੈ। ਸਾਧ ਦਾ ਮਤਲਬ ਗੁਰੂ, ਚਰਨ ਦਾ ਮਤਲਬ ਗੁਰੂ ਦਾ ਸ਼ਬਦ, ਗੁਰੂ ਦੀ ਵਿਚਾਰਧਾਰਾ। ਧੋਏ ਦਾ ਮਤਲਬ ਹੁੰਦਾ ਹੈ ਧੋਤੇ ਹੋਏ, ਪਵਿੱਤਰ। ਪੀਓ ਦਾ ਮਤਲਬ ਪੀਓ ਯਾਨੀ ਮਾਣੋ। ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੋ, ਤਾਂ ਜੋ ਗੁਰੂ ਦਾ ਸ਼ਬਦ ਉਪਦੇਸ਼ ਹੈ, ਪਵਿੱਤਰ ਸ਼ਬਦ ਗੁਰੂ ਦਾ ਹੈ, ਉਹਨੂੰ ਮਾਣੋ, ਉਹਦੇ ਉੱਤੇ ਅਮਲ ਕਰੋ, ਉਸ ਦਾ ਰਸ ਮਾਣੋ। ਹੁਣ ਇਹ ਚੀਜ਼ ਨਾ ਸਮਝਣ ਵਾਲੀ ਹੈ। ਮੰਨ ਲਓ ਤੁਸੀਂ ਘਰ ਦੇ ਵਿੱਚ ਪ੍ਰਸ਼ਾਦਾ ਬਣਾਇਆ ਹੈ, ਤੁਸੀਂ ਮੂਲੀ ਵਾਲੇ ਪਰੌਂਠੇ ਬਣਾਏ ਨੇ, ਤੇ ਹੁਣ ਪਰੌਂਠੇ ਬਣਾਉਣ ਦੇ ਨਾਲ ਗੱਲ ਨਹੀਂ ਨਾ ਬਣੇਗੀ। ਪਰੌਂਠਿਆਂ ਦਾ ਰਸ ਤਾਂ ਆਏਗਾ ਜੇ ਖਾਓਗੇ, ਤੇ ਫਿਰ ਪਤਾ ਲੱਗੇਗਾ ਇਹ ਸਵਾਦ ਨੇ ਜਾਂ ਬੇਸਵਾਦੇ ਨੇ। ਸਬਜੀ ਭਾਜੀ ਨੂੰ ਚੱਖੋਗੇ ਤਾਂ ਪਤਾ ਲੱਗੇਗਾ, ਖੀਰ ਕੜਾ ਖਾਓਗੇ ਤਾਂ ਪਤਾ ਲੱਗੇਗਾ। ਤਾਂ ਪੀਓ ਦਾ ਮਤਲਬ ਮਾਣੋ। ਜੋ ਗੁਰੂ ਦੇ ਸਿਧਾਂਤ ਨੇ, ਸਰੀਰਕ, ਮਾਨਸਿਕ, ਆਤਮਿਕ, ਬੌਧਿਕ ਤੌਰ ਤੇ ਜੋ ਗੁਰੂ ਜੀ ਨੇ ਸਾਨੂੰ ਗਿਆਨ ਦਿੱਤਾ ਹੈ, ਗੁਰੂ ਦੇ ਉਹਨਾਂ ਗੁਣਾਂ ਨੂੰ ਅਪਣਾਓ। ਪੀਓ ਦਾ ਮਤਲਬ ਅਪਣਾਓ, ਇਹਨਾਂ ਨੂੰ ਇੰਪਲੀਮੈਂਟ ਕਰੋ। ਯਾਨੀ ਗੁਰੂ ਦੇ ਉਪਦੇਸ਼ ਨੂੰ ਜੋ ਪਵਿੱਤਰ ਹੈ, ਉਸ ਪਵਿੱਤਰ ਉਪਦੇਸ਼ ਨੂੰ ਮਾਣੋ, ਉਹਦੇ ਮੁਤਾਬਕ ਜ਼ਿੰਦਗੀ ਜੀਓ। ਅਰਪ ਸਾਧ ਕੋ ਆਪਣਾ ਜੀਓ। ਆਪਣਾ ਜੀਓ ਦਾ ਮਤਲਬ ਜਿੰਦ। ਅਰਪ ਦਾ ਮਤਲਬ ਹਵਾਲੇ ਕਰ ਦੇ। ਸਾਧ ਦਾ ਮਤਲਬ ਗੁਰੂ। ਜੋ ਆਪਣੀ ਜਿੰਦ ਹੈ ਉਹ ਗੁਰੂ ਦੇ ਹਵਾਲੇ ਕਰ। ਆਪਣਾ ਮਨ ਗੁਰੂ ਦੇ ਹਵਾਲੇ ਕਰ। ਆਪਣੇ ਮਨ ਦੀ ਮੱਤ ਤਿਆਗ, ਗੁਰੂ ਦੇ ਹਵਾਲੇ ਮਨ ਕਰਨਾ ਜਾਂ ਮਨ ਗੁਰੂ ਨੂੰ ਦੇਣ ਦਾ ਮਤਲਬ ਹੈ ਆਪਣੇ ਮਨ ਦੀ ਮੱਤ ਤਿਆਗ ਕੇ ਗੁਰੂ ਦੀ ਮੱਤ ਦੇ ਧਾਰਨੀ ਹੋ ਜਾਣਾ। ਤਾਂ ਆਪਣੇ ਮਨ ਦੀ ਮੱਤ ਤਿਆਗ, ਆਪਣੀ ਜਿੰਦ ਗੁਰੂ ਤੋਂ ਕੁਰਬਾਨ ਕਰ, ਗੁਰੂ ਤੋਂ ਵਾਰਨੇ ਸਦਕੇ ਜਾ। ਅਸੀਂ ਰੋਜ਼ ਪੜ੍ਹਦੇ ਆ ਨਾ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਆਪਣੇ ਗੁਰੂ ਤੋਂ ਬਲਿਹਾਰ ਜਾ, ਕੁਰਬਾਨ ਜਾ, ਵਾਰਨੇ ਸਦਕੇ ਹੋ, ਕਿਉਂਕਿ ਗੁਰੂ ਨੇ ਆਮ ਮਨੁੱਖਾਂ ਨੂੰ ਦੈਵੀ ਗੁਣਾਂ ਦੇ ਨਾਲ ਭਰਪੂਰ ਮਨੁੱਖ ਬਣਾ ਦਿੱਤਾ ਹੈ। ਤੇ ਗੁਰੂ ਨੂੰ ਐਸਾ ਕਰਦਿਆਂ ਦੇਰ ਵੀ ਨਹੀਂ ਲੱਗੀ। ਜਿਵੇਂ ਹੁਣ ਕੌਡਾ ਪੀਲ ਹੈ, ਅਸੀਂ ਰੋਜ਼ ਗੱਲ ਕਰਦੇ ਹਾਂ, ਤਾਂ ਇੱਕ ਪਲ ਦੇ ਵਿੱਚ ਹੀ ਉਹਦਾ ਜੀਵਨ ਬਦਲ ਦਿੱਤਾ ਗੁਰੂ ਨੇ। ਸ਼ੇਖ ਸੱਜਣ ਹੈ, ਇੱਕ ਪਲ ਵਿੱਚ ਹੀ ਉਸਦਾ ਜੀਵਨ ਬਦਲ ਗਿਆ। ਤਾਂ ਜੇ ਅਸੀਂ ਵੀ ਸਾਰੇ ਵੀਰ ਭੈਣਾਂ ਆਪਣੇ ਮਨ ਦੀ ਮੱਤ ਛੱਡ ਕੇ ਗੁਰੂ ਦੀ ਮੱਤ ਧਾਰਨ ਕਰ ਲਈਏ, ਤਾਂ ਸਾਡਾ ਜੀਵਨ ਵੀ ਇੱਕ ਪਲ ਦੇ ਅੰਦਰ ਹੀ ਬਦਲ ਜਾਏਗਾ। ਜੇ ਅਸੀਂ ਗਲਤ ਡਾਇਰੈਕਸ਼ਨ ਤੇ ਜਾ ਰਹੇ ਹਾਂ ਤਾਂ ਯੂ ਟਰਨ ਲੈ ਲਓ, ਤਾਂ ਤੁਸੀਂ ਆਪਣੇ ਡੈਸਟੀਨੇਸ਼ਨ ਵੱਲ ਵਧਣਾ ਸ਼ੁਰੂ ਕਰ ਦੋਗੇ। ਇਸ ਲਈ ਗੁਰੂ ਜੀ ਕਹਿੰਦੇ ਨੇ ਗੁਰੂ ਤੋਂ ਕੁਰਬਾਨ ਜਾ, ਗੁਰੂ ਦੇ ਸਿਧਾਂਤਾਂ ਤੋਂ ਕੁਰਬਾਨ ਜਾ। ਸਾਧ ਕੀ ਧੂਰ ਕਰੋ ਇਸਨਾਨ। ਸਾਧ ਦਾ ਮਤਲਬ ਗੁਰੂ, ਧੂਰ ਦਾ ਮਤਲਬ ਜੋ ਗੁਰੂ ਦਾ ਸ਼ਬਦ ਹੈ, ਕਰੋ ਇਸ਼ਨਾਨ ਦਾ ਮਤਲਬ ਆਪਣੇ ਦਿਮਾਗ ਨੂੰ, ਮਨ ਨੂੰ, ਬੁੱਧ ਨੂੰ, ਮਤ ਨੂੰ ਧੋਵੋ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਜੋ ਅਸੀਂ ਸਰੀਰਕ ਤੌਰ ਤੇ ਇਸ਼ਨਾਨ ਕਰਦੇ ਹਾਂ, ਇਹਦੇ ਨਾਲ ਸਾਡੇ ਸਰੀਰ ਦੀ ਮੈਲ ਉਤਰਦੀ ਹੈ, ਇਹਦੇ ਨਾਲ ਮਨ ਦੀ ਮੈਲ ਨਹੀਂ ਉਤਰਦੀ।
ਬਾਹਰੀ ਇਸ਼ਨਾਨ ਦੇ ਨਾਲ ਸਰੀਰ ਤੰਦਰੁਸਤ ਹੁੰਦਾ ਹੈ, ਸਰੀਰ ਸਾਫ਼ ਹੁੰਦਾ ਹੈ, ਮੈਲ ਮਿੱਟੀ ਘੱਟਾ ਉਤਰਦਾ ਹੈ। ਤੇ ਜਦੋਂ ਅਸੀਂ ਸ਼ਬਦ ਦੇ ਨਾਲ ਆਪਣੀ ਮੈਂਟੈਲਿਟੀ ਨੂੰ ਧੋਵਾਂਗੇ ਤਾਂ ਸਾਡੀ ਮਾਨਸਿਕਤਾ, ਸਾਡੀ ਸੋਚ, ਮਾੜੀ ਮੱਤ ਗੁਰੂ ਦੇ ਉਪਦੇਸ਼ ਨਾਲ, ਗੁਰੂ ਦੇ ਗਿਆਨ ਦੇ ਨਾਲ ਧੁਪੇਗੀ। ਇਸ ਲਈ ਗੁਰੂ ਸ਼ਬਦ ਵਿੱਚ ਇਸ਼ਨਾਨ ਕਰ, ਗੁਰੂ ਦੇ ਚਰਨਾਂ ਤੋਂ ਕੁਰਬਾਨ ਜਾ, ਗੁਰੂ ਦੇ ਸ਼ਬਦ ਨਾਲ ਇਸ਼ਨਾਨ ਕਰ, ਗੁਰੂ ਦੇ ਸ਼ਬਦ ਨਾਲ ਆਪਣੇ ਮਨ ਦੀ ਮੱਤ ਨੂੰ ਸਾਫ਼ ਕਰ। ਸਾਧ ਉੱਪਰ ਜਾਈਏ ਕੁਰਬਾਨ, ਗੁਰੂ ਤੋਂ ਸਦਕੇ ਹੋ, ਤੋਂ ਬਲਿਹਾਰ ਹੋ। ਜਿਵੇਂ ਅਸੀਂ ਬਲਿਹਾਰ ਬਾਰੇ ਵਿਚਾਰ ਕਰ ਚੁੱਕੇ ਹਾਂ ਪਹਿਲਾਂ ਵੀ, ਬਲਿਹਾਰ ਦੋ ਸ਼ਬਦਾਂ ਤੋਂ ਬਣਿਆ ਹੈ, ਬਲ ਪਲਸ ਹਾਰ। ਬਲ ਦਾ ਮਤਲਬ ਤਾਕਤ, ਹਾਰ ਦਾ ਮਤਲਬ ਹਾਰ ਜਾਣਾ, ਆਪਣਾ ਬਲ ਹਾਰ ਜਾਣਾ, ਯਾਨੀ ਸਰੈਂਡਰ ਹੋ ਜਾਣਾ, ਆਪਣੇ ਮਨ ਦੀ ਮੱਤ ਛੱਡ ਦੇਣੀ ਔਰ ਗੁਰੂ ਦੇ ਮੱਤ ਦਾ ਧਾਰਨੀ ਹੋ ਜਾਣਾ। ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਤੋਂ ਬਲਿਹਾਰ ਹੋ, ਗੁਰੂ ਤੋਂ ਕੁਰਬਾਨ ਜਾ, ਗੁਰੂ ਤੋਂ ਗਿਆਨ ਦੀ ਦਾਤ ਲੈ, ਗੁਰੂ ਦੇ ਗਿਆਨ ਤੋਂ ਆਪਣਾ ਆਪਾ ਕੁਰਬਾਨ ਕਰ। ਜਿਸ ਦਿਨ ਅਸੀਂ ਇਸ ਚੀਜ਼ ਨੂੰ ਸਮਝ ਜਾਵਾਂਗੇ ਨਾ ਔਰ ਅਮਲ ਕਰਾਂਗੇ, ਸਾਡੀ ਜ਼ਿੰਦਗੀ ਉਸ ਦਿਨ ਬਦਲ ਜਾਏਗੀ। ਫਿਰ ਸਾਨੂੰ ਬਾਬਿਆਂ ਤੋਂ ਕੁਰਬਾਨ ਨਹੀਂ ਜਾਣਾ ਪੈਣਾ ਕਿ ਕਿਸੇ ਬਾਬੇ ਕੋਲ ਪੁੱਛਦੇ ਫਿਰੀਏ ਕਿ ਸਾਡੇ ਘਰ ਵਿੱਚ ਕਲੇਸ਼ ਰਹਿੰਦਾ ਤੇ ਕੀ ਕਰੀਏ। ਫਿਰ ਸਾਨੂੰ ਜੋਤਸ਼ੀਆਂ ਤੋਂ ਕੁਰਬਾਨ ਜਾਣ ਦੀ ਲੋੜ ਨਹੀਂ, ਮੜੀਆਂ ਕਬਰਾਂ ਅੱਗੇ ਮੱਥੇ ਟੇਕਣ ਦੀ ਲੋੜ ਨਹੀਂ, ਬਰਤਨ ਰਾਤੇ ਸਰਾਧ ਕਰਨ ਦੀ ਜ਼ਰੂਰਤ ਨਹੀਂ ਪੈਣੀ। ਫਿਰ ਅਸੀਂ ਸਿੱਧੀ ਸਾਫ਼ ਸੁਥਰੀ ਜ਼ਿੰਦਗੀ ਜੀਵਾਂਗੇ ਔਰ ਗ੍ਰਸਤੀ ਜ਼ਿੰਦਗੀ ਜੀਂਦਿਆਂ ਹੋਇਆਂ ਅਸੀਂ ਸੁਖ ਸ਼ਾਂਤੀ, ਆਨੰਦ ਖੇੜਾ ਔਰ ਪ੍ਰਸੰਨਤਾ ਮਾਣ ਸਕਾਂਗੇ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਐ ਮੇਰੇ ਮਨਾ, ਗੁਰੂ ਤੋਂ ਕੁਰਬਾਨ ਹੋ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀ। ਸਾਧ ਸੇਵਾ ਵਡਭਾਗੀ ਪਾਈਐ। ਜੋ ਗੁਰੂ ਦੀ ਸੇਵਾ ਹੈ ਵੱਡੇ ਭਾਗਾਂ ਨਾਲ ਮਿਲਦੀ ਹੈ। ਇੱਥੇ ਹੁਣ ਭਾਗਾਂ ਦਾ ਮਤਲਬ ਇਹ ਨਹੀਂ ਕਿ ਪਿੱਛੋਂ ਕਿਸੇ ਦੀ ਕਿਸਮਤ ਲਿਖੀ ਹੋਈ ਆਈ ਹੈ ਤਾਂ ਮਿਲੇਗੀ। ਵਡਭਾਗੀ ਦਾ ਮਤਲਬ ਵੱਡੇ ਉਦਮ ਤੇ ਕਰਨਾ ਪਵੇਗਾ ਨਾ ਸੇਵਾ ਵਾਸਤੇ। ਉਹਨੂੰ ਅਸੀਂ ਵਡਭਾਗੀ ਕਹਿ ਦਿੰਦੇ ਆ, ਖੁਸ਼ਕਿਸਮਤ ਕਹਿ ਦਿੰਦੇ ਆ, ਜੋ ਚੰਗੇ ਕਰਮ ਕਰਦੇ ਨੇ। ਗੁਰੂ ਜੀ ਕਹਿੰਦੇ ਨੇ ਗੁਰੂ ਦੀ ਜੋ ਸੇਵਾ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ ਹੈ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਉਦਮ ਕਰ ਔਰ ਗੁਰੂ ਦੀ ਸੇਵਾ ਹਾਸਲ ਕਰ, ਗੁਰੂ ਦੇ ਦੱਸੇ ਰਾਹ ਤੇ ਤੁਰ। ਤੇ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਆਪ ਜੀ ਦੇ ਨਾਲ ਕਿ ਗੁਰੂ ਦੀ ਸੇਵਾ ਕਰਨ ਵਾਲੇ ਮਨੁੱਖ ਦੇ ਅੰਦਰ ਕਰੀਬ 9 ਗੁਣ ਹੁੰਦੇ ਨੇ, ਜਾਂ ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ 9 ਗੁਣ ਬੰਦੇ ਦੇ ਅੰਦਰ ਪੈਦਾ ਹੋ ਜਾਂਦੇ ਨੇ। ਤੇ ਇਹ ਗਾਰੰਟੀ ਹੈ ਕਿ ਜਿਹੜਾ ਵੀ ਇਨਸਾਨ ਆਪਣੀ ਜ਼ਿੰਦਗੀ ਵਿੱਚ ਇਹ 9 ਗੁਣ ਪੈਦਾ ਕਰ ਲਵੇਗਾ, ਉਹ ਰੱਬ ਦਾ ਰੂਪ ਹੋ ਜਾਏਗਾ। ਉਹਦੀ ਜ਼ਿੰਦਗੀ ਵਿੱਚ ਕਦੇ ਦੁੱਖ ਔਰ ਅਸ਼ਾਂਤੀ ਨਹੀਂ ਆਏਗੀ, ਜੀਵਨ ਮੁਬਾਰਕ ਹੋ ਜਾਏਗਾ। ਉਹਨੂੰ ਅਸੀਂ ਰੱਬ ਦਾ ਸੇਵਾਦਾਰ ਕਹਿ ਸਕਦੇ ਹਾਂ, ਉਹਨੂੰ ਅਸੀਂ ਗੁਰੂ ਦਾ ਸੇਵਕ ਕਹਿ ਸਕਦੇ ਹਾਂ, ਜਿਸ ਦੇ ਅੰਦਰ ਇਹ ਕੁਆਲਿਟੀਆਂ ਨੇ। ਸਭ ਤੋਂ ਪਹਿਲਾ ਗੁਣ ਹੈ ਸੰਤੋਖ ਦਾ। ਵੈਸੇ ਤਾਂ ਤੁਸੀਂ ਲਿਖੇ ਤੇ, ਲੇਕਿਨ ਮੈਂ ਫਿਰ ਥੋੜਾ ਰਿਪੀਟ ਕਰਦੇ ਹਾਂ, ਸੇਵ ਕੀਤੀ ਸੰਤੋਖੀ। ਹੁਣ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਵਾਂਗੇ ਤੇ ਸਾਡੇ ਅੰਦਰ ਸੰਤੋਖ ਆਏਗਾ। ਜਦੋਂ ਅਸੀਂ ਸੱਚੀ ਜ਼ਿੰਦਗੀ ਜੀਵਾਂਗੇ, ਅਸੀਂ ਆਪਣੇ ਜੀਵਨ ਤੋਂ ਸੈਟੀਸਫਾਈ ਹੋਵਾਂਗੇ, ਸੈਟੀਸਫੈਕਸ਼ਨ ਆਏਗੀ। ਤੇ ਜਿਹਦੇ ਅੰਦਰ ਸੈਟੀਸਫੈਕਸ਼ਨ ਨਹੀਂ, ਉਹ ਕਦੇ ਸੁਖੀ ਨਹੀਂ ਹੋ ਸਕਦਾ। ਸੇਵ ਕੀਤੀ ਸੰਤੋਖੀ। ਦੂਜਾ ਗੁਣ ਹੈ ਜਿਹਨੇ ਸੱਚੋ ਸੱਚ ਧਿਆਇਆ। ਉਹਦੀ ਜ਼ਿੰਦਗੀ ਅੰਦਰ ਸੱਚ ਹੋਏਗਾ, ਸੱਚ ਬੋਲੇਗਾ, ਸੱਚ ਸੁਣੇਗਾ, ਸੱਚ ਵੇਖੇਗਾ, ਸੱਚ ਕਮਾਏਗਾ। ਤੀਜਾ ਗੁਣ ਹੈ ਉਹਨੇ ਮੰਦੇ ਪੈਰ ਨਾ ਰੱਖਿਓ। ਮੰਦੇ ਪੈਰ ਨਾ ਰੱਖਿਓ ਦਾ ਮਤਲਬ ਕਿ ਉਹਦੇ ਅੰਦਰ ਮਾੜੇ ਕਰਮ ਦਾ ਵਿਚਾਰ ਵੀ ਪੈਦਾ ਨਹੀਂ ਹੋਏਗਾ। ਚੋਰੀ ਕਰਨੀ ਤਾਂ ਦੂਰ ਦੀ ਗੱਲ, ਉਹਦੇ ਅੰਦਰ ਚੋਰੀ ਕਰਨ ਦਾ ਫੁਰਨਾ ਵੀ ਨਹੀਂ ਕਦੇ ਫੁਰੇਗਾ। ਚੌਥਾ ਗੁਣ ਹੈ ਉਹ ਆਪਣੀ 10 ਨਵਾਂ ਦੀ ਇਮਾਨਦਾਰੀ ਦੀ ਕਿਰਤ ਕਰੇਗਾ। ਜੋ ਵੀ ਕੰਮ ਕਰੇਗਾ, ਦੁਕਾਨ ਹੈ, ਜੌਬ ਹੈ, ਵਪਾਰ ਹੈ, ਨੌਕਰੀ ਪੇਸ਼ਾ ਹੈ, ਉਹ ਬੜੇ ਇਮਾਨਦਾਰੀ ਦੇ ਨਾਲ ਕਰੇਗਾ, ਸੱਚ ਨੂੰ ਆਧਾਰ ਬਣਾ ਕੇ। ਧਰਮ ਕਮਾਇਆ, ਉਹ ਆਪਣੇ ਫਰਜ਼ਾਂ ਨੂੰ ਪੂਰੀਆਂ ਕਰੇਗਾ। ਅੱਜ ਦਾ ਆਮ ਜੋ ਮਨੁੱਖ ਹੈ, ਉਹ ਆਪਣੇ ਫਰਜ਼ਾਂ ਤੋਂ ਭੱਜਿਆ ਹੋਇਆ ਹੈ। ਆਪਣੇ ਫਰਜ਼ਾਂ ਤੋਂ ਭੱਜਦੇ ਆ। ਪਤਨੀ ਆਪਣੇ ਹੱਕ ਮੰਗਦੀ ਹੈ ਪਤੀ ਤੋਂ, ਪਰ ਫਰਜ਼ਾਂ ਤੋਂ ਭੱਜ ਰਹੀ ਹੈ। ਪਤੀ ਹੱਕ ਮੰਗ ਰਿਹਾ ਹੈ ਪਰ ਫਰਜ਼ਾਂ ਤੋਂ ਭੱਜ ਰਿਹਾ ਹੈ। ਮਾਪੇ ਹੱਕ ਮੰਗਦੇ ਨੇ, ਫਰਜ਼ਾਂ ਤੋਂ ਭੱਜਦੇ ਨੇ। ਬੱਚੇ ਹੱਕ ਮੰਗਦੇ ਨੇ, ਫਰਜ਼ਾਂ ਤੋਂ ਭੱਜਦੇ ਨੇ। ਇਹੀ ਜ਼ਿੰਦਗੀ ਦੀ ਪ੍ਰੋਬਲਮ ਹੈ। ਤੇ ਜੇ ਅਸੀਂ ਆਪਣੇ ਹੱਕ ਨਾ ਮੰਗ ਕੇ ਆਪਣੇ ਫਰਜ਼ ਪੂਰੇ ਕਰੀਏ ਤਾਂ ਹੱਕ ਕਿਸੇ ਨੂੰ ਮੰਗਣ ਦੀ ਲੋੜ ਨਹੀਂ ਪਵੇਗੀ, ਹੱਕ ਆਟੋਮੈਟਿਕਲੀ ਮਿਲੀ ਜਾਣਗੇ। ਤਾਂ ਰੱਬ ਦਾ ਜੋ ਸੇਵਕ ਹੈ, ਉਹਦੇ ਅੰਦਰ ਪੰਜਵਾਂ ਗੁਣ ਹੈ, ਉਹ ਆਪਣੇ ਫਰਜ਼ ਪੂਰੇ ਕਰਦਾ ਹੈ। ਉਹਨੇ ਦੁਨੀਆ ਤੋੜੇ ਬੰਧਨਾ। ਜੋ ਗੁਰੂ ਦੀ ਸੇਵਾ ਕਰੇਗਾ, ਰੱਬੀ ਹੁਕਮ ਵਿੱਚ ਤੁਰੇਗਾ, ਉਹਦੇ ਅੰਦਰ ਬੰਧਨ ਨਹੀਂ ਹੋਣਗੇ। ਈਰਖਾ, ਦ્વੈਸ਼, ਵੈਰ, ਵਿਰੋਧ, ਮੇਰ, ਤੇਰ, ਕਾਮ, ਕ੍ਰੋਧ ਦੇ ਇਹਨਾਂ ਬੰਧਨਾਂ ਤੋਂ ਆਜ਼ਾਦ ਹੋਏਗਾ।
ਉਹਨੇ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। 7ਵਾਂ ਗੁਣ ਉਹਦੇ ਵਿੱਚ ਹੋਏਗਾ ਕਿ ਉਹ ਅੰਨ ਪਾਣੀ ਥੋੜਾ ਖਾਏਗਾ। ਹੁਣ ਅੰਨ ਪਾਣੀ ਥੋੜਾ ਖਾਣ ਦਾ ਭਾਵ ਹੈ ਕੋਈ, ਹੁਣ ਜਿਸ ਤਰ੍ਹਾਂ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕੋਈ ਨਹੀਂ ਕਰਨਾ, ਫਿਜ਼ੀਕਲੀ ਕੰਮ ਕੋਈ ਨਹੀਂ, ਮੈਂ ਕਥਾ ਕਰਨੀ ਹੈ ਜਾਂ ਪਾਠ ਕਰਨਾ ਹੈ, ਤਾਂ ਮੈਨੂੰ ਸਰੀਰਕ ਖੁਰਾਕ ਦੀ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਹੈ, ਮੇਰਾ ਥੋੜੇ ਨਾਲ ਵੀ ਕੰਮ ਚੱਲ ਜਾਏਗਾ। ਵੈਸੇ ਮੈਨੂੰ ਹਰ ਚੀਜ਼ ਚਾਹੀਦੀ ਹੈ, ਜਿਹੜੇ ਮਿਨਰਲ ਵਗੈਰਾ ਨੇ ਜਾਂ ਵਿਟਾਮਿਨਸ ਨੇ ਜਾਂ ਹੋਰ ਸਰੀਰ ਨੂੰ ਠੀਕ ਰੱਖਣ ਲਈ ਖੁਰਾਕ ਚਾਹੀਦੀ ਹੈ, ਪਰ ਮੇਰਾ ਥੋੜੀ ਖੁਰਾਕ ਨਾਲ ਚੱਲ ਸਕਦਾ ਹੈ। ਜੇ ਮੈਂ ਇੱਕ ਰੋਟੀ ਵੀ ਖਾ ਲਵਾਂ ਕੰਮ ਚੱਲ ਜਾਏਗਾ। ਪਰ ਜਿਹਨੇ ਕਈ ਚਲਾਣੀ ਹੈ, ਜਿਹਨੇ ਬਿਲਡਿੰਗ ਸਾਈਡ ਦਾ ਕੰਮ ਕਰਨਾ ਹੈ, ਉਹਦਾ ਇੱਕ ਰੋਟੀ ਨਾਲ ਨਹੀਂ ਨਾ ਚੱਲਣਾ। ਤਾਂ ਇੱਥੇ ਅੰਨ ਪਾਣੀ ਥੋੜਾ ਖਾਣ ਦਾ ਮਤਲਬ ਇਹ ਨਹੀਂ ਕਿ ਖੁਰਾਕ ਘਟਾ ਦੇਣੀ ਹੈ। ਅੰਨ ਪਾਣੀ ਥੋੜਾ ਖਾਣ ਦਾ ਮਤਲਬ ਆਪਣੀਆਂ ਲੋੜਾਂ ਸੀਮਤ ਕਰਨੀਆਂ ਨੇ। ਮਿਸਾਲ ਵਜੋਂ, ਇਹ ਕੱਪੜਾ ਮੇਰੀ ਲੋੜ ਹੈ, ਇਹ ਮੇਰੀ ਤ੍ਰਿਸ਼ਨਾ ਨਹੀਂ ਹੈ। ਤਨ ਢੱਕਣਾ ਗਰਮੀ ਸਰਦੀ ਤੋਂ ਬਚਣ ਲਈ, ਪਰ 1.5 ਕਰੋੜ ਦਾ ਸੂਟ ਪਾਣਾ, ਤਾਂ ਇਹਨਾਂ ਚੀਜ਼ਾਂ ਤੋਂ ਉਹ ਰਹਿਤ ਹੋਏਗਾ। ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ ਅਗਲਾ ਨਿਤ ਦੇਵੇਂ ਚੜੇ ਸਵਾਇਆ, ਉਹ ਵੰਡ ਕੇ ਛਕੇਗਾ, ਵੰਡ ਕੇ ਛਕੇਗਾ। ਤੇ 9ਵਾਂ ਗੁਣ ਹੋਏਗਾ ਵਡਿਆਈ, ਵੱਡਾ ਪਾਇਆ, ਉਹਦੀ ਪੋਜ਼ਿਟਿਵ ਥਿੰਕਿੰਗ ਹੋਏਗੀ, ਵੱਡੇ ਰੱਬ ਨੂੰ ਪਾ ਲਵੇਗਾ। ਇਸ ਲਈ ਗੁਰੂ ਜੀ ਕਹਿੰਦੇ ਨੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਗੁਰੂ ਦੀ ਸੇਵਾ ਕਰ, ਗੁਰੂ ਦੇ ਦੱਸੇ ਰਾਹ ਤੇ ਤੁਰ, ਗੁਰੂ ਦੀ ਮੱਤ ਦਾ ਧਾਰਨੀ ਹੋ। ਤਾਂ ਇਹ ਚੀਜ਼ਾਂ ਵੱਡੇ ਭਾਗਾਂ ਨਾਲ ਮਿਲਦੀਆਂ ਨੇ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਇਹਨਾਂ ਵਾਸਤੇ ਉਦਮ ਕਰ। ਸਾਧ ਸੰਗ ਹਰ ਕੀਰਤਨ ਗਾਈਐ, ਕੀਰਤਨ ਦਾ ਮਤਲਬ ਸਿਫਤ ਸਲਾਹ, ਸਾਧ ਸੰਗ ਦਾ ਮਤਲਬ ਗੁਰੂ ਦੀ ਸ਼ਰਨ, ਗੁਰੂ ਦੀ ਸੰਗਤ। ਗੁਰੂ ਦੀ ਸੰਗਤ ਵਿੱਚ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾ ਸਕਦੀ ਹੈ। ਗੁਰੂ ਦੀ ਮੱਤ ਦਾ ਧਾਰਨੀ ਹੋਣ ਦੇ ਨਾਲ ਰੱਬ ਦੀ ਸਿਫਤ ਸਲਾਹ ਹੋ ਸਕਦੀ ਹੈ, ਮਨਮਤ ਨਾਲ ਨਹੀਂ। ਜੇ ਬੰਦਾ ਆਪ ਖੁਦਰਾਪਨ ਹੈ, ਜੋ ਕਿਸੇ ਦੀ ਪਰਵਾਹ ਕਰਦਾ ਹੀ ਨਹੀਂ, ਆਪ ਖੁਦਰਾਪਨ ਹੈ, ਨਾ ਸਮਾਜ ਦੇ ਨਿਯਮਾਂ ਦਾ ਉਹਨੂੰ ਖਿਆਲ ਹੈ, ਨਾ ਧਰਮ ਦੇ ਨਿਯਮਾਂ ਦਾ, ਨਾ ਕਿਸੇ ਦੇਸ਼ ਦੇ ਕਾਨੂੰਨਾਂ ਦਾ, ਜਿਹੜਾ ਇਹਨਾਂ ਚੀਜ਼ਾਂ ਤੋਂ ਇਹਨਾਂ ਨਿਯਮਾਂ ਨੂੰ ਤੋੜਨ ਵਾਲਾ ਹੈ, ਤਾਂ ਉਹ ਬੰਦਾ ਸੁਖੀ ਔਰ ਸ਼ਾਂਤ ਨਹੀਂ ਨਾ ਹੋਏਗਾ। ਇਸ ਲਈ ਸਾਧ ਸੰਗ, ਗੁਰੂ ਦੀ ਸੰਗਤ, ਹਰ ਕੀਰਤਨ ਗਾਈਏ, ਕੀਰਤਨ ਦਾ ਮਤਲਬ ਸਿਫਤ ਸਲਾਹ, ਗੁਰੂ ਦੀ ਸੰਗਤ ਵਿੱਚ ਸਿਫਤ ਸਲਾਹ ਜਿਹੜੀ ਗਾਈ ਜਾ ਸਕਦੀ ਹੈ। ਗੁਰੂ ਦੀ ਸੰਗਤ ਕਰਨ ਵਾਲਾ ਰੱਬੀ ਸਿਫਤ ਸਲਾਹ ਕਰੇਗਾ। ਕੀਰਤਨ ਦਾ ਮਤਲਬ ਹੁੰਦਾ ਸਿਫਤ ਸਲਾਹ ਕਰਨਾ, ਚਾਹੇ ਉਹ ਸਿਫਤ ਸਲਾਹ ਤੁਸੀਂ ਪੜ੍ਹ ਕੇ ਕਰ ਰਹੇ ਹੋ ਗੁਰਬਾਣੀ, ਜਾਂ ਵਾਜੇ ਤਬਲੇ ਨਾਲ ਗੁਰਬਾਣੀ ਗਾ ਕੇ ਕਰ ਰਹੇ ਹੋ, ਜਾਂ ਲਿਖ ਕੇ ਕਰ ਰਹੇ ਹੋ, ਜਾਂ ਗੱਲਾਂ ਬਾਤਾਂ ਨਾਲ ਕਰ ਰਹੇ ਹੋ, ਗੱਲ ਸਿਫਤ ਸਲਾਹ ਦੀ ਹੈ, ਸ਼ੁਭ ਗੁਣਾਂ ਦੀ ਗੱਲ। ਇਸ ਲਈ ਗੁਰੂ ਦੀ ਸ਼ਰਨ ਲਿਆ, ਗੁਰੂ ਦੇ ਦੱਸੇ ਰਾਹ ਤੇ ਤੁਰਿਆ, ਰੱਬ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਅਨੇਕ ਵਿਘਨ ਤੇ ਸਾਧੂ ਰਾਖੈ, ਜੋ ਗੁਰੂ ਹੈ ਉਹ ਸਾਨੂੰ ਅਨੇਕਾਂ ਵਿਘਨਾਂ ਤੋਂ ਬਚਾਏਗਾ। ਜੋ ਆਤਮਿਕ ਜੀਵਨ ਦੇ ਵਿੱਚ ਆਉਣ ਵਾਲੇ ਵਿਘਨ ਨੇ, ਗੁਰੂ ਸਾਨੂੰ ਉਹਨਾਂ ਵਿਘਨਾਂ ਤੋਂ ਬਚਾਏਗਾ। ਕਿ ਇਹਨਾਂ ਵਿਘਨਾਂ ਤੋਂ ਕਿਵੇਂ ਬਚਣਾ ਹੈ? ਕਈ ਵਾਰ ਐਸੀ ਸਿਚੁਏਸ਼ਨ ਕ੍ਰੀਏਟ ਹੋ ਜਾਂਦੀ ਹੈ, ਬੰਦੇ ਨੂੰ ਐਸੇ ਥਾਂ ਨੌਕਰੀ ਪੇਸ਼ਾ ਮਿਲ ਜਾਂਦਾ ਹੈ ਕਿ ਜਿੱਥੇ ਰਿਸ਼ਵਤ ਦੇ ਬਹੁਤ ਵੱਡੇ ਮੌਕੇ ਨੇ, ਔਰ ਮੋਟੀ ਰਿਸ਼ਵਤ ਲੈ ਸਕਦਾ ਹੈ। ਮੌਕੇ ਨੇ, ਲੋਕ ਰਿਸ਼ਵਤ ਦੇ ਕੇ ਰਾਜੀ ਨੇ, ਲੇਕਿਨ ਜੇ ਉਹ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ ਤਾਂ ਉਸ ਮੌਕੇ ਨੂੰ ਉਹ ਐਵੇਂ ਨਹੀਂ ਵਰਤੇਗਾ, ਰਿਸ਼ਵਤ ਉਹ ਨਹੀਂ ਲਵੇਗਾ। ਗੁਰੂ ਉਹਨੂੰ ਇਸ ਵਿਘਨ ਤੋਂ ਬਚਾਏਗਾ, ਕਿਉਂਕਿ ਰਿਸ਼ਵਤ ਲੈਣ ਨਾਲ ਆਤਮਿਕ ਮੌਤ ਹੋਣੀ ਹੈ, ਇਨਸਾਨੀਅਤ ਖਤਮ ਹੋਣੀ ਹੈ। ਤਾਂ ਜੋ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਹੈ ਉਹ ਐਸਾ ਕੰਮ ਨਹੀਂ ਕਰੇਗਾ। ਕਦੇ ਮੌਕਾ ਬਣ ਜਾਂਦਾ ਐਸਾ ਬੰਦੇ ਦੀ ਜ਼ਿੰਦਗੀ ਵਿੱਚ ਕਿ ਉਹ ਆਚਰਨ ਤੋਂ ਗਿਰ ਸਕਦਾ ਹੈ, ਆਚਰਨ ਤੋਂ ਗਿਰਨ ਦਾ ਮੌਕਾ ਹੈ, ਗਿਰ ਸਕਦਾ ਹੈ। ਪਰ ਜਿਹੜਾ ਬੰਦਾ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਹੈ ਉਹ ਆਚਰਨ ਤੋਂ ਗਿਰੇਗਾ ਨਹੀਂ, ਉਹ ਆਪਣੇ ਕਰੈਕਟਰ ਨੂੰ ਸੰਭਾਲ ਕੇ ਰੱਖੇਗਾ, ਗਿਰੇਗਾ ਨਹੀਂ। ਹੁਣ ਇਹਨਾਂ ਚੀਜ਼ਾਂ ਤੋਂ ਗਿਆਨ ਬਚਾਏਗਾ ਨਾ, ਜੋ ਗੁਰੂ ਦਾ ਗਿਆਨ ਹੈ। ਗੁਰੂ ਦੇ ਗਿਆਨ ਰਾਹੀਂ ਬੰਦਾ ਫੈਸਲਾ ਲਵੇਗਾ ਕਿ ਇਹ ਕੰਮ ਜਿਹੜਾ ਗਲਤ ਹੈ, ਮੈਨੂੰ ਨਹੀਂ ਕਰਨਾ ਚਾਹੀਦਾ। ਤਾਂ ਗੁਰੂ ਸਾਨੂੰ ਆਤਮਿਕ ਜੀਵਨ ਦੇ ਅੰਦਰ ਜਿਹੜੇ ਆਉਣ ਵਾਲੇ ਵਿਘਨ ਨੇ, ਉਹਨਾਂ ਵਿਘਨਾਂ ਤੋਂ ਬਚਾਉਂਦਾ ਹੈ। ਯਾਨੀ ਗੁਰੂ ਸਾਨੂੰ ਸਫਲਤਾ ਦਾ ਰਾਸਤਾ ਵਿਖਾਉਂਦਾ ਹੈ। ਗੁਰੂ ਦਾ ਗਿਆਨ ਸਾਨੂੰ ਸਫਲਤਾ ਦਾ ਰਾਹ ਵਿਖਾਉਂਦਾ ਹੈ। ਗੁਰੂ ਦੇ ਗਿਆਨ ਰਾਹੀਂ ਅਸੀਂ ਆਪਣੀ ਜ਼ਿੰਦਗੀ ਦੇ ਵਿਘਨਾਂ ਨੂੰ ਦੂਰ ਕਰ ਸਕਦੇ ਹਾਂ। ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ, ਸੌਰੀ ਮੈਂ ਚਾਖੇ ਪੜ ਗਿਆ, ਚਾਖੈ। ਹਰ ਗੁਣ ਗਾਏ
ਅੰਮ੍ਰਿਤ ਰਸ ਚੱਖ ਹੈ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ, ਹਰ ਗੁਣ ਗਾਏ ਦਾ ਮਤਲਬ ਹਰੀ ਦੇ ਗੁਣ ਗਾ ਕੇ, ਅੰਮ੍ਰਿਤ ਰਸ ਚਾਖੇ ਦਾ ਮਤਲਬ ਅੰਮ੍ਰਿਤ ਰਸ ਦਾ ਸਵਾਦ ਮਾਣਿਆ ਜਾ ਸਕਦਾ ਹੈ। ਜੇ ਅਸੀਂ ਹੁਣ ਗੁਣਾਂ ਨੂੰ ਅਪਣਾਵਾਂਗੇ, ਉਹਨਾਂ ਗੁਣਾਂ ਦਾ ਰਸ ਤੇ ਤਾਂ ਹੀ ਆਏਗਾ ਨਾ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਇਹ ਸਬਜ਼ੀ ਬਣੀ ਹੈ ਤੇ ਸਬਜ਼ੀ ਖਾਵਾਂਗੇ ਤਾਂ ਹੀ ਪਤਾ ਲੱਗੇਗਾ ਨਾ ਲੂਣ ਮਿਰਚ ਕੈਸਾ ਹੈ, ਉਹਦਾ ਰਸ ਕੀ ਹੈ, ਸਵਾਦੀ ਹੈ ਕਿ ਬੇਸਵਾਦੀ ਹੈ। ਐਵੇਂ ਜਦੋਂ ਅਸੀਂ ਪ੍ਰੇਮ ਦੇ ਨਾਲ ਵਰਤਾਂਗੇ ਇੱਕ ਦੂਜੇ ਨਾਲ, ਤੇ ਪ੍ਰੇਮ ਦੇ ਨਾਲ ਵਰਤੋਂ ਵਿਹਾਰ ਵਿੱਚੋਂ ਜਿਹੜਾ ਸੁੱਖ ਆਏਗਾ ਉਹ ਤੇ ਤਾਂ ਹੀ ਮਿਲੇਗਾ ਨਾ ਜੇ ਅਸੀਂ ਪ੍ਰੇਮ ਦੇ ਨਾਲ ਵਰਤਾਂਗੇ। ਸੱਚ ਦਾ ਜਿਹੜਾ ਸੁੱਖ ਹੈ, ਸੱਚੇ ਆਚਰਨ ਦਾ, ਜੇ ਅਸੀਂ ਸੱਚਾ ਆਚਰਨ ਬਣਾਵਾਂਗੇ ਤਾਂ ਹੀ ਸਾਨੂੰ ਸੱਚੇ ਆਚਰਨ ਦਾ ਸੁੱਖ ਆਏਗਾ ਨਾ। ਜੇ ਅਸੀਂ ਸੱਚ ਬੋਲਦੇ ਹੀ ਨਹੀਂ ਤਾਂ ਸੱਚ ਦਾ ਰਸ ਨਹੀਂ ਨਾ ਹੋਣਾ, ਦਇਆ ਦਾ, ਪ੍ਰੇਮ ਦਾ, ਇਹਨਾਂ ਗੁਣਾਂ ਦਾ ਆਨੰਦ ਤਾਂ ਹੀ ਇਹਨਾਂ ਦਾ ਸੁੱਖ ਮਾਣਿਆ ਜਾ ਸਕਦਾ ਜੇ ਇਹ ਗੁਣ ਗਾਏ ਜਾਣ, ਇਹਨਾਂ ਗੁਣਾਂ ਤੇ ਅਮਲ ਕੀਤਾ ਜਾਏ। ਤਾਂ ਗੁਰੂ ਜੀ ਕਹਿੰਦੇ ਨੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ। ਅੰਮ੍ਰਿਤ ਰਸ ਦਾ ਮਤਲਬ ਆਤਮਿਕ ਜੀਵਨ ਦੇਣ ਦਾ ਰਸ, ਆਤਮਿਕ ਜੀਵਨ ਦਾ ਆਨੰਦ ਮਾਣ ਸਕਦਾ ਬੰਦਾ ਰੱਬੀ ਗੁਣਾਂ ਨੂੰ ਗਾ ਕੇ। ਇਸ ਲਈ ਇਸ ਦੁਨੀਆ ਦੇ ਅੰਦਰ ਕੋਈ ਇਨਸਾਨ ਚਾਹੁੰਦਾ ਹੈ ਕਿ ਉਹ ਆਤਮਿਕ ਜ਼ਿੰਦਗੀ ਜੀਵੇ, ਉਹਦੀ ਜ਼ਿੰਦਗੀ ਵਿੱਚ ਪੋਜ਼ਿਟਿਵਿਟੀ ਆਵੇ, ਉਹਦੇ ਜੀਵਨ ਵਿੱਚ ਸੁੱਖ ਹੋਣ, ਉਹਦੇ ਜੀਵਨ ਵਿੱਚ ਖੁਸ਼ੀਆਂ ਹੋਣ, ਪ੍ਰਸੰਨਤਾ ਹੋਵੇ, ਆਨੰਦ ਹੋਵੇ, ਤਾਂ ਉਹਦੇ ਵਾਸਤੇ ਇੱਕੋ ਹੀ ਚੀਜ਼ ਹੈ ਕਿ ਉਹ ਗੁਣਾਂ ਦਾ ਧਾਰਨੀ ਹੋਵੇ, ਮਨ, ਬਚਨ ਔਰ ਕਰਮ ਕਰਕੇ। ਓਟ ਗਹੀ ਸੰਤਹਿ ਦਰ ਆਇਆ। ਓਟ ਗਹੀ ਦਾ ਮਤਲਬ ਆਸਰਾ ਲਿਆ, ਗਹੀ ਦਾ ਮਤਲਬ ਪਕੜੀ, ਸੰਤਹਿ ਦਾ ਮਤਲਬ ਗੁਰੂ। ਸੰਤ ਦਾ ਮਤਲਬ ਕੋਈ ਚੋਲੇ ਵਾਲਾ ਬਾਬਾ ਨਹੀਂ ਹੈ ਕਿ ਕਿਸੇ ਬਾਬੇ ਦੇ ਡੇਰੇ ਤੇ ਜਾ ਕੇ ਤੁਹਾਨੂੰ ਸੁੱਖ ਮਿਲ ਜਾਏਗਾ। ਹਾਂ, ਤੁਹਾਡੀ ਲੁੱਟ ਹੋ ਸਕਦੀ ਹੈ, ਤੁਹਾਨੂੰ ਇਮੋਸ਼ਨਲ ਬਲੈਕਮੇਲ ਬਾਬੇ ਕਰ ਸਕਦੇ ਨੇ, ਔਰ ਕੀਤਾ ਜਾ ਰਿਹਾ ਹੈ। ਆਰਥਿਕ ਔਰ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਲੋਕਾਂ ਦਾ। ਇੱਥੇ ਸੰਤ ਦਾ ਮਤਲਬ ਹੈ ਗੁਰੂ। ਓਟ ਗਹੀ ਸੰਤਹਿ ਦਰ ਆਇਆ, ਜਿਹੜਾ ਗੁਰੂ ਦੇ ਦਰ ਤੇ ਆਇਆ ਔਰ ਜਿਸਨੇ ਗੁਰੂ ਦੀ ਓਟ ਲਈ। ਹੁਣ ਗੁਰੂ ਦੀ ਓਟ ਲੈਣ ਦਾ ਮਤਲਬ ਕੀ ਹੈ? ਗੁਰੂ ਦੀ ਓਟ ਲੈਣ ਦਾ ਮਤਲਬ ਇਹ ਨਹੀਂ ਕਿ ਮੈਂ ਇੱਕ, ਤੁਸੀਂ ਤੁਹਾਡੇ ਕੋਲ ਵੀ ਇੱਕ ਨਿੱਕੀ ਜਿਹੀ ਵੀਡੀਓ ਕਲਿੱਪ ਆਈ ਹੋਣੀ ਹੈ ਤੇ ਉਹ ਮਾਂ ਪੁੱਛਦੀ ਪੁੱਤਰ ਕਿੱਥੇ ਗਿਆ ਸਾਂ, ਕਹਿਣ ਲੱਗਾ ਬੇਬੇ ਮੈਂ ਬਾਬੇ ਕੋਲ ਗਿਆ ਸਾਂ ਤੇ 11 ਰੁਪਏ ਦੇ ਕੇ ਮੈਂ ਅਰਦਾਸ ਕੀਤੀ ਸੀ ਕਿ ਬਾਬਾ ਸਾਨੂੰ ਟਰੈਕਟਰ ਦੇ, ਤੇ ਮਾਂ ਨੇ ਪੇੜ ਮਾਰੀ ਜਾਂਦੀ ਮਰ ਜਾ, 5 ਰੁਪਏ ਹੋਰ ਦਿੰਦਾ, ਟਰਾਲੀ ਵੀ ਲੈ ਆਉਂਦਾ। ਤਾਂ ਐਸਾ ਆਸਰਾ ਨਹੀਂ ਹੈ। ਆਸਰਾ ਇੱਥੇ ਹੈ ਜ਼ਿੰਦਗੀ ਜੀਣ ਦਾ। ਗੁਰੂ ਤੋਂ ਆਸਰਾ ਕੀ ਲੈਣਾ ਹੈ ਕਿ ਮੈਂ ਅੱਖਾਂ ਨਾਲ ਵੇਖਣਾ ਕੀ ਹੈ, ਮੈਂ ਜ਼ਬਾਨ ਨਾਲ ਬੋਲਣਾ ਕੀ ਹੈ, ਹੱਥਾਂ ਨਾਲ ਮੈਂ ਕਰਨਾ ਕੀ ਹੈ। ਯਾਨੀ ਗੁਰੂ ਤੋਂ ਅਸੀਂ ਜ਼ਿੰਦਗੀ ਜੀਣ ਦਾ ਢੰਗ ਸਿੱਖਣਾ ਹੈ, ਵੇ ਆਫ ਲਾਈਫ। ਜਿੰਨੇ ਵੀ ਸਾਡੇ ਸੁੱਖ ਔਰ ਦੁੱਖ ਨੇ ਉਹ ਸਾਡੇ ਜੀਵਨ ਦੇ ਢੰਗ ਤੇ ਡਿਪੈਂਡ ਕਰਦੇ ਨੇ ਕਿ ਅਸੀਂ ਕਿਸੇ ਵੀ ਚੀਜ਼ ਬਾਰੇ ਸੋਚਦੇ ਕਿਵੇਂ ਹਾਂ। ਫਾਰ ਐਗਜ਼ਾਮਪਲ, ਮੈਂ ਕੱਲ ਪਰਸੋਂ ਵੀ ਬੇਨਤੀ ਕੀਤੀ ਸੀ, ਫਿਰ ਕਰਦੇ ਹਾਂ ਵੀ ਇਵੈਂਟਸ ਜ਼ਿੰਦਗੀ ਵਿੱਚ ਇੱਕ ਹੀ ਹੈ ਤੇ ਉਸ ਇਵੈਂਟਸ ਬਾਰੇ 10 ਬੰਦਿਆਂ ਦੇ ਥਾਟਸ ਵੱਖਰੇ ਵੱਖਰੇ ਆਉਣਗੇ, ਤੇ ਜੈਸਾ ਤੁਹਾਡੇ ਅੰਦਰ ਥਾਟਸ ਪੈਦਾ ਹੋਣਗੇ ਵੈਸੇ ਹੀ ਇਮੋਸ਼ਨਸ ਪੈਦਾ ਹੋਣਗੇ, ਤੇ ਉਹ ਇਮੋਸ਼ਨਸ ਇੱਕ ਹੋਰ ਸਿਚੁਏਸ਼ਨ ਪੈਦਾ ਕਰਨਗੇ। ਇਸ ਤਰ੍ਹਾਂ ਇੱਕ ਲੜੀ ਚੱਲ ਜਾਏਗੀ, ਚਾਹੇ ਤੁਸੀਂ ਨੈਗੇਟਿਵ ਚਲਾ ਲਓ ਜਾਂ ਪੋਜ਼ਿਟਿਵ ਚਲਾ ਲਓ। ਮਿਸਾਲ ਵਜੋਂ ਤੁਹਾਨੂੰ ਬਾਜ਼ਾਰ ਵਿੱਚ ਕੋਈ ਤੁਹਾਡਾ ਸੱਜਣ ਮਿੱਤਰ ਮਿਲਦਾ ਹੈ ਤੇ ਉਹਨੇ ਤੁਹਾਨੂੰ ਬੁਲਾਇਆ ਨਹੀਂ, ਤੇ ਤੁਸੀਂ ਹੁਣ ਸੋਚਦੇ ਹੋ ਕਿ ਇਸ ਬੰਦੇ ਨੇ ਮੈਨੂੰ ਜਾਣ ਬੁੱਝ ਕੇ ਇਗਨੋਰ ਕੀਤਾ ਹੈ, ਤਾਂ ਇਹਦੇ ਤੁਹਾਡੇ ਅੰਦਰ ਗੁੱਸਾ ਆਏਗਾ, ਦੂਜੇ ਬੰਦੇ ਦੇ ਅੰਦਰ ਹੀਨ ਭਾਵਨਾ ਆ ਜਾਂਦੀ, ਚੌਥਾ ਬੰਦਾ ਹੋਰ, ਅਲੱਗ-ਅਲੱਗ ਅਸੀਂ ਉਹਨੂੰ ਸੋਚਾਂਗੇ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ ਜਦੋਂ ਅਸੀਂ ਗੁਰੂ ਦੇ ਦਰ ਤੇ ਆਵਾਂਗੇ, ਗੁਰੂ ਤੋਂ ਗਿਆਨ ਦੀ ਦਾਤ ਸਿੱਖਾਂਗੇ, ਤਾਂ ਸਾਨੂੰ ਅਸਲੀਅਤ ਦਾ ਪਤਾ ਲੱਗੇਗਾ ਔਰ ਅਸੀਂ ਅਸਲੀਅਤ ਦੇ ਨਾਲ ਜੁੜਨ ਦਾ ਯਤਨਾਂਗੇ। ਓਟ ਗਹੀ ਸੰਤਹਿ ਦਰ ਆਇਆ, ਜਿਹੜਾ ਗੁਰੂ ਦੇ ਦਰ ਤੇ ਆ ਗਿਆ ਔਰ ਜਿਸਨੇ ਗੁਰੂ ਦੀ ਵਿਚਾਰਧਾਰਾ ਦਾ ਆਸਰਾ ਲਿਆ, ਗੁਰੂ ਦੀ ਮੱਤ ਦਾ ਆਸਰਾ ਲਿਆ, ਜੋ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਸਰਬ ਸੁਖ ਨਾਨਕ ਤਿਹ ਪਾਇਆ। ਤਿਹ ਦਾ ਮਤਲਬ ਉਸਨੇ, ਹੇ ਨਾਨਕ, ਉਹਨੇ ਸਾਰੇ ਸੁੱਖ ਪਾ ਲਏ। ਸਰੀਰਕ ਸੁੱਖ ਵੀ ਉਹਨੂੰ ਮਿਲ ਗਿਆ, ਮਾਨਸਿਕ ਸੁੱਖ ਮਿਲ ਗਿਆ, ਬੌਧਿਕ ਸੁੱਖ ਮਿਲ ਗਿਆ, ਆਤਮਿਕ ਸੁੱਖ ਮਿਲ ਗਿਆ। ਕਿਹਨੂੰ? ਜਿਹੜਾ ਗੁਰੂ ਦੇ ਦਰ ਤੇ ਆਇਆ ਔਰ ਜਿਸਨੇ ਗੁਰੂ ਦੇ ਚਰਨਾਂ ਦੀ ਓਟ ਲਈ, ਗੁਰੂ ਦੇ ਸ਼ਬਦ ਦਾ ਸਹਾਰਾ ਲਿਆ, ਗੁਰੂ ਤੋਂ ਵੇ ਆਫ ਲਾਈਫ ਸਿੱਖਿਆ, ਗੁਰੂ ਦੇ ਦੱਸੇ ਰਾਹ ਤੇ ਤੁਰਿਆ, ਉਹਨੇ ਫਿਰ ਸਾਰੇ ਸੁੱਖ ਪਾ ਲਏ।
ਕਿਉਂਕਿ ਉਹਦੇ ਸਾਰੇ ਕਰਮ ਚੰਗੇ ਨੇ, ਉਹਦੇ ਬੋਲ ਚੰਗੇ, ਉਹਦੀ ਸੋਚ ਚੰਗੀ, ਉਹਦਾ ਵਿਹਾਰ ਚੰਗਾ, ਤਾਂ ਇਸ ਤਰ੍ਹਾਂ ਉਹ ਇਨਸਾਨ ਸਾਰੇ ਸੁੱਖ ਪਾ ਸਕਦਾ ਹੈ। ਤਾਂ ਇਹ ਸਾਡੇ ਵਾਸਤੇ ਜੀਵਨ ਲਈ ਜੋ ਜੁਗਤ ਪੈਦਾ ਹੋ ਰਹੀ ਹੈ ਉਹ ਇਹ ਹੈ ਕਿ ਜੇ ਅਸੀਂ ਸਾਰੇ ਸੁੱਖ ਮੰਨਣਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਚਾਹੀਦੀ ਹੈ। ਗੁਰੂ ਦੀ ਪਾਵਨ ਬਾਣੀ ਪੜ੍ਹ ਕੇ, ਵਿਚਾਰ ਕੇ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਅੰਦਰ ਸੁਖ ਸ਼ਾਂਤੀ ਪੈਦਾ ਕਰਨੀ ਚਾਹੀਦੀ ਹੈ, ਔਰ ਇਹ ਪੋਸੀਬਿਲਿਟੀ ਸਾਡੇ ਸਾਰਿਆਂ ਦੇ ਵਿੱਚ ਮੌਜੂਦ ਹੈ। ਮਿਰਤਕ ਕੋ ਜੀਵਾਲਨ ਹਾਰ, ਜੋ ਰੱਬ ਹੈ ਉਹ ਮੁਰਦੇ ਨੂੰ ਵੀ ਜਿੰਦਾ ਕਰਨ ਜੋਗਾ ਹੈ, ਮੁਰਦੇ ਨੂੰ ਜਿੰਦਾ ਕਰਨ ਜੋਗਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਮੁਰਦੇ ਨੂੰ ਜਿੰਦਾ ਕਿਵੇਂ ਕਰਦਾ ਹੈ? ਮੁਰਦਾ ਹੈ ਕੌਣ, ਜਿਉਂਦਾ ਕੌਣ ਹੈ? ਜਦੋਂ ਅਸੀਂ ਗੁਰੂ ਦੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਜੇ ਗੁਰੂ ਜੀ ਤੋਂ ਪੁੱਛੀਏ ਪਾਤਸ਼ਾਹ ਸਾਨੂੰ ਇੱਕ ਸ਼ਬਦ ਦੇ ਅੰਦਰ ਜੀਵਨ ਔਰ ਮੌਤ ਬਾਰੇ ਦੱਸੋ ਕਿ ਜੀਵਨ ਕੀ ਹੈ ਤੇ ਮੌਤ ਕੀ ਹੈ, ਤਾਂ ਗੁਰੂ ਜੀ ਇੱਕ ਸ਼ਬਦ ਵਿੱਚ ਦੱਸਦੇ ਨੇ, ਮਰਣੰ ਬਿਸਰਣੰ ਗੋਬਿੰਦਹਿ, ਜੀਵਨੰ ਹਰ ਨਾਮ ਧਿਆਵਣੈ। ਮੌਤ ਹੈ ਰੱਬ ਨੂੰ ਵਿਸਾਰ ਦੇਣਾ, ਸੱਚ ਨੂੰ ਵਿਸਾਰ ਦੇਣਾ, ਤੇ ਜੀਵਨ ਹੈ ਰੱਬ ਦੀ ਯਾਦ ਵਿੱਚ ਜੀਣਾ, ਸੱਚ ਅਨੁਸਾਰ ਜ਼ਿੰਦਗੀ ਜੀਣੀ। ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਹੋ ਜਾਣਾ ਇਹ ਜੀਵਨ ਹੈ, ਤੇ ਸੱਚ ਨੂੰ ਵਿਸਾਰ ਦੇਣਾ ਇਹ ਮੌਤ ਹੈ। ਜਿਹਦੇ ਅੰਦਰੋਂ ਸੱਚ ਵਿਸਰ ਜਾਂਦਾ ਹੈ, ਰੱਬ ਵਿਸਰ ਜਾਂਦਾ ਹੈ, ਰੱਬੀ ਗੁਣ ਵਿਸਰ ਜਾਂਦੇ ਨੇ, ਉਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ। ਇਨਸਾਨ ਮਰ ਜਾਂਦਾ ਹੈ, ਸਿਰਫ ਇੱਕ ਸਰੀਰ ਜਿੰਦਾ ਰਹਿ ਜਾਂਦਾ ਹੈ, ਉਹ ਚਲਦੀ ਫਿਰਦੀ ਇੱਕ ਲਾਸ਼ ਰਹਿ ਜਾਂਦੀ ਹੈ, ਬਾਕੀ ਬੰਦਾ ਮਰ ਜਾਂਦਾ ਹੈ। ਇਹਦੇ ਬਾਰੇ ਅਸੀਂ ਪਿਛਲੀਆਂ ਕਲਾਸਾਂ ਵਿੱਚ ਖੁੱਲ ਕੇ ਵਿਚਾਰ ਕਰ ਚੁੱਕੇ ਹਾਂ, ਔਰ ਮੈਂ ਭਗਤ ਕਬੀਰ ਜੀ ਦਾ ਇੱਕ ਪਾਵਨ ਸ਼ਬਦ ਵੀ ਹੈ, ਨਰੂ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੈ ਦਸ ਕਾਜ ਸਵਾਰੇ। ਨਰੂ ਦਾ ਮਤਲਬ ਇਨਸਾਨੀਅਤ। ਜਦੋਂ ਕਿਸੇ ਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ ਤੇ ਉਹ ਨਰ, ਉਹ ਬੰਦਾ ਕਿਸੇ ਦੇ ਕੰਮ ਨਹੀਂ ਆਉਂਦਾ। ਪਸ਼ੂ ਮਰੈ, ਜਦੋਂ ਉਹਦੇ ਅੰਦਰੋਂ ਪਸ਼ੂਪੁਣਾ ਮਰਦਾ ਹੈ। 10 ਕਾਜ ਸਵਾਰੈ, ਉਹ ਫਿਰ 10 ਕਾਜ ਦਾ ਮਤਲਬ ਬਹੁਤ ਸਾਰੇ ਕਾਰਜ ਸਵਾਰਦਾ ਹੈ, ਲੋਕਾਂ ਦੇ ਕੰਮ ਆਉਂਦਾ ਹੈ, ਲੋਕਾਂ ਦੇ ਕਾਰਜ ਵੰਗਾਰਦਾ ਨਹੀਂ, ਕੰਮ ਸਵਾਰਦਾ ਹੈ। ਤੇ ਜਦੋਂ ਅਸੀਂ ਆਮ ਜ਼ਿੰਦਗੀ ਵੱਲ ਵੇਖਦੇ ਹਾਂ ਤਾਂ ਇਨਸਾਨੀਅਤ ਬੰਦੇ ਦੇ ਅੰਦਰੋਂ ਬਹੁ ਗਿਣਤੀ ਵਿੱਚ ਮਰੀ ਹੋਈ ਨਜ਼ਰੀ ਪੈਂਦੀ ਹੈ। ਦੇਖੋ ਇਹ ਕਿੰਨੇ ਚੰਗੇ ਦੇਸ਼ ਨੇ, ਡਿਵੈਲਪ ਦੇਸ਼ ਨੇ, ਇਹਨਾਂ ਦੇਸ਼ਾਂ ਦੇ ਵਿੱਚ ਕਾਨੂੰਨ ਵੀ ਲਾਗੂ ਨੇ, ਪਰ ਫਿਰ ਵੀ ਇੱਥੇ ਬਹੁਤੇ ਵਾਰੀ ਕਈ ਵਾਰੀ ਫੋਨ ਖੋਹ ਕੇ ਭੱਜ ਜਾਂਦਾ ਕੋਈ ਬੰਦਾ, ਲੁੱਟ ਖਸੁੱਟ ਇੱਥੇ ਵੀ ਹੋ ਜਾਂਦੀ ਹੈ, ਚੋਰੀਆਂ ਇੱਥੇ ਵੀ ਹੁੰਦੀਆਂ ਨੇ, ਇੱਥੇ ਵੀ ਲੋਕ ਗੜਬੜ ਕਰਦੇ ਨੇ ਨਾ, ਡਰੱਗੀ ਇੱਥੇ ਵੀ ਫਿਰਦੇ ਨੇ। ਤਾਂ ਹਰ ਥਾਂ ਦੇ ਉੱਤੇ ਹੀ ਐਸਾ ਹੈ ਨਾ ਕਿ ਜਿੱਥੇ ਇਨਸਾਨੀਅਤ ਦੀ ਮੌਤ ਹੋ ਚੁੱਕੀ ਹੁੰਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜਿਹਦੇ ਅੰਦਰੋਂ ਇਨਸਾਨੀਅਤ ਮਰ ਚੁੱਕੀ ਹੈ, ਰੱਬ ਉਹਨੂੰ ਵੀ ਇਨਸਾਨੀਅਤ ਬਖਸ਼ਿਸ਼ ਕਰਨ ਵਾਲਾ ਹੈ, ਉਹਨੂੰ ਵੀ ਆਤਮਿਕ ਜੀਵਨ ਦੇਣ ਜੋਗਾ ਹੈ, ਯਾਨੀ ਉਹ ਵੀ ਆਤਮਿਕ ਜ਼ਿੰਦਗੀ ਜੀ ਸਕਦਾ ਹੈ। ਜਿਹਦੀਆਂ ਖੁਸ਼ੀਆਂ ਖਤਮ ਹੋ ਚੁੱਕੀਆਂ ਨੇ, ਉਸ ਬੰਦੇ ਦੀ ਜ਼ਿੰਦਗੀ ਦੇ ਅੰਦਰ ਵੀ ਖੁਸ਼ਹਾਲੀ ਆ ਸਕਦੀ ਹੈ। ਜੋ ਡਿਪਰੈਸ਼ਨ ਆਦਿਕ ਦਾ ਸ਼ਿਕਾਰ ਹੋ ਚੁੱਕਾ ਹੈ, ਉਹ ਇਹਨਾਂ ਚੀਜ਼ਾਂ ਤੋਂ ਬਾਹਰ ਆ ਸਕਦਾ ਹੈ। ਰੱਬ ਜਿਹੜਾ ਹੈ ਆਤਮਿਕ ਮੌਤੇ ਮਰੇ ਬੰਦੇ ਨੂੰ ਆਤਮਿਕ ਜੀਵਨ ਦੇਣ ਜੋਗਾ ਹੈ। ਇੱਥੇ ਆਤਮਿਕ ਮੌਤ ਦੀ ਗੱਲ ਹੈ। ਤਾਂ ਜੇ ਅਸੀਂ ਦੇਖਦੇ ਹਾਂ ਇਸ ਸਮਾਜ ਵਿੱਚ ਇਨਸਾਨ ਆਤਮਿਕ ਜ਼ਿੰਦਗੀ ਜੀਣ ਵਾਲੇ ਹੋਣ, ਜਾਂ ਸਾਡੇ ਆਪਣੇ ਖੁਦ ਦੇ ਅੰਦਰ ਕਿਤੇ ਕੋਈ ਕਮੀ ਪੇਸ਼ੀ ਹੈ ਜਿੱਥੋਂ ਕਿ ਇਨਸਾਨੀਅਤ ਨਹੀਂ ਝਲਕਦੀ, ਇਨਸਾਨੀਅਤ ਮਰੀ ਹੋਈ ਨਜ਼ਰੀ ਪੈਂਦੀ ਹੈ, ਜਾਂ ਕਿਤੇ ਅਸੀਂ ਆਪਣੇ ਫਰਜ਼ਾਂ ਤੋਂ ਭਗੌੜੇ ਹਾਂ, ਤਾਂ ਗੁਰੂ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਅੰਦਰ ਆਤਮਿਕ ਜੀਵਨ ਪੈਦਾ ਕਰਨਾ ਚਾਹੀਦਾ ਹੈ। ਪੋਸੀਬਿਲਿਟੀ ਹਰ ਇੱਕ ਦੇ ਅੰਦਰ ਹੈ, ਹਰ ਇਨਸਾਨ ਆਤਮਿਕ ਜ਼ਿੰਦਗੀ ਜੀ ਸਕਦਾ ਹੈ, ਰੱਬ ਉਹਨੂੰ ਵੀ ਦਾਤਾਂ ਦੇਣ ਜੋਗਾ ਹੈ। ਗੁਰੂ ਦੀ ਪਾਵਨ ਬਾਣੀ ਰਾਹੀਂ ਐਸੀ ਜ਼ਿੰਦਗੀ ਮਿਲ ਸਕਦੀ ਹੈ। ਭੁੱਖੈ ਕਉ ਦੇਵਤ ਆਧਾਰ, ਜਿਹੜਾ ਭੁੱਖਾ ਹੈ ਉਹਨੂੰ ਰੱਬ ਆਧਾਰ ਦਿੰਦਾ ਹੈ, ਆਸਰਾ ਦਿੰਦਾ ਹੈ। ਹੁਣ ਭੁੱਖਾ ਕੌਣ ਹੈ? ਜਿਹਦੇ ਅੰਦਰ ਸੰਤੋਖ ਨਹੀਂ ਹੈ। ਇੱਕ ਤਾਂ ਸਰੀਰਕ ਭੁੱਖ ਹੈ ਕਿ ਉਹਨੂੰ ਰੋਟੀ ਪਾਣੀ ਨਹੀਂ ਮਿਲਦਾ। ਐਸੇ ਭੁੱਖੇ ਇਸ ਦੁਨੀਆ ਵਿੱਚ ਹੈ ਨੇ ਜਿਨ੍ਹਾਂ ਨੂੰ ਕਈ ਵਾਰ ਦਿਨ ਦੇ ਵਿੱਚ ਸਾਰਾ ਦਿਨ ਹੀ 2 ਟਾਈਮ ਹੀ ਭੁੱਖੇ ਰਹਿਣਾ ਪੈ ਜਾਂਦਾ ਹੈ। ਕਈਆਂ ਲੋਕਾਂ ਨੂੰ 2 ਟਾਈਮ ਦੀ ਰੋਟੀ ਨਹੀਂ ਮਿਲਦੀ। ਇਹ ਇੱਕ ਹਕੀਕਤ ਹੈ, ਇਹ ਸਾਡੇ ਸਿਸਟਮ ਕਰਕੇ ਹੈ।
ਲੇਕਿਨ ਅਸਲ ਭੁੱਖਾ ਕੌਣ ਹੈ? ਅਸਲ ਭੁੱਖਾ ਉਹ ਹੈ ਜਿਹਨੂੰ ਸੰਤੋਖ ਨਹੀਂ ਹੈ। ਅਸੀਂ ਇਸ ਦੁਨੀਆ ਵਿੱਚ ਵੇਖਦੇ ਹਾਂ ਕਿਤਨਾ ਧਨ ਦੌਲਤ ਹੈ ਲੋਕਾਂ ਦੇ ਕੋਲ। ਹੁਣ ਇੱਕ ਬੰਦਾ 80-90 ਹਜ਼ਾਰ ਰੁਪਇਆ ਤਨਖਾਹ ਲੈਂਦਾ ਹੈ ਤੇ ਉਹਦੇ ਨਾਲ ਉਹਦਾ ਪੇਟ ਨਹੀਂ ਭਰ ਰਿਹਾ, ਉਹ 250-300 ਰੁਪਇਆ ਦਿਹਾੜੀ ਲੈਣ ਵਾਲੇ ਤੋਂ ਰਿਸ਼ਵਤ ਮੰਗ ਰਿਹਾ ਹੈ। ਭੁੱਖਾ ਹੀ ਹੈ ਨਾ ਉਹ, ਉਹਨੂੰ ਕਿਵੇਂ ਰਜਾਓਗੇ? ਕਿਸੇ ਦੇ ਬੱਚੇ ਦੀ ਸ਼ਾਦੀ ਹੈ ਤੇ ਉਹ ਬੇਟੀ ਵਾਲਿਆਂ ਤੋਂ ਦਹੇਜ ਮੰਗ ਰਿਹਾ ਹੈ ਕਿ ਸਾਨੂੰ 25 ਛਾਪਾਂ ਚਾਹੀਦੀਆਂ ਨੇ ਮਿਲਣੀ ਦੀਆਂ, ਸਾਡਾ ਮਤਲਬ ਸੇਵਾ ਤੁਸੀਂ ਇਹ ਜਿਹੜੀ ਉਹ ਕਿਸੇ ਹੋਟਲ ਦੇ ਵਿੱਚ ਕਰਨੀ, ਉਹ ਸਜ਼ਾ ਨੂੰ ਸੇਵਾ ਕਹਿ ਰਹੇ ਨੇ। ਸੇਵਾ ਐਵੇਂ ਥੋੜੀ ਹੁੰਦੀ ਹੈ। ਸੇਵਾ ਤੇ ਅਗਲਾ ਜਿਹੜਾ ਮਤਲਬ ਸ਼ਰਧਾ ਨਾਲ ਪਿਆਰ ਦੇ ਨਾਲ ਤੁਹਾਡਾ ਸਹਿਯੋਗ ਕਰੇ, ਸੇਵਾ ਤੇ ਉਹ ਤੇ ਦਾਨ ਹੈ। ਦਾਨ ਨੂੰ ਸੇਵਾ ਸਮਝਦੇ ਨੇ, ਬਰਾਤ ਦੀ ਸੇਵਾ ਕਰਦੇ ਹੋ। ਸ਼ਰਾਬ ਨਾਲ ਬੰਦਾ ਪੁੱਛੇ ਵੀ ਸੇਵਾ ਹੁੰਦੀ ਹੈ। ਇਹਨੂੰ ਭੁੱਖ ਕਹਿੰਦੇ ਨੇ, ਲਾਲਚ ਨੂੰ। ਤਾਂ ਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਲਾਲਚ ਦੀ ਭੁੱਖ ਹੈ, ਜਿਨ੍ਹਾਂ ਦੇ ਅੰਦਰ ਮਾਨਸਿਕ ਸ਼ਾਂਤੀ ਨਹੀਂ, ਜਿਨ੍ਹਾਂ ਦੇ ਅੰਦਰ ਸੰਤੋਸ਼ ਨਹੀਂ ਹੈ, ਗੁਰੂ ਉਹਨਾਂ ਨੂੰ ਆਧਾਰ ਦੇਣ ਵਾਲਾ ਹੈ। ਗੁਰੂ ਦੀ ਪਾਵਨ ਬਾਣੀ ਰਾਹੀਂ ਭੁੱਖ ਮਿਟ ਜਾਂਦੀ ਹੈ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ। ਦ੍ਰਿਸ਼ਟੀ ਦਾ ਮਤਲਬ ਨਜ਼ਰ, ਨਿਧਾਨ ਦਾ ਮਤਲਬ ਖਜ਼ਾਨੇ। ਸਾਰੇ ਸੁੱਖਾਂ ਦੇ ਖਜ਼ਾਨੇ ਜਿਸ ਰੱਬ ਦੀ ਮਿਹਰ ਦੀ ਨਜ਼ਰ ਵਿੱਚ ਨੇ। ਰੱਬ ਦੀ ਮਿਹਰ ਦੀ ਨਜ਼ਰ ਹੋ ਜਾਏ, ਗੁਰੂ ਦੀ ਮਿਹਰ ਦੀ ਨਜ਼ਰ ਹੋ ਜਾਏ ਤਾਂ ਸਾਰੇ ਸੁੱਖਾਂ ਦੇ ਖਜ਼ਾਨੇ ਮਿਲ ਜਾਂਦੇ ਨੇ। ਉਹਦੀ ਮਿਹਰ ਦੀ ਨਜ਼ਰ ਵਿੱਚ ਸਾਰੇ ਸੁੱਖਾਂ ਦੇ ਖਜ਼ਾਨੇ ਨੇ। ਤੇ ਇਹ ਚੀਜ਼ ਸਮਝ ਲੈਣਾ, ਉਹ ਖਜ਼ਾਨੇ ਮੇਰੇ ਕੋਲ ਵੀ ਭਰੇ ਪਏ ਨੇ, ਉਹ ਤੁਹਾਡੇ ਕੋਲ ਵੀ ਭਰੇ ਪਏ ਨੇ। ਪੂਰੀ ਦੁਨੀਆ ਦੇ ਜ਼ਰਰੇ ਜ਼ਰਰੇ ਦੇ ਅੰਦਰ ਸੁੱਖਾਂ ਦੇ ਖਜ਼ਾਨੇ ਨੇ। ਤੇ ਰੱਬ ਜਾਂ ਗੁਰੂ ਦੀ ਮਿਹਰ ਦਾ ਮਤਲਬ ਹੈ ਗੁਰੂ ਦਾ ਗਿਆਨ ਹਾਸਲ ਕਰਨਾ। ਜੇ ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਵੀਏ ਤਾਂ ਸਾਨੂੰ ਸਾਰੇ ਸੁੱਖਾਂ ਦੇ ਖਜ਼ਾਨੇ ਮਿਲ ਜਾਣਗੇ। ਕਿਉਂਕਿ ਸੁੱਖ ਔਰ ਦੁੱਖ ਸਾਡੀ ਸੋਚ ਤੇ ਡਿਪੈਂਡ ਕਰਦੇ ਨੇ। ਸੋਚ ਤੇ ਡਿਪੈਂਡ ਕਰਦੇ ਨੇ ਕਿ ਅਸੀਂ ਕਿਵੇਂ ਸੋਚਦੇ ਹਾਂ। ਜਿਵੇਂ ਹੁਣੇ ਥੋੜੀ ਦੇਰ ਪਹਿਲਾਂ ਤੁਸੀਂ ਬਰਸਾਤ ਦੀ ਮੌਸਮ ਦੀ ਗੱਲ ਕਰ ਰਹੇ ਸੀ ਨਾ, ਕਲਾਸ ਸ਼ੁਰੂ ਹੋਣ ਤੋਂ ਪਹਿਲਾਂ। ਤਾਂ ਹੁਣ ਮੌਸਮ ਹੈ, ਮੌਸਮ ਨੇ ਬਦਲਣਾ ਤੇ ਹੈ ਨਹੀਂ। ਬਰਸਾਤ ਹੋ ਰਹੀ ਹੈ ਤਾਂ ਬਰਸਾਤ ਤੇ ਹੋ ਹੀ ਰਹੀ ਹੈ। ਹੁਣ ਇਸ ਬਰਸਾਤ ਨੂੰ ਅਸੀਂ ਕਿਵੇਂ ਦੇਖਦੇ ਹਾਂ? ਇੱਕ ਬੰਦਾ ਤੇ ਦੇਖਦਾ ਹੈ ਕਿ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ, ਹੁਣ ਬਿਜਲੀ ਕੜਕੇਗੀ, ਕਿਸੇ ਦੇ ਉੱਤੇ ਬਿਜਲੀ ਡਿੱਗੇਗੀ, ਲੋਕ ਮਰਨਗੇ, ਮੀਂਹ ਆਏਗਾ, ਹੜ੍ਹ ਆ ਜਾਣਗੇ, ਸ਼ਹਿਰ ਰੁੜ ਜਾਣਗੇ, ਫਸਲਾਂ ਦੀ ਬਰਬਾਦੀ ਹੋ ਜਾਏਗੀ, ਬਾਹਰ ਨਹੀਂ ਨਿਕਲਿਆ ਜਾਣਾ। ਕੁਛ ਇੱਕ ਤਾਂ ਨੈਗੇਟਿਵ ਸੋਚੀ ਜਾ ਰਿਹਾ ਤੇ ਦੂਜਾ ਬਰਸਾਤ ਬਾਰੇ ਸੋਚਦਾ ਹੈ ਕਿ ਬਰਸਾਤ ਪੈਗੀ, ਪਹਾੜਾਂ ਦੇ ਉੱਤੇ ਹਰਿਆਵਲ ਹੋਏਗੀ, ਨਦੀਆਂ ਵਿੱਚ ਪਾਣੀ ਆਏਗਾ, ਫਸਲਾਂ ਹਰੀਆਂ ਹੋਣਗੀਆਂ, ਸ਼ਾਂਤੀ ਬਣੇਗੀ। ਚਲੋ ਹੋਰ ਨਹੀਂ ਤੇ ਅੱਜ ਬਰਸਾਤ ਤੇ ਹੁਣ ਪੂੜੇ ਹੀ ਕੱਢ ਕੇ ਖਾ ਲੈਂਦੇ ਆ, ਪਕੌੜੇ ਖਾਂਦੇ ਆ। ਕਹਿਣ ਤੋਂ ਭਾਵ ਉਹ ਪੋਜ਼ਿਟਿਵ ਸੋਚ ਰਿਹਾ। ਜ਼ਿੰਦਗੀ ਜੀਣ ਦਾ ਢੰਗ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਸੁੱਖ ਪੈਦਾ ਕਰੋਗੇ ਜਾਂ ਦੁੱਖ ਪੈਦਾ ਕਰੋਗੇ। ਇਸ ਲਈ ਗੁਰੂ ਦੇ ਗਿਆਨ ਦੇ ਅੰਦਰ ਸਾਰੇ ਸੁੱਖਾਂ ਦੇ ਖਜ਼ਾਨੇ ਨੇ। ਜੇ ਬੰਦਾ ਗਿਆਨ ਦੀ ਸਹੀ ਵਰਤੋਂ ਕਰੇ ਤਾਂ ਹਰ ਥਾਂ ਤੇ ਸੁੱਖ ਹੈ। ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਗਿਆਨ ਦੇ ਨਾਲ ਕਿਸੇ ਡਾਕਟਰ ਨੇ, ਵਿਗਿਆਨਕਾਂ ਨੇ ਅੰਗੂਰਾਂ ਤੋਂ ਦਵਾਈ ਬਣਾ ਲਈ, ਅੰਗੂਰ ਤੋਂ ਦਵਾਈ ਬਣਾਈ, ਉਸ ਦਵਾਈ ਦੇ ਨਾਲ ਕਈਆਂ ਦੇ ਰੋਗ ਦੂਰ ਹੋਏ। ਤੇ ਦੂਜੇ ਬੰਦੇ ਨੇ ਉਸੇ ਗਿਆਨ ਨੂੰ ਵਰਤ ਕੇ, ਆਪਣੇ ਗਿਆਨ ਨੂੰ, ਤੇ ਅੰਗੂਰਾਂ ਤੋਂ ਸ਼ਰਾਬ ਬਣਾ ਲਈ ਤੇ ਸ਼ਰਾਬ ਦੇ ਨਾਲ ਆਪਣੀਆਂ ਕਿਡਨੀਆਂ ਖਰਾਬ ਕਰ ਲਈਆਂ, ਆਪਣਾ ਲੀਵਰ ਖਰਾਬ ਕਰ ਲਿਆ, ਪੈਸੇ ਖਰਾਬ ਕਰ ਲਏ, ਰਿਸ਼ਤੇ ਨਾਤੇ ਖਰਾਬ ਕਰ ਲਏ। ਦਿਮਾਗ ਦੋਵਾਂ ਨੇ ਵਰਤਿਆ, ਕਿਉਂਕਿ ਦਿਮਾਗ ਵਰਤਨ ਤੋਂ ਬਿਨਾਂ ਬੁਰਾਈ ਵੀ ਨਹੀਂ ਹੁੰਦੀ। ਬੁਰਾਈਆਂ ਵਾਸਤੇ ਦਿਮਾਗ ਚਾਹੀਦਾ ਨਾ। ਜੇ ਘਰ ਬੈਠੇ ਕਿਸ ਦਾ ਬੈਂਕ ਖਾਤਾ ਹੈਕ ਕਰਨਾ ਤੇ ਐਵੇਂ ਥੋੜੀ ਸਾਡੇ ਵਰਗਾ ਥੋੜਾ ਕਰ ਸਕਦੇ ਨੇ, ਗਿਆਨ ਚਾਹੀਦਾ ਨਾ। ਲੇਕਿਨ ਉਸ ਗਿਆਨ ਦੀ ਗਲਤ ਵਰਤੋਂ ਹੈ। ਜੇ ਗਿਆਨ ਦੀ ਵਰਤੋਂ ਸਹੀ ਕਰੋਗੇ, ਜ਼ਿੰਦਗੀ ਅੰਦਰ ਸੁੱਖ ਪੈਦਾ ਹੋਣਗੇ। ਗਿਆਨ ਦੀ ਵਰਤੋਂ ਗਲਤ ਕਰੋਗੇ, ਜ਼ਿੰਦਗੀ ਵਿੱਚ ਦੁੱਖ ਪੈਦਾ ਹੋਣਗੇ। ਚੁਆਇਸ ਤੁਹਾਡੀ ਆਪਣੀ ਹੈ। ਸੁੱਖ ਚਾਹੁੰਦੇ ਹੋ, ਦੁੱਖ ਚਾਹੁੰਦੇ ਹੋ। ਘਰ ਦੇ ਅੰਦਰ ਪਤੀ ਪਤਨੀ ਨੇ, ਭੈਣ ਭਰਾ ਨੇ, ਜ਼ਬਾਨ ਨੂੰ ਤੁਸੀਂ ਕਿਵੇਂ ਵਰਤੋਗੇ? ਪਿਆਰ ਮੁਹੱਬਤ ਲਈ ਜਾਂ ਕਿ ਦੂਰੀਆਂ ਵਧਾਉਣ ਲਈ? ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਦੇ ਗਿਆਨ ਦੇ ਅੰਦਰ ਸਾਰੇ ਖਜ਼ਾਨੇ ਨੇ ਸੁੱਖਾਂ ਦੇ। ਇਸ ਲਈ ਤੁਸੀਂ ਸੁੱਖ ਮਾਣ ਸਕਦੇ ਹੋ ਗੁਰੂ ਜੀ ਤੋਂ ਵੇ ਆਫ ਲਾਈਫ ਲੈ ਕੇ। ਪੁਰਬ ਲਿਖੇ ਕਾ ਲਹਿਣਾ ਪਾਹੇ। ਲਹਿਣਾ ਦਾ ਮਤਲਬ ਪਿਛਲੇ ਕੰਮਾਂ ਦਾ ਲੇਖਾ, ਜੋ ਲਿਖਿਆ ਹੋਇਆ ਹੈ ਉਹਦਾ ਫਲ ਮਿਲਦਾ ਹੈ। ਪੁਰਬ ਲਿਖੇ ਕਾ, ਪਿਛਲੇ ਲੇਖਾਂ ਦਾ ਫਲ ਮਿਲਦਾ ਹੈ।
ਇਸ ਪੰਕਤੀ ਦੀ ਵਿਆਖਿਆ ਜਿਹੜੀ ਹੈ, ਇੰਟਰਪ੍ਰੀਟੇਸ਼ਨ ਹੈ, ਬਹੁਤ ਗਲਤ ਕੀਤਾ ਗਿਆ ਹੈ ਔਰ ਇਹਨੇ ਆਮ ਜੋ ਬੰਦਾ ਹੈ ਉਹਨੂੰ ਕੁਰਾਏ ਪਾਇਆ ਹੈ। ਤੇ ਇਹਨਾਂ ਕਿਸਮਤ ਕਰਕੇ ਔਰ ਲੇਖਾ ਜੋਖਾ ਕਰਕੇ ਜਿਹੜਾ ਪੁਜਾਰੀ ਵਰਗ ਹੈ ਉਹਨੇ ਆਮ ਮਨੁੱਖਤਾ ਨੂੰ ਲੁੱਟਿਆ ਹੈ, ਆਰਥਿਕ ਔਰ ਮਾਨਸਿਕ ਤੌਰ ਤੇ ਲੁੱਟ ਕੀਤੀ ਹੈ ਔਰ ਬੰਦੇ ਦੇ ਰਾਹਾਂ ਦੇ ਅੰਦਰ, ਤਰੱਕੀ ਦੇ ਰਾਹਾਂ ਦੇ ਅੰਦਰ ਬਹੁਤ ਸਾਰੇ ਰੋੜੇ ਅਟਕਾਏ ਨੇ। ਜੇ ਕਿਸੇ ਨੂੰ ਦੁੱਖ ਹੈ ਨਾ ਤੇ ਉਹਨੂੰ ਕਹਿ ਦਿੱਤਾ ਤੇਰੀ ਕਿਸਮਤ 'ਚ ਲਿਖਿਆ ਹੈ ਪਿਛਲੇ ਜਨਮਾਂ ਦਾ ਫਲ ਹੈ, ਤੈਨੂੰ ਭੋਗਣਾ ਪੈਣਾ। ਹੁਣ ਅਗਲਾ ਸੋਚਦਾ ਵੀ ਯਾਰ ਪਿਛਲੇ ਜਨਮਾਂ ਦਾ ਫਲ ਹੈ, ਮੇਰੀ ਕਿਸਮਤ 'ਚ ਲਿਖਿਆ ਤੇ ਭੋਗਣਾ ਹੀ ਪੈਣਾ, ਤਾਂ ਉਹ ਅਵੇਸਲਾ ਹੋ ਗਿਆ ਨਾ, ਦੁੱਖ ਭੋਗ ਹੀ ਜਾਏਗਾ ਸਾਰੀ ਜ਼ਿੰਦਗੀ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਗਏ ਨਾ ਭਾਈ ਲਾਲੋ ਦੇ ਕੋਲ, ਤੇ ਮਲਕ ਭਾਗੋ ਦੇ ਘਰ ਲੱਗਾ ਸੀ ਉਦੋਂ ਲੰਗਰ, ਪੂੜੇ, ਖੀਰ ਵਗੈਰਾ। ਗੁਰੂ ਨਾਨਕ ਦੇਵ ਜੀ ਨੂੰ ਬੁਲਾਇਆ, ਗੁਰੂ ਨਾਨਕ ਦੇਵ ਜੀ ਨਹੀਂ ਗਏ, ਬਾਰ-ਬਾਰ ਬੁਲਾਉਣ ਤੇ ਜਦੋਂ ਗਏ ਔਰ ਉੱਥੇ ਜਾ ਕੇ ਉਹਨੇ ਕਿਹਾ ਜਦੋਂ ਮਲਕ ਭਾਗੋ ਨੇ ਕਿ ਬਾਬਾ ਵੇਖ ਮੇਰੇ ਘਰ ਦੇਸੀ ਘਿਓ ਦੇ ਪੂੜੇ, ਦੇਸੀ ਘਿਓ ਦੀਆਂ ਜਲੇਬੀਆਂ, ਖੀਰ, ਕੜਾ, ਕਿੰਨਾ ਦਹੀਂ ਭੱਲੇ, ਕਿੰਨਾ ਕੁਛ ਬਣਿਆ ਹੋਇਆ ਹੈ, ਕਿੰਨੇ ਸੋਹਣੇ ਬੈੱਡ ਲੱਗੇ ਨੇ, ਕਿੰਨਾ ਸੋਹਣਾ ਮੇਰਾ ਮਹਿਲ ਹੈ, ਤੇ ਜਿਸ ਭਾਈ ਲਾਲੋ ਦੇ ਘਰ ਰਹਿ ਰਿਹਾ ਰੁੱਖੀ ਰੋਟੀ, ਅਲਾਣੇ ਮੰਜੇ, ਮੇਰੇ ਘਰ ਵਿੱਚ ਕਿਉਂ ਨਹੀਂ ਆਇਆ? ਇੰਨੀ ਸਫਾਈ ਦੇ ਨਾਲ ਬਣੇ ਨੇ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਭੱਲੇ ਪੁਰਸ਼ਾ, ਇਹ ਦੇਸੀ ਘਿਓ ਵਿੱਚ ਨਹੀਂ ਤਲੇ, ਇਹ ਇਹਨਾਂ ਗਰੀਬਾਂ ਦੇ ਖੂਨ ਵਿੱਚ ਤਲੇ ਹੋਏ ਨੇ। ਤੇ ਉੱਥੇ ਸਵਾਲ ਕੀਤਾ ਵੀ ਤੁਸੀਂ ਗਰੀਬ ਕਿਉਂ ਹੋ ਤੇ ਇਹ ਅਮੀਰ ਕਿਉਂ ਹੈ? ਤੇ ਜਿਹੜੇ ਉੱਥੇ ਪੁਜਾਰੀ ਬੈਠੇ ਸਨ ਨਾ, ਉਹਨੇ ਉੱਤਰ ਦਿੱਤਾ ਵੀ ਇਹ ਗਰੀਬ ਤਾਂ ਨੇ, ਇਹਨਾਂ ਦੀ ਕਿਸਮਤ ਲਿਖੀ ਰੱਬ ਨੇ ਵੀ ਗਰੀਬ ਰਹਿਣਗੇ, ਇਹਨਾਂ ਦੀ ਪਿਛਲੇ ਜਨਮਾਂ ਦੇ ਫਲ ਨੇ, ਇਹ ਗਰੀਬੀ ਇਹਨਾਂ ਦੀ ਕਿਸਮਤ ਵਿੱਚ ਲਿਖੀ ਹੈ। ਤੇ ਇਹ ਬਾਦਸ਼ਾਹ ਦੀ ਕਿਸਮਤ ਵਿੱਚ ਅਮੀਰੀ ਲਿਖੀ ਹੈ ਤਾਂ ਇਹ ਅਮੀਰ ਹੈ। ਹੁਣ ਲੋਕਾਂ ਨੇ ਇਸ ਚੀਜ਼ ਨੂੰ ਮੰਨ ਲਿਆ ਤੇ ਜਿਹੜਾ ਬਾਦਸ਼ਾਹ ਹੈ ਉਹ ਉਹਨਾਂ ਦਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਕਰੀ ਜਾ ਰਿਹਾ ਹੈ। ਤੇ ਬ੍ਰਾਹਮਣ ਨੇ ਜਾਂ ਪੁਜਾਰੀ ਨੇ ਇਹ ਗੱਲ ਲਿਖਣ ਵਾਸਤੇ ਆਪਣੇ ਵਾਸਤੇ ਵੀ ਲਿਖ ਲਿਆ ਕਿ ਜਿਹੜਾ ਪੁਜਾਰੀ ਹੈ, ਜੇਕਰ ਉਹ ਚੋਰੀ ਕਰਨ ਦੀ ਲੋੜ ਉਹਨੂੰ ਪੈਂਦੀ ਹੈ ਤਾਂ ਇਹਦੀ ਸਜ਼ਾ ਪੁਜਾਰੀ ਨੂੰ, ਬ੍ਰਾਹਮਣ ਨੂੰ ਨਹੀਂ ਮਿਲਣੀ ਚਾਹੀਦੀ, ਬਾਦਸ਼ਾਹ ਨੂੰ ਮਿਲਣੀ ਚਾਹੀਦੀ ਹੈ, ਕਿਉਂਕਿ ਉਸ ਬਾਦਸ਼ਾਹ ਨੇ ਪੁਜਾਰੀ ਦਾ ਇੰਤਜ਼ਾਮ ਨਹੀਂ ਕੀਤਾ ਤਾਂ ਉਹਨੇ ਚੋਰੀ ਕੀਤੀ ਹੈ। ਅਖੌਤੀ ਨੀਵੀਂ ਜਾਤਾਂ ਦਾ ਬੰਦਾ ਜੇ ਕਰੈਕਟਰ ਦਾ ਉੱਚਾ ਸੁੱਚਾ ਹੋਵੇ ਤਾਂ ਵੀ ਉਹ ਪੂਜਣ ਯੋਗ ਨਹੀਂ, ਪਰ ਜਿਹੜਾ ਬ੍ਰਾਹਮਣ ਹੈ ਉਹ ਕਰੈਕਟਰਲੈਸ ਵੀ ਹੋਵੇ ਤਾਂ ਵੀ ਉਹ ਪੂਜਣ ਯੋਗ ਹੈ। ਇਹ ਰਾਜਨੀਤਿਕ ਲੋਕਾਂ ਨੇ ਔਰ ਪੁਜਾਰੀ ਨੇ ਮਿਲ ਕੇ ਆਮ ਜਨਤਾ ਦਾ ਸ਼ੋਸ਼ਣ ਕੀਤਾ। ਗੁਰੂ ਨਾਨਕ ਦੇਵ ਨੇ ਕਿਹਾ ਭਲਿਓ ਕਿਸਮਤ ਕਰਕੇ ਨਹੀਂ ਗਰੀਬ, ਤੁਸੀਂ ਸਿਸਟਮ ਕਰਕੇ ਗਰੀਬ ਹੋ। ਇਹ ਮਲਕ ਭਾਗੋ ਵਰਗੇ ਤੁਹਾਨੂੰ ਲੁੱਟ ਰਹੇ ਨੇ। ਇਹ ਜੋ ਜ਼ਮੀਨ ਹੈ ਇਹ ਕਿਸਾਨ ਦੀ ਹੋਣੀ ਚਾਹੀਦੀ ਹੈ। ਤੁਹਾਡਾ ਆਰਥਿਕ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ, ਤੁਹਾਡੇ ਇਹ ਹੱਕ ਖਾ ਰਿਹਾ ਹੈ, ਤਾਂ ਤੁਸੀਂ ਗਰੀਬ ਹੋ ਕਿਉਂਕਿ ਤੁਸੀਂ ਆਪਣੇ ਹੱਕ ਨਹੀਂ ਮੰਗ ਰਹੇ। ਸਿਸਟਮ ਕਰਕੇ ਗਰੀਬੀ ਹੈ, ਕਿਸਮਤ ਕਰਕੇ ਨਹੀਂ। ਹੁਣ ਇਹਨਾਂ ਦੇਸ਼ਾਂ ਵੱਲ ਅਸੀਂ ਦੇਖਦੇ ਹਾਂ, ਇੱਥੇ ਸਾਰਿਆਂ ਨੂੰ ਰੋਟੀ ਪਾਣੀ ਮਿਲਦਾ ਹੈ ਨਾ, ਤੇ ਇੰਡੀਆ ਪ੍ਰੋਬਲਮ ਹੈ ਨਾ, ਤਾਂ ਇਹਦਾ ਮਤਲਬ ਵੀ ਸਾਰੇ ਚੰਗੀ ਕਿਸਮਤ ਵਾਲੇ ਇੱਥੇ ਨੇ ਲੋਕ, ਇੰਡੀਆ ਸਾਰੇ ਮਾੜੀ ਕਿਸਮਤ ਵਾਲੇ ਨੇ, ਪਾਕਿਸਤਾਨ, ਬੰਗਲਾਦੇਸ਼ ਜਾਂ ਅਫਗਾਨਿਸਤਾਨ ਮਾੜੀ ਕਿਸਮਤ ਵਾਲੇ ਨੇ। ਕਿਸਮਤ ਕਰਕੇ ਦੁੱਖ ਨਹੀਂ, ਸਿਸਟਮ ਕਰਕੇ ਦੁੱਖ ਹੈ, ਕਿਉਂਕਿ ਅਸੀਂ ਸਿਸਟਮ ਨੂੰ ਉੱਥੇ ਗੰਧਲਾ ਕੀਤਾ ਹੈ, ਗੰਦਾ ਕੀਤਾ ਹੈ। ਜਿੱਥੇ 2 ਬੋਤਲਾਂ ਸ਼ਰਾਬ ਦੀਆਂ ਲੈ ਕੇ ਤੁਸੀਂ ਵੋਟ ਦਿਓਗੇ, ਫਿਰ 5 ਸਾਲ ਜੁੱਤੀਆਂ ਖਾਓਗੇ, ਹੋਰ ਕੀ ਕਰੋਗੇ? ਸਿਸਟਮ ਗਲਤ ਹੈ। ਇਸ ਲਈ ਪੁਰਬ ਲਿਖੇ ਕਾ ਲਹਿਣਾ ਪਾਹੇ, ਪੁਰਬ ਦਾ ਮਤਲਬ ਪਿਛਲੇ ਜਨਮ ਨਹੀਂ, ਇਹ ਜਨਮ ਦਾ ਪਾਸਟ ਜੋ ਬੀਤਿਆ ਹੈ, ਜਿਹੜਾ ਹੁਣ ਤੱਕ ਮੈਂ ਕੱਲ ਤੱਕ ਜਾਂ ਅੱਜ ਤੱਕ ਜ਼ਿੰਦਗੀ ਜੀ ਚੁੱਕਾ ਹਾਂ, ਇਹਦੇ ਵਿੱਚ ਜੋ ਮੈਂ ਲਿਖਿਆ ਹੈ, ਜੈਸਾ ਮੈਂ ਆਪਣਾ ਸੁਭਾਅ ਬਣਾ ਲਿਆ ਹੈ, ਉਹਦੇ ਲਿਖੇ ਹੋਏ ਦਾ ਅਸੀਂ ਚੀਜ਼ਾਂ ਪਾਉਂਦੇ ਹਾਂ। ਇੱਥੇ ਸਾਡੀ ਜ਼ਿੰਦਗੀ ਵਿੱਚ ਲੇਖ ਕਿਵੇਂ ਲਿਖੇ ਜਾਂਦੇ ਨੇ? ਕਿਉਂਕਿ ਕੁਝ ਇਵੈਂਟਸ ਨੇ, ਇਵੈਂਟ ਨੇ। ਜਦੋਂ ਤੁਹਾਡੇ ਸਾਹਮਣੇ ਕੋਈ ਇਵੈਂਟ ਹੁੰਦਾ ਹੈ, ਕੋਈ ਘਟਨਾ ਘਟਦੀ ਹੈ, ਉਸ ਇਵੈਂਟ ਦੇ ਵਿੱਚੋਂ ਸਾਡੇ ਅੰਦਰ ਕੁਝ ਥਾਟਸ ਪੈਦਾ ਹੁੰਦੇ ਨੇ, ਵਿਚਾਰ ਪੈਦਾ ਹੁੰਦੇ ਨੇ, ਤੇ ਜੋ ਸਾਡੇ ਅੰਦਰ ਥਾਟਸ ਪੈਦਾ ਹੁੰਦੇ ਨੇ ਉਹਦੇ ਤੋਂ ਸਾਡੇ ਅੰਦਰ ਇਮੋਸ਼ਨਸ ਪੈਦਾ ਹੁੰਦੇ ਨੇ, ਤੇ ਉਸ ਇਮੋਸ਼ਨਸ ਕਰਕੇ ਸਾਡੇ ਅੰਦਰ ਸਰੀਰਕ ਸਿੰਪਟਮ ਪੈਦਾ ਹੁੰਦੇ ਨੇ ਔਰ ਮਾਨਸਿਕ ਸਿੰਪਟਮ ਪੈਦਾ ਹੁੰਦੇ ਨੇ। ਤੇ ਉਹ ਜੋ ਇਮੋਸ਼ਨਸ ਨੇ ਉਹ ਇੱਕ ਨਵੀਂ ਸਿਚੁਏਸ਼ਨ ਕ੍ਰੀਏਟ ਕਰਦੇ ਨੇ। ਉਹ ਨਵੀਂ ਸਿਚੁਏਸ਼ਨ ਦੇ ਵਿੱਚੋਂ ਫਿਰ ਥਾਟਸ ਪੈਦਾ ਹੁੰਦੇ ਨੇ, ਥਾਟਸ ਦੇ ਅੰਦਰੋਂ ਫਿਰ ਇਮੋਸ਼ਨ ਪੈਦਾ ਹੁੰਦੇ ਨੇ, ਉਹ ਇਮੋਸ਼ਨ ਇੱਕ ਹੋਰ ਸਿਚੁਏਸ਼ਨ ਕ੍ਰੀਏਟ ਕਰਦੇ ਨੇ। ਇਹਨੂੰ ਕਹਿੰਦੇ ਨੇ ਲਿਖਣਾ। ਇੱਕ ਗੇੜ ਚੱਲ ਜਾਂਦਾ ਹੈ, ਸਰਕਲ ਚੱਲ ਜਾਂਦਾ ਹੈ, ਤੇ ਫਿਰ ਬੰਦੇ ਦਾ ਸੁਭਾਅ ਬਣਦਾ ਜਾਂਦਾ ਹੈ।
ਵੈਸਾ ਹੀ ਬੰਦਾ ਕਰਮ ਕਰਦਾ ਜਾਂਦਾ ਹੈ ਔਰ ਉਸ ਕਰਮ ਮੁਤਾਬਕ ਹੀ ਉਸ ਬੰਦੇ ਨੂੰ ਫਲ ਮਿਲਦਾ ਹੈ। ਹੁਣ ਆਪਣੇ ਪਾਸਟ ਵਿੱਚ ਸੋਚੋ, ਜਿਵੇਂ ਮੈਂ ਪਿੱਛੇ ਗੱਲ ਕਰ ਰਿਹਾ ਸੀ ਨਾ, ਇੱਕ ਇਵੈਂਟ ਹੈ, ਉਸ ਇਵੈਂਟ ਦੇ ਅੰਦਰ 10 ਬੰਦੇ ਅਲੱਗ-ਅਲੱਗ ਸੋਚ ਰਹੇ ਨੇ। ਜਿਵੇਂ ਮੈਂ 2 ਮਿੰਟ ਪਹਿਲਾਂ ਹੀ ਗੱਲ ਕਰ ਰਿਹਾ ਸਾਂ ਕਿ ਤੁਹਾਡਾ ਕੋਈ ਸੱਜਣ ਮਿੱਤਰ, ਤੁਸੀਂ ਬਾਜ਼ਾਰ ਗਏ ਤੇ ਉਹ ਬੋਲਿਆ ਨਹੀਂ ਤੁਹਾਡੇ ਨਾਲ, ਤਾਂ ਇੱਕ ਬੰਦਾ ਤੇ ਸੋਚ ਰਿਹਾ ਹੈ ਇਹ ਹੰਕਾਰੀ ਹੈ, ਦੂਜਾ ਬੰਦਾ ਇਹ ਸੋਚ ਰਿਹਾ ਹੈ ਕਿ ਯਾਰ ਇਹਨੇ ਮੈਨੂੰ ਇਗਨੋਰ ਕੀਤਾ ਹੈ, ਜਦੋਂ ਦੁਬਾਰਾ ਮਿਲੇਗਾ ਮੈਂ ਤੋਂ ਬਦਲਾ ਲਵਾਂਗਾ, ਤਾਂ ਅੰਦਰ ਬਦਲੇ ਦੀ ਅੱਗ ਭੜਕ ਰਹੀ ਹੈ। ਤੀਜਾ ਬੰਦਾ ਇਹ ਸੋਚ ਰਿਹਾ ਹੈ ਕਿ ਮੇਰੇ ਅੰਦਰ ਗੁਣ ਨਹੀਂ ਹੈ, ਮੈਂ ਪਹਿਲਾਂ ਵਰਗਾ ਇੰਜੋਇੰਗ ਨਹੀਂ ਰਿਹਾ, ਤਾਂ ਕਰਕੇ ਇਹਨੇ ਮੈਨੂੰ ਮੇਰਾ ਸਾਥ ਛੱਡਤਾ ਹੈ, ਤਾਂ ਉਹਦੇ ਅੰਦਰ ਹੀਨ ਭਾਵਨਾ ਆ ਰਹੀ ਹੈ, ਡਿਪਰੈਸਡ ਮਹਿਸੂਸ ਕਰ ਰਿਹਾ ਹੈ। ਚੌਥਾ ਬੰਦਾ ਇਹ ਸੋਚਦਾ ਹੈ ਕਿ ਇਹਨੇ ਮੇਰੇ ਨਾਲ ਇਹੋ ਜਿਹਾ ਵਿਹਾਰ ਕੀਤਾ ਨਾ, ਤੇ ਜਦੋਂ ਦੁਬਾਰਾ ਮਿਲੇਗਾ ਫਿਰ ਇਹੋ ਜਿਹਾ ਵਿਹਾਰ ਕਰੇਗਾ, ਤੇ ਫਿਰ ਮੈਂ ਇਹਨੂੰ ਦੱਸਾਂਗਾ ਕਿ ਭਲੇ ਪੁਰਸ਼ਾ ਤੂੰ ਪਹਿਲਾਂ ਵੀ ਮੇਰੇ ਨਾਲ ਇੰਨਾ ਮਾੜਾ ਵਿਹਾਰ ਕੀਤਾ ਸੀ, ਫਿਰ ਮੈਂ ਇਹਨੂੰ ਦੱਸਾਂਗਾ, ਤੇ ਉਹਦੇ ਅੰਦਰ ਖੁਸ਼ੀ ਮਹਿਸੂਸ ਹੋ ਰਹੀ ਹੈ। ਯਾਨੀ ਇਵੈਂਟ ਇੱਕ ਹੀ ਹੈ, 10 ਬੰਦੇ 10 ਤਰ੍ਹਾਂ ਸੋਚ ਰਹੇ ਨੇ, ਉਹ ਆਪਣੇ ਅੰਦਰ ਲਿਖ ਰਹੇ ਨੇ, ਉਹ ਸਬਕੌਂਸ਼ੀਅਸ ਮਾਈਂਡ ਅੰਦਰ ਜਾ ਰਿਹਾ ਹੈ, ਉਹ ਸਾਡੇ ਵਿਚਾਰ ਬਣ ਰਹੇ ਨੇ, ਸਬਕੌਂਸ਼ੀਅਸ ਮਾਈਂਡ ਅੰਦਰੋਂ ਕੌਂਸ਼ੀਅਸ ਮਾਈਂਡ ਨੂੰ ਸਿਗਨਲ ਮਿਲ ਰਹੇ ਨੇ, ਵੈਸੇ ਹੀ ਤੁਸੀਂ ਜ਼ਿੰਦਗੀ ਜੀ ਰਹੇ ਹੋ, ਵੈਸਾ ਹੀ ਤੁਹਾਨੂੰ ਫਲ ਮਿਲ ਰਿਹਾ। ਇਸ ਲਈ ਅਸੀਂ ਕਿਸਮਤ ਆਪਣੀ ਆਪ ਲਿਖਦੇ ਹਾਂ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕਿਛ ਤਿਸਕਾ ਉਹ ਕਰਨੇ ਜੋਗ। ਜੋ ਵੀ ਆ ਸੰਸਾਰ ਹੈ ਇਹ ਸਾਰਾ ਰੱਬ ਦਾ ਪੈਦਾ ਕੀਤਾ ਹੋਇਆ ਹੈ, ਉਹ ਸਭ ਕੁਝ ਕਰਨ ਦੇ ਸਮਰੱਥ ਹੈ। ਕੋਈ ਐਸਾ ਕੰਮ ਨਹੀਂ ਜੋ ਰੱਬ ਨਹੀਂ ਕਰ ਸਕਦਾ। ਉਹ ਰੱਬ ਹੀ ਕਾਹਦਾ ਹੋਇਆ ਜਿਹੜਾ ਕੋਈ ਕੰਮ ਨਹੀਂ ਕਰ ਸਕਦਾ, ਸਰਬ ਸ਼ਕਤੀਮਾਨ ਹੈ, ਸਾਰਾ ਕੁਝ ਉਹਦਾ ਪੈਦਾ ਕੀਤਾ ਹੋਇਆ ਹੈ, ਉਹ ਸਭ ਕੁਝ ਕਰ ਸਕਦਾ ਹੈ, ਪਾਵਰਫੁਲ ਹੈ, ਸਰਬ ਸ਼ਕਤੀਮਾਨ ਹੈ। ਤੇ ਯਾਦ ਰੱਖਣਾ, ਉਹ ਜੋ ਸਭ ਕੁਝ ਕਰ ਸਕਦਾ ਹੈ ਉਹ ਹੈ ਕਿੱਥੇ? ਉੱਤੇ ਨਹੀਂ ਬੈਠਾ ਹੋਇਆ ਆਕਾਸ਼ ਵਿੱਚ, ਉਹ ਕਿਤੇ ਵੱਖਰੇ ਸੱਚਖੰਡ ਵਿੱਚ ਨਹੀਂ, ਕਿਤੇ ਵੱਖਰੇ ਸਵਰਗ ਵਿੱਚ ਨਹੀਂ, ਕਿਸੇ ਵੱਖਰੀ ਜੰਨਤ ਵਿੱਚ ਨਹੀਂ, ਉਹ ਸਾਰੀਆਂ ਤਾਕਤਾਂ ਦਾ ਮਾਲਕ ਤੁਹਾਡੇ ਅੰਦਰ ਬੈਠਾ ਹੋਇਆ ਹੈ, ਹਰ ਇੱਕ ਦੇ ਅੰਦਰ ਹੈ। ਘਟ ਘਟ ਮੈਂ ਹਰ ਜੂ ਵਸੈ, ਇਹਦਾ ਮਤਲਬ ਸਭ ਕੁਝ ਕਰਨ ਦੀ ਸਮਰੱਥਾ ਹਰ ਇਨਸਾਨ ਦੇ ਅੰਦਰ ਮੌਜੂਦ ਹੈ। ਤੁਸੀਂ ਸਭ ਕੁਝ ਕਰ ਸਕਦੇ ਹੋ। ਇਸ ਦੁਨੀਆ ਵਿੱਚ ਕੁਝ ਵੀ ਇੰਪੋਸੀਬਲ ਨਹੀਂ ਹੈ। ਇੰਪੋਸੀਬਲ ਸ਼ਬਦ ਮੂਰਖਾਂ ਦੀ ਡਿਕਸ਼ਨਰੀ ਦਾ ਸ਼ਿੰਗਾਰ ਹੈ। ਇਸ ਦੁਨੀਆ ਵਿੱਚ ਆਇਨਸਟਾਈਨ ਨੂੰ ਕੌਣ ਨਹੀਂ ਜਾਣਦਾ? ਜਿਹੜਾ ਥੋੜਾ ਜਿਹਾ ਵੀ ਪੜਿਆ ਹੈ ਉਹ ਆਇਨਸਟਾਈਨ ਦਾ ਨਾਮ ਜਾਣਦਾ ਹੈ। ਤੇ ਜੋ ਲਿਖਤਾਂ ਮਿਲਦੀਆਂ ਨੇ ਉਹਨਾਂ ਵਿੱਚ ਮਿਲਦਾ ਹੈ ਕਿ ਆਇਨਸਟਾਈਨ ਇੱਕ ਮੰਦਬੁੱਧੀ ਬੱਚਾ ਸੀ, ਬੜਾ ਕਮਜ਼ੋਰ ਬੱਚਾ ਸੀ, ਪੜ੍ਹਾਈ ਵਿੱਚ ਬੜਾ ਕਮਜ਼ੋਰ ਸੀ। ਇਹ ਗੱਲ ਮੈਂ ਆਪ ਨਾਲ ਪਹਿਲਾਂ ਵੀ ਕਈ ਵਾਰ ਸਾਂਝੀ ਕੀਤੀ ਹੈ। ਇਹਨੂੰ ਪੜ੍ਹਾਈ ਨਹੀਂ ਸੀ ਆਉਂਦੀ, ਤੇ ਇੱਕ ਦਿਨ ਇਸਨੇ ਆਪਣੇ ਟੀਚਰ ਤੋਂ ਪੁੱਛਿਆ ਕਿ ਮਾਸਟਰ ਜੀ ਮੈਂ ਵੀ ਇਹਨਾਂ ਬੱਚਿਆਂ ਦੀ ਤਰ੍ਹਾਂ ਹੁਸ਼ਿਆਰ ਹੋ ਸਕਦਾ? ਟੀਚਰ ਬੜਾ ਚੰਗਾ ਸੀ, ਪੋਜ਼ਿਟਿਵ ਸੋਚਣ ਵਾਲਾ ਸੀ। ਇਹਨੇ ਆਪਣੇ ਗਲੇ ਨਾਲ ਲਾਇਆ, ਪਿਆਰ ਦਿੱਤਾ, ਕਹਿਣ ਲੱਗਾ ਹਾਂ ਆਇਨਸਟਾਈਨ ਤੂੰ ਵੀ ਹੁਸ਼ਿਆਰ ਹੋ ਸਕਦਾ ਹੈ। ਇਹਨਾਂ ਬੱਚਿਆਂ ਤੋਂ ਕੀ, ਤੂੰ ਸਾਰੀ ਦੁਨੀਆ ਤੋਂ ਹੁਸ਼ਿਆਰ ਹੋ ਸਕਦਾ, ਤੇਰੇ ਅੰਦਰ ਪੋਸੀਬਿਲਿਟੀਜ਼ ਨੇ। ਤੇ ਕਹਿਣ ਲੱਗਾ ਮਾਸਟਰ ਜੀ ਸ਼ੋਰ? ਕਹਿੰਦਾ ਸ਼ੋਰ। ਕਹਿੰਦਾ ਕਿਵੇਂ? ਕਹਿੰਦਾ ਅਭਿਆਸ ਦੇ ਨਾਲ, ਪ੍ਰੈਕਟਿਸ ਦੇ ਨਾਲ। ਪ੍ਰੈਕਟਿਸ ਕਰ, ਅਭਿਆਸ ਕਰ, ਤੂੰ ਦੁਨੀਆ ਦਾ ਸਭ ਤੋਂ ਹੁਸ਼ਿਆਰ ਬੱਚਾ ਹੋ ਸਕਦਾ। ਤੇ ਆਇਨਸਟਾਈਨ ਆਪਣੀ ਜੀਵਨੀ ਲਿਖਦਾ ਹੋਇਆ ਲਿਖਦਾ ਹੈ ਕਿ ਦੂਜੀ ਗੱਲ ਮੇਰੇ ਪਿਓ ਨੇ ਕਹੀ ਸੀ ਕਿ ਇਹ ਆਇਨਸਟਾਈਨ ਇਸ ਦੁਨੀਆ ਦੇ ਅੰਦਰ ਇੱਕ ਸਰਬ ਸ਼ਕਤੀਮਾਨ ਤਾਕਤ ਹੈ, ਤੇ ਉਹ ਹੈ ਰੱਬ, ਤੇ ਉਹ ਰੱਬ ਤੇਰੇ ਅੰਦਰ ਹੈ, ਉਹਦੇ ਤੇ ਵਿਸ਼ਵਾਸ ਕਰ। ਤਾਂ ਮੈਂ ਰੱਬ ਤੇ ਯਾਨੀ ਆਪਣੇ ਅੰਦਰ ਤੇ ਵਿਸ਼ਵਾਸ ਕਰਕੇ ਅਭਿਆਸ ਕਰਨਾ ਸ਼ੁਰੂ ਕੀਤਾ, ਤੇ ਅੱਜ ਆਇਨਸਟਾਈਨ ਬਾਰੇ ਸਾਰੀ ਦੁਨੀਆ ਜਾਣਦੀ ਹੈ। ਤਾਂ ਉਹ ਸਭ ਕੁਝ ਜੋ ਕਰਨ ਵਾਲਾ ਸਰਬ ਸ਼ਕਤੀਮਾਨ ਹੈ ਉਹ ਤੁਹਾਡੇ ਅੰਦਰ ਹੈ, ਤੁਸੀਂ ਉਹਦਾ ਰੂਪ ਹੋ, ਮਨ ਤੂੰ ਜੋਤ ਸਰੂਪ ਹੈ। ਤਾਂ ਫਿਰ ਕਿਉਂ ਕਹਿਣਾ ਕਿ ਮੇਰੇ ਤੋਂ ਇਹ ਨਹੀਂ ਹੋ ਸਕਦਾ, ਮੈਨੂੰ ਬਾਣੀ ਸਮਝ ਨਹੀਂ ਆਉਣੀ, ਮੈਂ ਪੜ੍ਹ ਨਹੀਂ ਸਕਦਾ, ਮੈਂ ਸਫਲ ਨਹੀਂ ਹੋ ਸਕਦਾ? ਐਸਾ ਕਿਉਂ ਸੋਚਣਾ? ਕਿਉਂਕਿ ਉਹ ਸਰਬ ਸ਼ਕਤੀਮਾਨ ਤੁਹਾਡੇ ਅੰਦਰ ਹੈ ਔਰ ਇਹ ਸਾਰਾ ਕੁਝ ਉਹਦਾ ਹੈ। ਤਿਸ ਬਿਨ ਦੂਸਰ ਹੋਆ ਨਾ ਹੋਗ, ਉਸ ਤੋਂ ਬਿਨਾ ਦੂਜਾ ਨਾ ਕੋਈ ਹੈ ਨਾ ਹੀ ਕੋਈ ਹੋਵੇਗਾ। ਇਹਨੂੰ ਅਸੀਂ ਦੋ ਅਰਥਾਂ ਵਿੱਚ ਲੈਣਾ ਹੈ। ਰੱਬ ਵਰਗਾ ਨਾ ਦੂਜਾ ਕੋਈ ਹੈ ਨਾ ਹੋਵੇਗਾ, ਪਹਿਲੀ ਗੱਲ। ਤੇ ਦੂਜੀ ਗੱਲ, ਉਸ ਰੱਬ ਤੋਂ ਬਿਨਾ ਦੂਜਾ ਕੋਈ ਹੈ ਹੀ ਨਹੀਂ, ਹੈ ਹੀ ਰੱਬ ਚਾਰ ਚੁਫੇਰੇ ਪਸਰਿਆ, ਇੱਕ ਓੰਕਾਰ, ਇੱਕ ਹੀ ਪਸਰਿਆ ਹੋਇਆ ਹੈ ਚਾਰ ਚੁਫੇਰੇ, ਇੱਕੋ ਹੀ ਹੈ, ਦੂਜਾ ਕੋਈ ਹੈ ਹੀ ਨਹੀਂ, ਦੂਜਾ ਕੋਈ ਉਹਦੇ ਵਰਗਾ ਹੈ ਹੀ ਨਹੀਂ, ਸਭ ਦੇ ਅੰਦਰ ਇੱਕੋ ਹੀ ਹੈ, ਹਰ ਥਾਂ ਤੇ ਇੱਕ ਹੈ। ਇਸ ਲਈ ਦੂਜਿਆਂ ਕੋਲ ਭਟਕਣ ਦੀ ਲੋੜ ਨਹੀਂ ਹੈ।
कोई ज्योतिषी, कोई पंडित, कोई बाबा, कोई मंत्रा वाला, कोई जिहड़ा है मड़ी मसान कुछ नहीं कर सकता रब दे सिस्टम दे अंदर। रब वर्गा दूजा ना कोई है, ना कोई होवेगा। और बेनती करा, तुसी भी सारे रब दी एक स्पैशल क्रिएशन हो। इस यूनीवर्स दे अंदर तुसी रब दी स्पैशल क्रिएशन हो। रब ने किसी नूं किसी वर्गा पैदा नहीं कीता। इस दुनिया दे विच कोई ना किसी ही जिहा उपाया। एक बंदे दी आवाज, शक्ल, अकल दूजे नाल नहीं मिलदी। हर बंदा अलग है। साडे शरीर दा एक रोम भी दूजे रोम वर्गा नहीं है। ਤਾਂ ਹਰ ਇੱਕ ਦੇ ਅੰਦਰ ਕੁਆਲਿਟੀਆਂ ਨੇ। ਰੱਬ ਤੋਂ ਬਿਨਾ ਕੋਈ ਦੂਜਾ ਨਹੀਂ ਹੈ। ਸਾਰਿਆਂ ਦੇ ਅੰਦਰ ਅਵਸਥਾ ਹੈ। ਇਹ ਚੀਜ਼ ਨੂੰ ਸਮਝਣਾ ਹੈ। ਅਸੀਂ ਉਸ ਰੱਬ ਦਾ ਰੂਪ ਹਾਂ। ਚਾਰ ਚੁਫੇਰੇ ਰੱਬ ਪਸਰਿਆ ਹੋਇਆ ਹੈ। ਇਸ ਲਈ ਅਸੀਂ ਆਪਣੇ ਵਿਹਾਰ ਨੂੰ ਚੇਂਜ ਕਰਨਾ ਹੈ। ਇੱਕ ਤਾਂ ਨੈਗੇਟਿਵ ਨਹੀਂ ਸੋਚਣਾ, ਪੋਜ਼ਿਟਿਵ ਸੋਚਣਾ ਹੈ। ਤੇ ਦੂਜਾ ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰਨਾ ਹੈ। ਜਦੋਂ ਅਸੀਂ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰਾਂਗੇ, ਉਸ ਦਿਨ ਜ਼ਿੰਦਗੀ ਬਦਲ ਜਾਏਗੀ। ਜਪ ਜਨ ਸਦਾ ਸਦਾ ਦਿਨ ਰਹਿਣੀ। ਜਪ ਦਾ ਮਤਲਬ ਜਾਣ, ਸਮਝ, ਉਹਨੂੰ ਵੇਖ। ਸਦਾ ਸਦਾ ਦਾ ਮਤਲਬ ਹਰ ਦਿਨ, ਹਰ ਸਮੇਂ। ਦਿਨ ਦਾ ਮਤਲਬ ਦਿਨ, ਰਹਿਣੀ ਦਾ ਮਤਲਬ ਰਾਤ। हे ਜਨ, हे ਇਨਸਾਨ ਜਾਂ हे ਮਨ, ਸਦਾ ਹੀ ਦਿਨ ਰਾਤ ਰੱਬ ਨੂੰ ਯਾਦ ਰੱਖ, ਰੱਬ ਨੂੰ ਵੇਖ, ਰੱਬ ਨੂੰ ਸਮਝ, ਰੱਬੀ ਰਜ਼ਾ ਦੇ ਅੰਦਰ ਤੁਰ। ਸਭ ਤੇ ਊਚ ਨਿਰਮਲ ਇਹ ਕਰਨੀ। ਸਭ ਤੋਂ ਉੱਚੀ ਔਰ ਸਾਰਿਆਂ ਤੋਂ ਪਵਿੱਤਰ ਇਹ ਕਰਨੀ ਹੈ। ਜੇ ਦੁਨੀਆ ਦਾ ਕੋਈ ਸਭ ਤੋਂ ਉੱਚਾ ਕੰਮ ਹੈ ਨਾ, ਕੋਈ ਕਰਨੀ ਸਭ ਤੋਂ ਉੱਚੀ ਹੈ, ਜੇ ਸੋਚ ਉੱਚੀ ਹੈ, ਤੇ ਸਭ ਤੋਂ ਉੱਚੀ ਸੋਚ ਕਿਹੜੀ ਹੈ? ਜਪ ਜਨ ਸਦਾ ਸਦਾ ਦਿਨ ਰਹਿਣੀ। ਹਰ ਵਕਤ ਹਰ ਥਾਂ ਤੇ ਸੱਚ ਬੋਲਣਾ, ਸੱਚ ਸੁਣਨਾ, ਸੱਚ ਵੇਖਣਾ, ਸੱਚ ਕਮਾਣਾ। ਆਪਣੀ ਇਹ ਸੋਚ ਬਣਾ ਲੈਣੀ ਕਿ ਇਹ ਪੂਰੀ ਦੁਨੀਆ ਰੱਬੀ ਰਜ਼ਾ ਭਾਣੇ ਹੁਕਮ ਦੇ ਅੰਦਰ ਕੰਮ ਕਰ ਰਹੀ ਹੈ। ਆਪਣੀ ਸੋਚ ਐਸੀ ਬਣਾਣੀ ਕਿ ਹਰ ਇਨਸਾਨ ਦੇ ਅੰਦਰ ਰੱਬ ਵਸਦਾ ਹੈ। ਹਰ ਇੱਕ ਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਕਰਨਾ, ਮਨ ਬਚਨ ਕਰਮ ਕਰਕੇ ਸੱਚੇ ਹੋਣਾ, ਰੱਬੀ ਰਜ਼ਾ ਵਿੱਚ ਤੁਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਮੁਤਾਬਕ ਆਪਣਾ ਜੀਵਨ ਬਣਾਉਣਾ, ਇਹ ਸਭ ਤੋਂ ਉੱਚੀ ਕਰਨੀ ਹੈ। ਇਸ ਤੋਂ ਉੱਚਾ ਕੋਈ ਕੰਮ ਨਹੀਂ। ਨਾ ਕੋਈ ਮਾਲਾ ਫੇਰਨੀ, ਨਾ ਵਰਤਨ ਰਾਤੇ ਸਰਾਧ, ਇਹ ਸਭ ਬੇਕਾਰ ਦੀਆਂ ਵਿਅਰਥ ਗੱਲਾਂ ਨੇ। ਸਭ ਤੋਂ ਉੱਚੀ ਕਰਨੀ ਹੈ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ, ਰੱਬੀ ਗੁਣਾਂ ਨੂੰ ਯਾਦ ਰੱਖਣਾ ਔਰ ਰੱਬੀ ਗੁਣਾਂ ਮੁਤਾਬਕ ਜ਼ਿੰਦਗੀ ਜੀਣੀ। ਕਰ ਕਿਰਪਾ ਜਿਸ ਕੋ ਨਾਮ ਦਿਆ। ਮੇਰ ਕਰਕੇ ਜਿਸ ਨੂੰ ਰੱਬ ਨੇ ਨਾਮ ਦੇ ਦਿੱਤਾ। ਹੁਣ ਇਹ ਨਾਮ ਨੂੰ ਅਸਾਂ ਸਮਝਣਾ ਹੈ। ਨਾਮ ਤੇ ਅੱਜ ਕੱਲ ਤਾਂ ਇੱਕ ਦੁਕਾਨਦਾਰੀ ਬਣ ਗਈ ਹੈ। ਲੋਕ ਕਹਿੰਦੇ ਨੇ ਤੁਸੀਂ ਨਾਮ ਕਿੱਥੋਂ ਲਿਆ ਹੈ? ਫਲਾਣੇ ਬਾਬੇ ਤੋਂ ਨਾਮ ਲਿਆ। ਅਸੀਂ ਨਾਮ ਲਿਆ ਹੈ। ਬੰਦਾ ਪੁੱਛੇ ਵੀ ਨਾਮ ਸਬਜ਼ੀ ਹੈ, ਵੀ ਗੁਆਂਢੀਆਂ ਨੇ ਬਣਾਈ ਸੀ ਤੇ ਅਸੀਂ ਵੀ ਲੈ ਆਂਦੀ। ਨਾਮ ਕੋਈ ਛਣਕਣਾ ਹੈ ਵੀ ਜਿਹੜਾ ਰੱਬ ਨੇ ਉਹਨੇ ਦੇ ਦਿੱਤਾ ਵੀ ਚੱਲ ਛਣਕਾਂਦਾ ਫਿਰ। ਨਾਮ ਕੋਈ ਕਾਰ ਮੋਟਰਸਾਈਕਲ ਹੈ ਵੀ ਕਿਸੇ ਤੋਂ ਲੈ ਆਂਦੀ ਹੈ। ਨਾਮ ਕਦੇ ਲਿਆ ਔਰ ਦਿੱਤਾ ਜਾ ਸਕਦਾ ਹੈ। ਨਾਮ ਦਾ ਮਤਲਬ ਹੁਕਮ। ਕਰ ਕਿਰਪਾ ਜਿਸ ਕੋ ਨਾਮ ਦਿਆ। ਰਹਿਮਤ ਕਰਕੇ ਜਿਸ ਨੂੰ ਹੁਕਮ ਦੀ ਦਾਤ ਬਖਸ਼ੀ, ਹੁਕਮ ਵਾਲੀ ਜ਼ਿੰਦਗੀ ਬਖਸ਼ੀ, ਹੁਕਮ ਦੀ ਸੂਝ ਬਖਸ਼ੀ ਕਿ ਇਸ ਦੁਨੀਆ ਦੇ ਅੰਦਰ ਹੁਕਮ ਹੈ, ਸਿਸਟਮ ਹੈ। ਹਰ ਇਨਸਾਨ ਕੁਦਰਤ ਦੇ ਨਿਯਮਾਂ ਵਿੱਚ ਕੰਮ ਕਰ ਰਿਹਾ ਹੈ। ਜਿਸ ਨੂੰ ਇਹ ਗਿਆਨ ਦੇ ਦਿੱਤਾ, ਜਿਸ ਨੂੰ ਇਹ ਸਮਝ ਆ ਗਈ, ਨਾਨਕ ਸੋ ਜਨ ਨਿਰਮਲ ਥੀਆ। ਉਹ ਪਵਿੱਤਰ ਹੋ ਗਿਆ, ਮੈਲ ਤੋਂ ਰਹਿਤ ਹੋ ਗਿਆ। ਜਿਹਨੂੰ ਸੱਚ ਮਿਲ ਗਿਆ ਨਾ, ਸੱਚ ਦੀ ਸਮਝ ਆ ਗਈ, ਹੁਕਮ ਦੀ ਸਮਝ ਆ ਗਈ, ਜਿਸ ਨੇ ਗੁਰੂ ਜੀ ਤੋਂ ਵੇ ਆਫ ਲਾਈਫ ਸਿੱਖ ਲਿਆ, ਉਹ ਬੰਦਾ ਨਿਰਮਲ ਹੋ ਗਿਆ। ਨਾਨਕ ਸੋ ਜਨ ਨਿਰਮਲ ਥੀਆ। ਉਹ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ, ਮਨ ਬਚਨ ਕਰਮ ਕਰਕੇ। ਉਹਦੀ ਸੋਚ ਪਵਿੱਤਰ, ਉਹਦੇ ਬੋਲ ਪਵਿੱਤਰ, ਉਹਦਾ ਵਿਹਾਰ ਪਵਿੱਤਰ। ਤੇ ਇਹੀ ਸਾਡੀ ਪ੍ਰੋਬਲਮ ਹੈ ਹਰ ਮਨੁੱਖ ਦੀ। ਜੇ ਮੈਂਟੈਲਿਟੀ ਮਾੜੀ ਹੈ, ਸੋਚ ਮਾੜੀ ਹੈ, ਬੋਲ ਮਾੜੇ ਨੇ, ਵਿਹਾਰ ਮਾੜਾ ਹੈ, ਤਾਂ ਫਿਰ ਦੁੱਖ ਹੋਏਗਾ, ਅਸ਼ਾਂਤੀ ਹੋਏਗੀ, ਈਰਖਾ ਹੋਏਗੀ, ਦੁਐਸ਼ ਹੋਏਗਾ, ਵੈਰ ਵਿਰੋਧ ਹੋਣਗੇ। ਫਿਰ ਐਟਮ ਬੰਬ ਤਿਆਰ ਕਰਨੇ ਪੈਣਗੇ, ਫਿਰ ਮਿਜ਼ਾਈਲਾਂ ਔਰ ਟੈਂਕਾਂ ਦੀ ਵਰਤੋਂ ਬੰਦਾ ਕਰੇਗਾ, ਕਿਉਂਕਿ ਮਾੜੀ ਸੋਚ ਹੈ ਨਾ। ਤੇ ਜੇ ਸੋਚ ਪਵਿੱਤਰ ਹੋ ਜਾਏ ਇਨਸਾਨੀਅਤ ਵਾਲੀ, ਅੰਦਰ ਸੱਚ ਹੋਵੇ, ਬੋਲ ਸੱਚੇ ਹੋਣ, ਵਿਹਾਰ ਸੱਚਾ ਹੋਵੇ, ਮਨ ਵਿੱਚ ਪ੍ਰੇਮ ਹੋਵੇ, ਬੋਲਾਂ ਵਿੱਚ ਪ੍ਰੇਮ ਹੋਣ,
ਵਿਹਾਰ ਵਿੱਚ ਪ੍ਰੇਮ ਹੋਵੇ, ਦਇਆ ਹੋਵੇ, ਤਾਂ ਇਸ ਦੁਨੀਆ ਵਿੱਚ ਕੋਈ ਪ੍ਰੋਬਲਮ ਤੇ ਹੈ ਹੀ ਨਹੀਂ। ਸੋਚ ਦੀ ਹੈ। ਤਾਂ ਗੁਰੂ ਜੀ ਦੀ ਸਾਰੀ ਟੋਟਲ ਬਾਣੀ ਸਾਡੀ ਸੋਚ ਨੂੰ ਬਦਲਦੀ ਹੈ। ਸੋਚ ਨੂੰ ਬਦਲਣ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ। ਸੋਚ ਨੂੰ ਬਦਲਣਾ ਹੈ, ਸਚਿਆਰ ਹੋਣਾ ਹੈ। ਆਪਣਾ ਪਵਿੱਤਰ ਉਹ ਬੰਦਾ ਹੋ ਜਾਏਗਾ ਜਿਸ ਨੂੰ ਹੁਕਮ ਦੀ ਸੂਝ ਮਿਲ ਗਈ, ਜੋ ਹੁਕਮ ਅਨੁਸਾਰ ਜ਼ਿੰਦਗੀ ਜੀਣ ਲੱਗ ਪਿਆ। ਜਾਂ ਕੈ ਮਨ ਗੁਰ ਕੀ ਪ੍ਰਤੀਤ, ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦੀ ਪ੍ਰਤੀਤੀ ਆ ਗਈ। ਪ੍ਰਤੀਤੀ ਦਾ ਮਤਲਬ ਵਿਸ਼ਵਾਸ, ਭਰੋਸਾ, ਯਕੀਨ। ਜਿਸ ਦਾ ਗੁਰੂ ਦੇ ਉੱਤੇ ਯਕੀਨ ਬਣ ਗਿਆ, ਇਸ ਜਨ ਆਵੇ ਹਰ ਪ੍ਰਭ ਚੀਤ, ਉਸ ਮਨੁੱਖ ਦੇ ਚਿੱਤ ਵਿੱਚ ਪ੍ਰਭੂ ਆ ਜਾਂਦਾ, ਟਿਕ ਜਾਂਦਾ, ਰੱਬ ਦੇ ਗੁਣ ਟਿਕ ਜਾਂਦੇ ਨੇ। ਉਹਦੇ ਹਿਰਦੇ ਦੇ ਅੰਦਰ ਰੱਬ ਸਦਾ ਵਾਸਤੇ ਟਿਕ ਜਾਂਦਾ ਹੈ। ਉਹ ਤੇ ਰੱਬ ਇੱਕ ਹੋ ਜਾਂਦੇ ਨੇ, ਭਾਵ ਰੱਬ ਦੇ ਗੁਣ ਉਹਦੀ ਮੈਂਟੈਲਿਟੀ ਦੇ ਅੰਦਰ ਟਿਕ ਜਾਂਦੇ ਨੇ। ਜਿਹਨੂੰ ਗੁਰੂ ਦੇ ਉੱਤੇ ਵਿਸ਼ਵਾਸ ਵੱਜ ਗਿਆ, ਗੁਰੂ ਤੇ ਭਰੋਸਾ ਵੱਜ ਗਿਆ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਸਾਨੂੰ ਭਰੋਸਾ ਚਾਹੀਦਾ ਸੀ ਗੁਰੂ ਤੇ, ਗਿਆਨ ਤੇ, ਗੁਰਬਾਣੀ ਤੇ। ਜਿਨ੍ਹਾਂ ਦਾ ਵਿਸ਼ਵਾਸ ਗੁਰਬਾਣੀ ਤੇ ਹੈ, ਜਿਨ੍ਹਾਂ ਦਾ ਵਿਸ਼ਵਾਸ ਗੁਰੂ ਦੇ ਗਿਆਨ ਤੇ ਹੈ, ਯੂਨੀਵਰਸਲ ਟਰੁੱਥ ਤੇ ਹੈ, ਉਹ ਬੰਦੇ ਕਦੇ ਡੋਲਣਗੇ ਨਹੀਂ। ਉਹਨਾਂ ਨੂੰ ਕਿਤੇ ਹੋਰ ਜਾਣ ਦੀ ਲੋੜ ਹੀ ਨਹੀਂ। ਜਿਨ੍ਹਾਂ ਦਾ ਵਿਸ਼ਵਾਸ ਗੁਰੂ ਤੇ ਹੋਏਗਾ, ਉਹ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣਗੇ। ਉਹਨਾਂ ਦਾ ਵਿਚਾਰ, ਉਹਨਾਂ ਦਾ ਬੋਲ, ਉਹਨਾਂ ਦਾ ਵਿਹਾਰ ਗੁਰਮਤਿ ਅਨੁਸਾਰ ਹੋਏਗਾ। ਤੇ ਜਿਨ੍ਹਾਂ ਦਾ ਵਿਸ਼ਵਾਸ ਗੁਰੂ ਦੇ ਉੱਤੇ ਨਹੀਂ ਹੋਏਗਾ, ਉਹਦੀ ਨਿਸ਼ਾਨੀ ਇਹ ਹੋਏਗੀ ਕਿ ਉਹਨਾਂ ਦਾ ਜੀਵਨ ਗੁਰਬਾਣੀ ਅਨੁਸਾਰ ਨਹੀਂ ਹੋਏਗਾ, ਨਾ ਬੋਲ, ਨਾ ਵਿਹਾਰ, ਨਾ ਸੋਚ। ਹੁਣ ਸਾਡੀ ਪ੍ਰੋਬਲਮ ਇਹ ਹੈ ਆਮ ਬੰਦੇ ਦੀ, ਸਾਰਿਆਂ ਦੀ ਨਹੀਂ, ਆਮ ਬੰਦੇ ਦੀ। ਜੋ ਗੁਰਬਾਣੀ ਕਹਿ ਰਹੀ ਹੈ, ਅਸੀਂ ਉਹਦੇ ਤੇ ਵਿਸ਼ਵਾਸ ਨਹੀਂ ਕਰਦੇ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਫਲਾਂ ਪ੍ਰਚਾਰਕ ਨੇ ਐਵੇਂ ਕਿਹਾ ਸੀ, ਜਾਂ ਫਲਾਂ ਕਿਤਾਬ ਦੇ ਵਿੱਚ ਐਵੇਂ ਲਿਖਿਆ ਸੀ। ਹੁਣ ਉਹ ਕਿਤਾਬ ਲਿਖੀ ਹੈ ਕਿਸੇ ਬੰਦੇ ਨੇ, ਤੇ ਗੁਰਬਾਣੀ ਲਿਖੀ ਹੈ ਗੁਰੂ ਨੇ। ਅਸੀਂ ਬੰਦੇ ਤੇ ਵਿਸ਼ਵਾਸ ਕਰ ਰਹੇ ਹਾਂ ਕਿ ਫਲਾਂ ਕਿਤਾਬ ਦੇ ਵਿੱਚ ਐਵੇਂ ਲਿਖਿਆ ਸੀ। ਮੈਂ ਇੱਕ ਪੁਸਤਕ ਪੜ੍ਹੀ ਸੀ ਜਿਹਦੇ ਵਿੱਚ ਲਿਖਿਆ ਸੀ ਕਿ ਜੇ ਤੁਸੀਂ ਇਹ ਪੜ੍ਹੀ ਜਾਓ ਨਾ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨਵਨਿਧ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨਵਨਿਧ, ਜੇ ਇਸ ਪੰਕਤੀ ਦਾ ਉਚਾਰਨ ਕਰੀ ਜਾਓ ਇਹਨੇ ਲੱਖ ਵਾਰੀ ਕਰੋ ਤੇ ਤੁਸੀਂ ਅਮੀਰ ਹੋ ਜਾਓਗੇ, ਤੁਹਾਡੇ ਘਰ ਦੀਆਂ ਸਿੱਧੀਆਂ ਆ ਜਾਣਗੀਆਂ। ਹੁਣ ਇਹ ਕਿਸੇ ਬੰਦੇ ਨੇ ਲਿਖ ਦਿੱਤਾ ਹੈ ਵੀ ਤੁਸੀਂ ਐਵੇਂ ਕਰੋਗੇ ਤਾਂ ਐਵੇਂ ਹੋ ਜਾਏਗਾ। ਗੁਰੂ ਜੀ ਨੇ ਤੇ ਨਹੀਂ ਲਿਖਿਆ। ਕਿਤੇ ਲਿਖਿਆ ਵੀ ਗੁਰੂ ਜੀ ਨੇ ਕਿਹਾ ਹੋਵੇ ਵੀ ਤੁਸੀਂ ਇਹ ਪੰਕਤੀ ਪੜ੍ਹੀ ਜਾਓ ਤੇ ਕੰਮ ਨਾ ਕਰੋ ਤੇ ਤੁਸੀਂ ਅਮੀਰ ਹੋ ਜਾਓਗੇ। ਗੁਰਬਾਣੀ ਦੇ ਵਿੱਚ ਤੇ ਨਹੀਂ ਲਿਖਿਆ। ਗੁਰਬਾਣੀ 'ਚ ਤਾਂ ਗੁਰੂ ਜੀ ਕਹਿੰਦੇ ਨੇ ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਗੁਰੂ ਜੀ ਤਾਂ ਕਹਿ ਰਹੇ ਨੇ ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜੇ ਕਰੋਗੇ ਤਾਂ ਹੀ ਹੈ ਨਾ। ਤਾਂ ਹੁਣ ਅਸੀਂ ਪ੍ਰੋਬਲਮ ਕਿਉਂ ਕ੍ਰੀਏਟ ਹੋ ਗਈ ਕਿ ਅਸੀਂ ਬੰਦੇ ਤੇ ਵਿਸ਼ਵਾਸ ਕਰ ਲਿਆ। ਬੰਦੇ ਨੇ ਲਿਖ ਦਿੱਤੀ ਸਾਖੀ ਕਿ ਭਗਤ ਧੰਨਾ ਜੀ ਨੇ ਪੱਥਰ ਦੀ ਪੂਜਾ ਕਰਕੇ ਰੱਬ ਨੂੰ ਪਾਇਆ। ਹੁਣ ਗੁਰੂ ਜੀ ਤਾਂ ਨਹੀਂ ਕਹਿ ਰਹੇ ਕਿ ਭਗਤ ਧੰਨਾ ਜੀ ਨੇ ਰੱਬ ਨੂੰ ਪੱਥਰ ਚੋਂ ਪਾਇਆ, ਨਾ ਭਗਤ ਧੰਨਾ ਜੀ ਆਪ ਵੀ ਨਹੀਂ ਕਹਿ ਰਹੇ। ਗੁਰਬਾਣੀ ਵਿੱਚ ਤਾਂ ਭਗਤ ਧੰਨਾ ਜੀ ਕਹਿੰਦੇ ਨੇ ਧੰਨੈ ਧਨ ਪਾਇਆ ਧਰਣੀ ਤਰ, ਮਿਲ ਜਨ ਸੰਤ ਸਮਾਨਿਆ। ਉਹ ਤੇ ਕਹਿੰਦੇ ਨੇ ਮੈਂ ਸਤਸੰਗ ਵਿੱਚ ਗੁਰੂ ਦੇ ਚਰਨਾਂ ਦੀ ਸ਼ਰਨ ਚੋਂ ਪਾਇਆ। ਭਗਤ ਧੰਨਾ ਜੀ ਆਪ ਕਹਿ ਰਹੇ ਨੇ ਧੰਨੈ ਧਨ ਪਾਇਆ ਧਰਣੀ ਤਰ, ਮਿਲ ਜਨ ਸੰਤ ਸਮਾਨਿਆ, ਗੁਰੂ ਦੀ ਸੰਗਤ ਵਿੱਚੋਂ ਪਾਇਆ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹ ਬਿਦ ਸੁਣ ਕੇ ਜਾਟ ਰੋ, ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਇਹਨਾਂ ਸਾਰਿਆਂ ਭਗਤਾਂ ਦੀ ਵਿਚਾਰ ਸੁਣ ਕੇ ਕਿ ਇਹਨਾਂ ਨੂੰ ਇੰਨੀ ਮਹਾਨਤਾ ਮਿਲੀ, ਇਹ ਭਗਤ ਧੰਨਾ ਜੀ ਵੀ ਰੱਬ ਦੇ ਗੁਣ ਗਾਣ ਲੱਗ ਗਏ, ਰੱਬ ਦੀ ਸੇਵਾ ਵਿੱਚ ਲੱਗ ਗਏ, ਉਹਨਾਂ ਨੂੰ ਵੀ ਰੱਬ ਮਿਲ ਗਿਆ। ਭਗਤ ਧੰਨਾ ਜੀ ਕਹਿੰਦੇ ਨੇ ਮੈਂ ਰੱਬ ਦੀ ਸੇਵਾ ਕਰਕੇ, ਗੁਰੂ ਦੀ ਸੰਗਤ ਕਰਕੇ ਰੱਬ ਪਾਇਆ। ਗੁਰੂ ਅਰਜਨ ਦੇਵ ਜੀ ਵੀ ਕਹਿੰਦੇ ਨੇ ਕਿ ਉਹ ਰੱਬ ਦੇ ਹੁਕਮ ਦੇ ਵਿੱਚ ਤੁਰਿਆ ਤਾਂ ਰੱਬ ਨੂੰ ਪਾਇਆ। ਪਰ ਅਸੀਂ ਕਹਿੰਦੇ ਨਾ, ਉਹਨੇ ਤੇ ਪੱਥਰ ਚੋਂ ਪਾਇਆ, ਉਹਨੇ ਪੱਥਰ ਦੀ ਪੂਜਾ ਕਰਕੇ ਪਾਇਆ। ਹੁਣ ਇਹ ਪ੍ਰੋਬਲਮ ਕਿਉਂ ਕ੍ਰੀਏਟ ਹੋਈ? ਕਿਉਂਕਿ ਸਾਡਾ ਵਿਸ਼ਵਾਸ ਗੁਰੂ ਤੇ ਨਹੀਂ ਰਿਹਾ, ਸਾਡਾ ਵਿਸ਼ਵਾਸ ਉਸ ਕਹਾਣੀਕਾਰ ਦੇ ਉੱਤੇ ਹੋ ਗਿਆ, ਲਿਖਣ ਵਾਲੇ ਤੇ ਹੋ ਗਿਆ। ਇਸ ਕਰਕੇ ਸਾਡੀ ਜ਼ਿੰਦਗੀ ਦੇ ਅੰਦਰ ਸ਼ਾਂਤੀ ਜਾਂ ਸੁੱਖ ਜਾਂ ਆਨੰਦ ਜਾਂ ਖੇੜਾ ਜਾਂ ਪ੍ਰਸੰਨਤਾ ਨਹੀਂ ਹੋਈ।
ਅਸੀਂ ਰੱਬ ਦੇ ਵਿੱਚ ਅਭੇਦ ਨਹੀਂ ਹੋ ਸਕੇ। ਰੀਜਨ ਗੁਰੂ ਤੇ ਵਿਸ਼ਵਾਸ ਨਹੀਂ ਆਇਆ। ਜਿਹੜਾ ਗੁਰੂ ਤੇ ਵਿਸ਼ਵਾਸ ਹੋਏਗਾ ਉਹ ਗੁਰੂ ਦੀ ਗੱਲ ਨੂੰ ਮੰਨੇਗਾ। ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ। ਉਹਦੇ ਚਿੱਤ ਦੇ ਅੰਦਰ ਰੱਬ ਦੇ ਗੁਣ ਵਸ ਜਾਂਦੇ ਨੇ। ਉਹਨੂੰ ਵਿਸ਼ਵਾਸ ਆ ਗਿਆ ਨਾ ਕਿ ਮੈਂ ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵੈਰਾਗ ਨਿਮਾਨਤਾ ਸੇਵਾ ਸਿਮਰਨ ਪ੍ਰੇਮ ਕੁਰਬਾਨੀ ਆਦਿਕ ਦੇ ਸ਼ੁਭ ਜਜ਼ਬਿਆਂ ਦਾ ਧਾਰਨੀ ਹੋਣਾ ਹੈ। ਜਿਹਨੂੰ ਗੁਰੂ ਤੇ ਵਿਸ਼ਵਾਸ ਆ ਗਿਆ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਉਹਨੇ ਸੱਚ ਬੋਲਣਾ ਸ਼ੁਰੂ ਕਰ ਦਿੱਤਾ। ਜਿਹਦਾ ਗੁਰੂ ਦੇ ਉੱਤੇ ਵਿਸ਼ਵਾਸ ਆ ਗਿਆ, ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੁਝ ਪਾਈ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮਕੋ ਬਣਾਈ। ਉਹਨੇ ਵੈਰ ਵਿਰੋਧ ਖਤਮ ਕਰ ਦਿੱਤੇ। ਤੇ ਜਿਹਦਾ ਵਿਸ਼ਵਾਸ ਨਹੀਂ ਹੈ ਉਹਨੇ ਐਸਾ ਕੁਝ ਨਹੀਂ ਕੀਤਾ। ਤਾਂ ਗੱਲ ਹੈ ਵਿਸ਼ਵਾਸ ਦੀ, ਯਾਨੀ ਗੁਰੂ ਦੀ ਪਾਵਨ ਬਾਣੀ ਤੇ ਵਿਸ਼ਵਾਸ ਕਰਨਾ ਹੈ, ਗੁਰੂ ਦੇ ਗਿਆਨ ਦੇ ਵਿਸ਼ਵਾਸੀ ਹੋਣਾ ਹੈ ਔਰ ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਣਾ ਹੈ। ਉਹਦੇ ਹਿਰਦੇ ਦੇ ਅੰਦਰ ਰੱਬ ਦੇ ਗੁਣ ਵਸ ਜਾਣਗੇ। ਉਹ ਰੱਬ ਵਰਗਾ ਹੋ ਜਾਏਗਾ ਜਿਹਦਾ ਗੁਰੂ ਤੇ ਵਿਸ਼ਵਾਸ ਹੋਏਗਾ। ਭਗਤ ਭਗਤ ਸੁਣੀਏ ਤਿਹ ਲੋਏ, ਇਹਨੂੰ ਤਿਹੋ ਨਹੀਂ ਪੜਨਾ, ਤਿਹ। ਤਿੰਨਾਂ ਲੋਕਾਂ ਵਿੱਚ, ਤਿਹੋ ਲੋਏ ਦਾ ਮਤਲਬ ਤਿੰਨਾਂ ਲੋਕਾਂ ਵਿੱਚ। ਉਹ ਮਨੁੱਖ ਸਾਰੇ ਜਗਤ ਵਿੱਚ ਭਗਤ ਭਗਤ ਸੁਣੀਦਾ ਹੈ, ਉਹਨੂੰ ਲੋਕ ਭਗਤ ਕਹਿੰਦੇ ਨੇ ਕਿ ਰੱਬ ਦਾ ਭਗਤ ਹੈ। ਉਹ ਭਗਤ ਹੈ ਕੌਣ? ਜਿਹਦਾ ਗੁਰੂ ਤੇ ਵਿਸ਼ਵਾਸ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ। ਗੁਰੂ ਦੇ ਦੱਸੇ ਰਾਹਾਂ ਤੇ ਤੁਰ ਕੇ ਜਿਹਦੇ ਅੰਦਰ ਰੱਬੀ ਗੁਣ ਆ ਗਏ ਮਨ ਬਚਨ ਕਰਮ ਕਰਕੇ, ਉਹਨੂੰ ਫਿਰ ਸਾਰੇ ਲੋਕ ਭਗਤ ਕਹਿੰਦੇ ਨੇ। ਉਹ ਫਿਰ ਪ੍ਰਸਿੱਧ ਹੋ ਜਾਂਦਾ ਹੈ। ਉਹ ਇਨਸਾਨ ਸਾਰੇ ਜਗਤ ਦੇ ਅੰਦਰ ਮਾਣ ਆਦਰ ਔਰ ਸਤਿਕਾਰ ਪਾਉਂਦਾ ਹੈ। ਤਾਂ ਸਾਨੂੰ ਇੱਥੇ ਵਿਸ਼ਵਾਸ ਬਣਾਉਣ ਦੀ ਲੋੜ ਹੈ। ਭਗਤ ਉਹ ਹੈ ਜੋ ਰੱਬ ਦੀ ਰਜਾ ਭਾਣੇ ਵਿੱਚ ਤੁਰਦਾ ਹੈ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। ਜਾਂ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜਾ ਕੇ ਹਿਰਦੈ ਏਕੋ ਹੋਏ। ਹੁਣ ਕੌਣ ਹੈ ਭਗਤ? ਜਿਹਦੇ ਹਿਰਦੇ ਦੇ ਵਿੱਚ ਇੱਕ ਹੈ, ਜਿਸ ਦੀ ਮੈਂਟੈਲਿਟੀ ਮਾਨਸਿਕਤਾ ਦੇ ਅੰਦਰ ਇੱਕ ਹੈ, ਉਹ ਹੈ ਰੱਬ ਦਾ ਭਗਤ, ਉਹ ਹੈ ਰੱਬ ਦਾ ਪਿਆਰਾ। ਜਿਹੜਾ ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਹੈ, ਜਿਹਦਾ ਵਿਹਾਰ ਸਾਰਿਆਂ ਦੇ ਨਾਲ ਇੱਕ ਵਰਗਾ ਹੈ, ਇੱਕੋ ਜਿਹਾ ਹੈ, ਜਿਹੜਾ ਸਾਰੇ ਬ੍ਰਹਿਮੰਡ ਨੂੰ ਇੱਕ ਰੂਪ ਦੇ ਅੰਦਰ ਵੇਖਦਾ ਹੈ, ਜੋ ਸਭ ਦੇ ਅੰਦਰ ਉਹਦਾ ਜੋਤ, ਉਹਦੀ ਨੂਰ, ਉਹਦਾ ਜ਼ਹੂਰ, ਉਹਦਾ ਜਲਵਾ ਵੇਖਦਾ ਹੈ, ਜੋ ਮਨ ਬਚਨ ਕਰਮ ਕਰਕੇ ਇੱਕ ਹੋ ਗਿਆ ਹੈ, ਜਿਹਦੇ ਅੰਦਰ ਇੱਕ ਦਾ ਵਿਸ਼ਵਾਸ ਹੈ, ਉਹ ਰੱਬ ਦਾ ਭਗਤ। ਤੇ ਉਹਦੀ ਜ਼ਿੰਦਗੀ ਕੈਸੀ ਹੈ? ਉਹਦੀ ਨਿਸ਼ਾਨੀ ਕੀ ਹੈ? ਸੱਚ ਕਰਨੀ ਸੱਚ ਤਾਕੀ ਰਹਿਤ। ਕਰਨੀ ਦਾ ਮਤਲਬ ਅਮਲੀ ਜ਼ਿੰਦਗੀ, ਚਾਲ ਚਲਨ। ਰਹਿਤ ਦਾ ਮਤਲਬ ਜ਼ਿੰਦਗੀ ਦੇ ਅਸੂਲ। ਉਹਦੀ ਅਮਲੀ ਜ਼ਿੰਦਗੀ ਤੇ ਜ਼ਿੰਦਗੀ ਦੇ ਅਸੂਲ ਇੱਕ ਰਸ ਨੇ, ਉਹ ਅੰਦਰੋਂ ਬਾਹਰੋਂ ਇੱਕ ਹੈ। ਅਮਲੀ ਜ਼ਿੰਦਗੀ ਦਾ ਮਤਲਬ ਉਹ ਵਿਹਾਰ ਦੇ ਵਿੱਚ ਇਹਨਾਂ ਗੁਣਾਂ ਨੂੰ ਵਰਤ ਰਿਹਾ ਹੈ। ਉਹਦੇ ਸੱਚੀ ਹੈ ਉਹਦੀ ਸੋਚ, ਸੱਚੇ ਨੇ ਉਹਦੇ ਬੋਲ ਔਰ ਸੱਚੇ ਹੀ ਉਸਦਾ ਵਿਹਾਰ। ਸੱਚ ਕਰਨੀ ਸੱਚ ਤਾਕੀ ਰਹਿਤ। ਤੇ ਅੱਗੇ ਇਹਨੂੰ ਹੋਰ ਸਪਸ਼ਟ ਕਰ ਰਹੇ ਨੇ, ਸੱਚ ਹਿਰਦੈ ਸਤ ਮੁਖ ਕਹਿਤ। ਹਿਰਦੇ ਦਾ ਮਤਲਬ ਮੈਂਟੈਲਿਟੀ, ਸੋਚ। ਉਹਦੀ ਸੋਚ ਦੇ ਵਿੱਚ ਵੀ ਸੱਚ ਹੈ। ਸਤ ਮੁਖ ਕਹਿਤ, ਉਹ ਜ਼ਬਾਨ ਤੋਂ ਵੀ ਸੱਚ ਬੋਲਦਾ ਹੈ, ਵਿਹਾਰ ਵਿੱਚ ਵੀ ਸੱਚ ਹੈ, ਉਹਦੀ ਸੋਚ ਵੀ ਸੱਚੀ ਹੈ, ਇਰਾਦਾ ਵੀ ਸੱਚਾ ਹੈ। ਗੱਲ ਬੋਲਾਂ ਦੀ ਨਹੀਂ ਹੈ, ਗੱਲ ਕੰਮਾਂ ਦੀ ਨਹੀਂ ਹੈ। ਮਹਾਨਤਾ ਹੈ ਉਸ ਕੰਮ ਦੇ ਪਿੱਛੇ ਇਰਾਦਾ ਕੀ ਹੈ। ਗੰਗੂ ਵੈਸੇ ਤੇ ਬਾਹਰਲੀ ਨਜ਼ਰ ਨਾਲ ਵੇਖੀਏ ਤੇ ਸੱਚ ਬੋਲਦਾ ਪ੍ਰਤੀਤ ਹੁੰਦਾ ਹੈ ਨਾ, ਕਿ ਮਾਤਾ ਜੀ ਔਰ ਛੋਟੇ ਸਾਹਿਬਜ਼ਾਦੇ ਮੇਰੇ ਘਰ ਵਿੱਚ ਨੇ, ਪਰ ਉਹਦਾ ਇਰਾਦਾ ਵੇਖੋ। ਇਰਾਦਾ ਇਹ ਹੈ ਕਿ ਇਹਨਾਂ ਤਿੰਨਾਂ ਨੂੰ ਕੈਦ ਕਰਾ ਕੇ ਮੈਂ ਆਪਣੇ ਬੱਚਿਆਂ ਵਾਸਤੇ ਇਨਾਮ ਲਵਾਂ। ਸੋਚ ਮਾੜੀ ਹੈ ਨਾ। ਜਿਹੜਾ ਰੱਬ ਦਾ ਪਿਆਰਾ ਹੈ ਉਹਦੀ ਸੋਚ ਸੱਚੀ ਹੈ। ਇਸ ਲਈ ਮਹਾਨਤਾ ਕੰਮਾਂ ਦੀ ਨਹੀਂ ਹੈ, ਕਿਹੜੀ ਸੋਚ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ, ਮਹਾਨਤਾ ਉਸ ਚੀਜ਼ ਦੀ ਹੈ। 2 ਮਿੰਟ ਲਈ ਆਪਾਂ ਹੁਣ ਇਸ ਕਲਾਸ ਦੀ ਗੱਲ ਕਰੀਏ। ਮੈਂ ਕਲਾਸ ਲਗਾ ਰਿਹਾ ਨਾ, ਵਿਚਾਰ ਕਰ ਰਿਹਾ, ਤਾਂ ਮਹਾਨਤਾ ਕਲਾਸ ਲਗਾਉਣ ਦੀ ਨਹੀਂ ਹੈ। ਮਹਾਨਤਾ ਇਸ ਕਲਾਸ ਦੀ ਨਹੀਂ ਜੋ ਮੈਂ ਆਪ ਦੇ ਨਾਲ ਸਾਂਝੇ ਵਿਚਾਰ ਕਰ ਰਿਹਾ। ਮਹਾਨਤਾ ਇਹਦੇ ਪਿੱਛੇ ਮੇਰੀ ਸੋਚ ਕੀ ਹੈ, ਉਹਦੀ ਹੈ।
ਇੱਕ ਤਾਂ ਮੇਰੀ ਸੋਚ ਇਹ ਹੋ ਸਕਦੀ ਹੈ ਕਿ ਮੈਂ ਵਿਹਲਾ ਵਾਂ, ਚਲੋ ਟਾਈਮ ਪਾਸ ਹੋ ਜਾਂਦਾ। ਇੱਕ ਤਾਂ ਮੇਰੀ ਸੋਚ ਇਹ ਹੋ ਸਕਦੀ ਹੈ। ਦੂਜਾ ਮੇਰੀ ਸੋਚ ਇਹ ਹੋ ਸਕਦੀ ਕਿ ਇਮੋਸ਼ਨਲ ਬਲੈਕਮੇਲ ਕਰੋ ਤੇ ਕੋਈ 4 ਪੈਸੇ ਇਕੱਠੇ ਕਰੋ, ਮੇਰੀ ਇਹ ਵੀ ਸੋਚ ਹੋ ਸਕਦੀ ਹੈ। ਤੀਜੀ ਮੇਰੀ ਸੋਚ ਇਹ ਹੋ ਸਕਦੀ ਹੈ ਕਿ ਮੈਂ ਆਪਣੀ ਵਿਦਵਤਾ ਵਿਖਾਵਾਂ। ਚੌਥੀ ਮੇਰੀ ਸੋਚ ਇਹ ਹੋ ਸਕਦੀ ਹੈ ਕਿ ਕਲਾਸ ਦੇ ਵਿੱਚ ਜਿੰਨੀਆਂ ਵੀ ਮੇਰੀਆਂ ਤੁਸੀਂ ਭੈਣਾਂ ਜਾਂ ਵੀਰ ਬੈਠੇ ਹੋ ਜਾਂ ਮੈਂ ਆ, ਅਸੀਂ ਸਾਰੇ ਇੱਕ ਪਿਤਾ ਦੇ ਬੱਚੇ ਆ। ਅਸੀਂ ਗੁਰਬਾਣੀ ਰਾਹੀਂ ਜ਼ਿੰਦਗੀ ਜੀਣ ਦਾ ਢੰਗ ਸਮਝਣਾ ਹੈ, ਗੁਰੂ ਦੀ ਗੱਲ ਅਸਾਂ ਕਰਨੀ ਹੈ, ਔਰ ਗੁਰੂ ਦੀ ਪਾਵਨ ਬਾਣੀ ਅਸੀਂ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾਣੀ ਹੈ। ਜਿੰਨਾ ਕੁ ਮੈਨੂੰ ਸਮਝ ਹੈ, ਮੈਂ ਆਪਣੀਆਂ ਭੈਣਾਂ ਨੂੰ ਔਰ ਵੀਰਾਂ ਨੂੰ ਗੁਰੂ ਦੀ ਪਾਵਨ ਬਾਣੀ ਦੇ ਨਾਲ ਜੋੜਨਾ ਹੈ। ਇਹ 4-5 ਕਿਸਮ ਦੀ ਸੋਚ ਹੈ ਨਾ, ਤਾਂ ਕਲਾਸ ਦੀ ਮਹਾਨਤਾ ਨਹੀਂ ਹੈ, ਮੇਰਾ ਇਰਾਦਾ ਪਿੱਛੇ ਕੀ ਹੈ, ਮਹਾਨਤਾ ਉਹਦੀ ਹੈ। ਤੁਸੀਂ ਕਿਸੇ ਨਾਲ ਵਰਤ ਰਹੇ ਹੋ, ਕਿਸੇ ਦੇ ਘਰ ਆ ਜਾ ਰਹੇ ਹੋ, ਮਹਾਨਤਾ ਉਹਦੀ ਨਹੀਂ ਹੈ। ਤੁਹਾਡਾ ਉਹਦੇ ਘਰ ਵਿੱਚ ਜਾਣ ਦਾ, ਆਉਣ ਦਾ ਇਰਾਦਾ ਕੀ ਹੈ, ਚੰਗਾ ਜਾਂ ਮਾੜਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਰੱਬ ਦਾ ਪਿਆਰਾ ਹੈ, ਸੱਚ ਹਿਰਦੈ ਸਤਮੁਖ ਹੈ, ਤਾਂ ਉਹਦੀ ਨਿਸ਼ਾਨੀ ਹੈ, ਉਹਦੀ ਸੋਚ ਵੀ ਸੱਚੀ ਹੈ ਔਰ ਉਹਦਾ ਜੀਵਨ ਵੀ ਸੱਚਾ ਹੈ, ਉਹਦੇ ਮੁਖ ਦੇ ਬਚਨ ਵੀ ਸੱਚੇ ਨੇ। ਸਾਚੀ ਦ੍ਰਿਸ਼ਟ, ਸਾਚਾ ਆਕਾਰ, ਉਸ ਮਨੁੱਖ ਦੀ ਨਜ਼ਰ ਸੱਚੀ ਹੈ। ਦੇਖੋ ਅਸੀਂ ਆਪਣੀਆਂ ਧੀਆਂ ਨੂੰ, ਭੈਣਾਂ ਨੂੰ ਇਹਨਾਂ ਅੱਖਾਂ ਨਾਲ ਵੇਖਦੇ ਹਾਂ ਤੇ ਅੱਖਾਂ ਇਹੀ ਹੁੰਦੀਆਂ ਨੇ, ਬੇਗਾਨੀ ਧੀ ਭੈਣ ਨੂੰ ਵੇਖਦੇ ਹਾਂ ਨਜ਼ਰੀਆ ਬਦਲ ਜਾਂਦਾ ਨਾ। ਤਾਂ ਜਿਹੜਾ ਰੱਬ ਦਾ ਪਿਆਰਾ ਹੋਏਗਾ, ਉਹਦੀ ਨਜ਼ਰ ਜਿਸ ਇਰਾਦੇ ਨਾਲ, ਜਿਸ ਸੋਚ ਦੇ ਨਾਲ ਆਪਣੀ ਧੀ ਭੈਣ ਨੂੰ ਵੇਖਦਾ ਹੈ, ਦੂਜੇ ਦੀ ਧੀ ਭੈਣ ਨੂੰ ਵੀ ਉਸੇ ਨਜ਼ਰ ਨਾਲ ਹੀ ਵੇਖੇਗਾ। ਜੋ ਕੁਝ ਮੈਂ ਆਪਣੇ ਵਾਸਤੇ ਚਾਹੁੰਦਾ ਹਾਂ, ਉਹ ਮੈਂ ਤੁਹਾਡੇ ਵਾਸਤੇ ਵੀ ਚਾਹਾਂਗਾ। ਜੋ ਬੋਲ ਮੈਂ ਆਪਣੇ ਵਾਸਤੇ ਨਹੀਂ ਸੁਣਨਾ ਚਾਹੁੰਦਾ, ਉਹ ਬੋਲ ਮੈਂ ਤੁਹਾਡੇ ਵਾਸਤੇ ਨਹੀਂ ਬੋਲਾਂਗਾ। ਜਿਹੜਾ ਵਿਹਾਰ ਮੈਨੂੰ ਪਸੰਦ ਨਹੀਂ, ਉਹ ਵਿਹਾਰ ਮੈਂ ਤੁਹਾਡੇ ਨਾਲ ਵੀ ਨਹੀਂ ਕਰਾਂਗਾ। ਇਹਨੂੰ ਕਹਿੰਦੇ ਨੇ ਸਾਚੀ ਦ੍ਰਿਸ਼, ਉਹਦੀ ਸੋਚ ਸੱਚੀ ਹੈ। ਸਾਚਾ ਆਕਾਰ, ਸਾਚਾ ਦਾ ਮਤਲਬ ਰੱਬ ਦਾ ਰੂਪ, ਆਕਾਰ ਦਾ ਮਤਲਬ ਸਾਰਾ ਸੰਸਾਰ। ਉਸ ਬੰਦੇ ਨੂੰ ਸਾਰਾ ਸੰਸਾਰ ਰੱਬ ਦਾ ਆਕਾਰ ਦਿਸਦਾ ਹੈ, ਰੱਬ ਦਾ ਰੂਪ ਦਿਸਦਾ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਜੇਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਹਾਰੇ, ਕਿ हे ਪ੍ਰਭੂ ਜਿੰਨੀਆਂ ਵੀ ਔਰਤਾਂ ਔਰ ਬੰਦੇ ਨੇ, ਸਾਰੇ ਤੇਰਾ ਹੀ ਰੂਪ ਨੇ। ਜੋ ਦਿਸ ਹੈ ਸੋ ਤੇਰਾ ਰੂਪ। ਉਹ ਭਾਈ ਕਨਈਏ ਦੀ ਤਰ੍ਹਾਂ ਸਾਰਿਆਂ ਦੇ ਨਾਲ ਰੱਬ ਵਰਗਾ ਵਿਹਾਰ ਕਰਦਾ ਹੈ। ਭਗਤ ਪੂਰਨ ਸਿੰਘ ਦੀ ਤਰ੍ਹਾਂ ਸਭ ਨਾਲ ਰੱਬ ਵਰਗਾ ਵਿਹਾਰ ਕਰਦਾ ਹੈ। ਰੱਬ ਦਾ ਭਗਤ, ਰੱਬ ਦਾ ਪਿਆਰਾ ਉਹਨੂੰ ਕਹਿ ਸਕਦੇ ਹਾਂ। ਤੇ ਜੇ ਮੇਰੇ ਵਰਗੇ ਨੇ ਅੰਮ੍ਰਿਤ ਵੀ ਛਕਿਆ ਹੋਏ, ਨਿਤਨੇਮ ਵੀ ਕਰਦਾ ਹੋਵੇ, ਤੇ ਈਰਖਾ ਦਵੈਸ਼ ਹੋਵੇ, ਵੈਰ ਵਿਰੋਧ ਹੋਵੇ, ਕਿਸੇ ਨਾਲ ਵਿਹਾਰ, ਕਿਸੇ ਨਾਲ ਮਾੜਾ ਚੰਗਾ, ਤਾਂ ਉਹ ਸਿਸਟਮ ਠੀਕ ਨਹੀਂ ਹੈ। ਸੱਚ ਵਰਤੈ, ਸਾਚਾ ਪਾਸਾਰ, ਉਹਨੂੰ ਇਹ ਸਮਝ ਆ ਜਾਂਦੀ ਕਿ ਸੱਚ ਵਰਤੈ। ਸੱਚ ਦਾ ਮਤਲਬ ਰੱਬ ਹੀ ਵਰਤ ਰਿਹਾ ਹੈ ਸਭ ਥਾਵਾਂ ਤੇ। ਸਾਚਾ ਪਾਸਾਰ ਦਾ ਮਤਲਬ ਸਾਰਾ ਖਲਾਰਾ, ਸਾਰਾ ਜਗਤ ਉਸ ਰੱਬ ਦਾ ਹੀ ਰੂਪ ਹੈ, ਰੱਬ ਹੀ ਪਸਰਿਆ ਹੋਇਆ ਹੈ। ਇਹ ਸਾਰਾ ਪਸਾਰਾ ਸੱਚਾ ਹੈ, ਇਹਦੇ ਅੰਦਰ ਕੋਈ ਉਕਾਈ ਨਹੀਂ ਹੈ। ਸਭ ਥਾਵਾਂ ਦੇ ਉੱਤੇ ਸੱਚ ਵਰਤ ਰਿਹਾ ਹੈ। ਸੱਚ ਦੇ ਆਧਾਰ ਤੇ ਫੈਸਲੇ ਹੋਣੇ ਨੇ। ਇਸ ਲਈ ਉਹ ਬੰਦਾ ਜੋ ਰੱਬ ਦੇ ਨਾਲ ਪ੍ਰੀਤ ਕਰਨ ਵਾਲਾ ਹੈ, ਉਹ ਸੱਚ ਦੇ ਨਾਲ ਜੁੜੇਗਾ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਇੱਥੇ ਪਾਰ ਬ੍ਰਹਮ ਤੇ ਥੋੜਾ ਜਿਹਾ ਰੁਕ ਜਾਣਾ ਹੈ। ਜਿਨ ਦੇ ਨੰਨੇ ਨਾਲ ਸਿਹਾਰੀ ਹੈ, ਜਿਸ ਦਾ ਮਤਲਬ ਜਿਸ ਨੇ ਪੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਦੋਂ ਵੀ ਜਿਨ ਔਰ ਤਿੰਨ ਦੇ ਨੰਨੇ ਨਾਲ ਸਿਹਾਰੀ ਆਏ, ਉਹ ਸਿੰਗੂਲਰ ਸ਼ਬਦ ਹੋਏਗਾ, ਜਿਸ ਨੇ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਸੱਚ ਕਰ ਦਾ ਮਤਲਬ ਸੱਚ ਕਰਕੇ ਸਦਾ ਥਿਰ ਰਹਿਣ ਵਾਲਾ। ਜਿਸ ਮਨੁੱਖ ਨੇ ਅਕਾਲ ਪੁਰਖ ਨੂੰ ਸਦਾ ਥਿਰ ਰਹਿਣ ਵਾਲਾ ਸਮਝ ਲਿਆ ਹੈ, ਨਾਨਕ ਸੋ ਜਨ ਸੱਚ ਸਮਾਤਾ। ਇੱਥੇ ਸੱਚ ਦੇ ਚੱਚੇ ਨਾਲ ਸਿਹਾਰੀ ਹੈ, ਸੱਚ ਵਿੱਚ। ਸਮਾਤਾ ਦਾ ਮਤਲਬ ਲੀਨ ਹੋ ਜਾਂਦਾ ਹੈ। ਉਹ ਬੰਦਾ ਸੱਚ ਦੇ ਅੰਦਰ ਲੀਨ ਹੋ ਜਾਂਦਾ ਹੈ। ਉਹ ਬੰਦਾ ਰੱਬ ਦੇ ਅੰਦਰ ਮਿਲ ਕੇ ਰੱਬ ਵਰਗਾ ਹੋ ਜਾਂਦਾ ਹੈ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਤਾਂ ਦੇਖੋ ਕਿੰਨੇ ਸੁੰਦਰ ਢੰਗ ਦੇ ਨਾਲ ਔਰ ਕਿੰਨੇ ਆਸਾਨ ਢੰਗ ਦੇ ਨਾਲ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਜੀਵਨ ਦੀ ਇੱਕ ਜੁਗਤ ਸਮਝਾਈ ਹੈ। ਜਿਸ ਜੀਵਨ ਜੁਗਤ ਨੂੰ ਅਪਣਾ ਕੇ ਮਨੁੱਖ ਆਪਣੇ ਜੀਵਨ ਨੂੰ ਸੁਖੀ ਔਰ ਸ਼ਾਂਤ ਕਰ ਸਕਦਾ ਹੈ, ਆਪਣੀਆਂ ਹਾਰਾਂ ਨੂੰ ਜਿੱਤਾਂ ਵਿੱਚ, ਆਪਣੇ ਦੁੱਖਾਂ ਨੂੰ ਸੁੱਖਾਂ ਵਿੱਚ, ਆਪਣੀਆਂ ਚਿੰਤਾਵਾਂ ਨੂੰ ਖੁਸ਼ੀਆਂ ਦੇ ਅੰਦਰ
ਆਪਣੀ ਨੈਗੇਟਿਵਿਟੀ ਨੂੰ ਪੋਜ਼ਿਟਿਵਿਟੀ ਵਿੱਚ ਔਰ ਆਪਣੇ ਮਾੜੇ ਜੀਵਨ ਨੂੰ ਚੰਗੇ ਜੀਵਨ ਦੇ ਅੰਦਰ ਤਬਦੀਲ ਕਰ ਸਕਦਾ ਹੈ। ਪਰ ਜੇ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਗੁਰਬਾਣੀ ਨੂੰ ਆਪ ਵਿਚਾਰੀਏ ਔਰ ਗੁਰਬਾਣੀ ਤੇ ਅਮਲ ਕਰੀਏ ਤਾਂ ਸਾਡਾ ਆਪਣਾ ਜੀਵਨ, ਸਾਡਾ ਪਰਿਵਾਰ, ਸਾਡਾ ਇਹ ਸੰਸਾਰ ਸਵਰਗ ਹੋ ਸਕਦਾ ਹੈ। ਜਿਹੜਾ ਸੁਪਨਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਹੈ ਨਾ ਕਿ ਇਹ ਜਗ ਸੱਚੇ ਕੀ ਹੈ ਕੋਠੜੀ, ਜਾਂ ਭਗਤ ਰਵਿਦਾਸ ਜੀ ਦਾ ਸ਼ਬਦ ਬੇਗਮਪੁਰਾ ਸ਼ਹਿਰ ਕੋ ਨਾਉ, ਇਹ ਸੰਸਾਰ ਸਵਰਗ ਹੋ ਸਕਦਾ ਹੈ। ਇਸ ਲਈ ਅਸੀਂ ਸਾਰਿਆਂ ਨੇ ਇਹ ਟਰਾਈ ਕਰਨੀ ਹੈ, ਮੈਂ ਵੀ ਔਰ ਤੁਸੀਂ ਵੀ, ਗੁਰਬਾਣੀ ਅਨੁਸਾਰ ਆਪ ਜ਼ਿੰਦਗੀ ਜੀਵੀਏ, ਗੁਰਬਾਣੀ ਅਨੁਸਾਰ ਜੀਣ ਦੀ ਪ੍ਰੇਰਨਾ ਦਵੀਏ ਔਰ ਆਪਣੇ ਜੀਵਨ ਨੂੰ, ਪਰਿਵਾਰਕ ਜੀਵਨ ਔਰ ਸੰਸਾਰ ਨੂੰ ਸਵਰਗ ਦੇ ਅੰਦਰ ਬਦਲੀਏ। ਹੋਈਆਂ ਭੁੱਲਾਂ ਦੀ ਖਿਮਾ। ਜਿਹੜੇ ਫੇਸਬੁੱਕ ਤੇ ਮੇਰੇ ਵੀਰ ਸਰਵਣ ਕਰ ਰਹੇ ਨੇ ਉਹਨਾਂ ਦਾ ਵੀ ਧੰਨਵਾਦ, ਆਪ ਕਲਾਸ ਵਾਲਿਆਂ ਦਾ ਵੀ ਧੰਨਵਾਦ। ਤਾਂ ਅੱਜ ਜੋ ਆਪਾਂ ਵਿਚਾਰ ਕੀਤੀ ਹੈ, ਇਸ ਵਿਚਾਰ ਦੇ ਅੰਦਰ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਤਾਂ ਉਹ ਆਪ ਸਵਾਲ ਕਰ ਸਕਦੇ ਹੋ, ਔਰ ਜੇ ਕਿਸੇ ਨੇ ਆਪਣੇ ਵਿਊਜ਼ ਦੇਣੇ ਨੇ ਤੇ ਉਹ ਵਿਊਜ਼ ਦੇ ਸਕਦੇ ਹੋ। ਹੁਣ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਜਿਨ੍ਹਾਂ ਨੇ ਕੋਈ ਸਵਾਲ ਪੁੱਛਣਾ ਹੈ ਉਹ ਅਨਮਿਊਟ ਹੋ ਕੇ ਸਵਾਲ ਪੁੱਛ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਜੀ, ਹਮੇਸ਼ਾ ਦੀ ਤਰ੍ਹਾਂ ਆਪ ਜੀ ਦਾ। ਤੇ ਜਿੱਦਾਂ ਗਿਆਨੀ ਜੀ ਨੇ ਕਿਹਾ ਹੀ ਆ ਜੀ, ਕਿਸੇ ਨੇ ਵੀ ਕੋਈ ਅੱਜ ਦੀ ਵਿਚਾਰ ਦੇ ਵਿੱਚੋਂ ਆਪ ਕੋਈ ਵਿਚਾਰ ਦੇਣੇ ਆ ਜਾਂ ਕੋਈ ਸਵਾਲ ਤੁਹਾਡੇ ਨਹੀਂ ਸਮਝ ਆਇਆ ਉਹ ਤੁਸੀਂ ਪੁੱਛਣਾ, ਤੇ ਤੁਸੀਂ ਅਨਮਿਊਟ ਹੋ ਜਾਓ। ਤੇ ਅਨਮਿਊਟ ਵੈਸੇ ਹੋਇਆ ਕੋਈ ਨਹੀਂ, ਇਹਦਾ ਮਤਲਬ ਸਾਰਿਆਂ ਨੂੰ ਸਮਝ ਆ ਗਈ ਆ। ਹੋਰ ਵੀ ਕੋਈ ਇਸ ਗੁਰਬਾਣੀ ਦੇ ਨਾਲ ਸੰਬੰਧਿਤ ਕੋਈ ਵੀ ਤੁਹਾਡੇ ਦਿਮਾਗ ਦੇ ਵਿੱਚ ਆਉਂਦੀ ਹੋਵੇ ਗੱਲ ਤਾਂ ਤੁਸੀਂ ਜ਼ਰੂਰ ਪੁੱਛ ਸਕਦੇ ਆ। ਤੇ ਕੁਲਦੀਪ ਕੌਰ ਜੀ ਤੁਸੀਂ ਅਨਮਿਊਟ ਹੋਏ ਆ, ਤੁਸੀਂ ਗੱਲ ਕਰ ਲਓ ਜੀ। ਹਾਂਜੀ, ਮੈਂ ਇਹ ਸੋਚਦੀ ਸੀ ਹੁਣ ਗਿਆਨੀ ਜੀ ਇਹ ਪਾਣਗੇ ਨਾ ਤੇ ਫਿਰ ਦੁਬਾਰਾ ਇਹਨੂੰ ਇੱਕ ਵਾਰੀ ਫਿਰ ਸੁਣਾਂਗੇ ਅਸੀਂ। ਅੱਛਾ ਜੀ, ਠੀਕ ਹੈ ਜੀ। ਉਹ ਤਾਂ ਤੁਹਾਨੂੰ ਇਹਨਾਂ ਦੇ ਜਦੋਂ ਫੇਸਬੁੱਕ ਤੇ ਚਲ ਗਈ ਆ ਉਹ ਵੀ ਆ ਜਾਣੀ ਥੋੜ੍ਹੇ ਚਿਰ ਤਾਈਂ, ਤੇ ਸ਼ਾਮ ਨੂੰ ਰਾਤ ਤਾਈਂ ਜਿਹੜੀ YouTube ਤੇ ਪੈਣੀ ਆ ਉਹ ਵੀ ਆ ਜਾਣੀ ਆ। ਉਹ ਸਾਰਿਆਂ ਦੇ ਕੋਲ ਹੈਗੀ ਆ ਫੈਸਿਲਿਟੀ ਤੇ ਉਹ ਸੁਣ ਸਕਦੇ ਆ ਮੁੜ ਕੇ। ਤੇ ਭਾਈ ਹਾਂਜੀ, ਜੇ ਕਿਸੇ ਹੋਰ ਦਾ ਕੁਐਸਚਨ ਨਹੀਂ ਤਾਂ ਮੈਂ ਇੱਕ ਗੱਲ ਪੁੱਛ ਲਵਾਂ? ਪੁੱਛ ਲਓ ਜੀ। ਵੈਸੇ ਸੰਗਤ, ਜਿਹੜਾ ਸੰਗਤ ਟੀਵੀ ਆ, ਹਾਂਜੀ, ਉਹਦੇ ਉੱਤੇ ਉਹ 8:30 ਵਜੇ ਰੋਜ਼ ਹੀ ਸੂਰਜ ਪ੍ਰਕਾਸ਼ ਦਾ ਕੀ ਕਥਾ ਕਰਦਾ, ਤੇ ਰਾਤੀ ਮੈਂ ਦੇਖਿਆ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉਹ ਘੁਮਾ ਰਿਹਾ ਸੀਗਾ, ਆਰਤੀ ਕਰ ਰਿਹਾ ਸੀਗਾ। ਮੈਂ ਉਹਨੂੰ ਫੋਨ ਕੀਤਾ, ਜਿਹੜਾ ਓਨਰ ਆ, ਮੈਂ ਕਿਹਾ ਤੁਸੀਂ ਕੀ ਕਰ ਰਹੇ ਆ? ਕਹਿੰਦਾ ਕੀ? ਮੈਂ ਕਿਹਾ ਸੂਰਜ ਪ੍ਰਕਾਸ਼। ਮੈਂ ਕਿਹਾ ਇਹ ਤੇ ਸਾਡੇ ਅਸੀਂ ਮੰਨਦੇ ਹੀ ਨਹੀਂ ਹੈ, ਤੁਸੀਂ ਇਹ ਸੰਗਤ ਦੇ ਰੋਜ਼ ਹੀ ਬੈਠ ਜਾਂਦੇ ਆ ਕਰਨ। ਕਹਿੰਦਾ ਕੁਛ ਲੋਕੀ ਲਾਈਕ ਕਰਦੇ ਆ। ਮੈਂ ਕਿਹਾ ਜਰਾ ਦੱਸੀ ਉਹ ਕੌਣ ਲੋਕ ਹੈ ਜਿਨ੍ਹਾਂ ਨੂੰ ਆਪਾਂ ਸੁਣਾ ਰਹੇ ਆ? ਫਿਰ ਮੈਂ ਇੱਕ ਦਿਨ ਪਹਿਲਾਂ ਵੀ ਫੋਨ ਕੀਤਾ ਸੀ, ਉਸ ਦਿਨ ਵੀ ਮੈਂ ਉਹਨੂੰ ਪੁੱਛਿਆ ਸੀ ਕਿ ਆਹ ਆਪਾਂ ਕੀ ਕਰ ਰਹੇ ਆ। ਕਹਿੰਦਾ ਜੀ ਈਮੇਲ 'ਚ ਲਿਖ ਦੇਣਾ, ਫਿਰ ਮੈਂ ਅੱਗੇ ਫਾਰਵਰਡ ਕਰ ਦੂੰ। ਮੈਂ ਕਿਹਾ ਓਨਰ ਤਾਂ ਤੂੰ ਆਪ ਹੈ ਤੇ ਮੁੰਡਾ ਹੀ ਆ। ਮੈਂ ਕਿਹਾ ਓਨਰ ਤਾਂ ਤੂੰ ਆਪ ਹੈ, ਤੂੰ ਕਿਹਨੂੰ ਫਾਰਵਰਡ ਕਰਨਾ? ਉਹਨੇ ਫੋਨ ਹੀ ਬੰਦ ਕਰਤਾ। ਠੀਕ ਹੈ ਜੀ। ਦੇਖੋ ਉਹ ਜੀ ਉਹਨੂੰ ਵਿਸ਼ਾਲ ਸਿੰਘ ਨੂੰ ਬਿਠਾਇਆ ਹੁੰਦਾ, ਉਹਦੀ ਬਾਕੀ ਸਾਰਾ ਪਰਿਵਾਰ ਉਹਦਾ ਹਿੰਦੂ ਪ੍ਰਚਾਰ ਕਰਦਾ, ਇਕੱਲਾ ਹੀ ਸਿੱਖ ਬਣ ਕੇ ਸੂਰਜ ਪ੍ਰਕਾਸ਼ ਬੈਠਾ ਹੁੰਦਾ। ਇਹ ਮੇਰਾ ਖਿਆਲ ਕਥਾ ਜੀ ਇਸ ਚੈਨਲ ਤੇ ਬਹੁਤ ਚਿਰ ਤੋਂ ਆ ਰਹੀ ਹੈ, ਸਾਲਾਂ ਬੱਧੀ ਤੁਸੀਂ ਕਹਿ ਸਕਦੇ। ਮੈਨੂੰ ਪਤਾ ਸਾਲ ਜਾਂ 2 ਸਾਲ ਤੋਂ ਇਹ ਕਥਾ ਚੱਲ ਰਹੀ ਹੈ। ਸ਼ਾਇਦ ਮੁੜ ਕੇ ਫੇਰ ਰਿਪੀਟ ਕਰਕੇ ਦੂਜੀ ਵਾਰ ਫੇਰ ਲਾ ਦਿੰਦੇ ਆ ਜਾਂ ਕਿੱਦਾਂ, ਮੈਨੂੰ ਪਤਾ ਨਹੀਂ ਹੈਗਾ। ਪਰ ਸ਼ਾਇਦ ਇੰਡੀਆ ਦੇ ਵਿੱਚ ਇਹ ਕਥਾ ਕਰਦੇ ਆ ਕਿਤੇ ਅੰਮ੍ਰਿਤਸਰ 'ਚ ਪੋਸੀਬਲੀ, ਉੱਥੋਂ ਹੀ ਕਿਤੇ ਆਉਂਦੀ ਇਹ। ਹਾਂਜੀ, ਤੇ ਕਿਉਂਕਿ ਜਿਹੜੀ ਆਡੀਅנס ਹੁੰਦੀ ਕਿਤੇ ਕਿਤੇ ਮੈਂ ਦੇਖਿਆ ਜ਼ਰੂਰ ਹੈ, ਪਰ ਮੈਂ ਕਦੀ ਉਸ ਤਰ੍ਹਾਂ ਅਟੈਂਡ ਨਹੀਂ। ਮੇਰੀ ਇੱਕ ਫਰੈਂਡ ਹੈ, ਉਦਾਂ ਤਾਂ ਮੈਂ ਕਦੀ ਨੋਟ ਨਹੀਂ ਕੀਤਾ। ਮੇਰੀ ਇੱਕ ਫਰੈਂਡ ਹੈ, ਮੈਨੂੰ ਫੋਨ ਕਰਦੀ ਹੈ, ਕੁਲਦੀਪ ਇਹਨੂੰ ਸੁਣਿਆ ਕਰ, ਬਹੁਤ ਅੱਛਾ ਗੁਰੂ ਨਾਨਕ ਬਾਰੇ ਦੱਸਦਾ ਹੈ। ਪਹਿਲਾਂ ਤਾਂ ਮੈਂ ਇਹਨੂੰ ਸੂਰਜ ਪ੍ਰਕਾਸ਼ ਬਾਰੇ ਬਹੁਤਾ ਪਤਾ ਵੀ ਨਹੀਂ ਸੀ, ਉਦਾਂ ਪਤਾ ਸੀ ਵੀ ਅਸੀਂ ਇਹਨੂੰ ਮੰਨਦੇ ਨਹੀਂ ਹੈਗੇ, ਚੰਗਾ ਨਹੀਂ ਹੈਗਾ ਸਾਡੇ ਲਈ। ਪਰ ਮੈਂ ਕਿਹਾ ਚਲੋ ਇਹ ਬਾਰ-ਬਾਰ ਫੋਨ ਕਰਦੀ ਹੈ, ਮੈਂ ਜਰਾ ਬੈਠਾ, ਮੈਂ ਇੱਕ ਦਿਨ ਸੁਣਾ। ਫਿਰ ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਤੂੰ ਕੀ ਸਟੋਰੀਆਂ ਬੈਠੀਆਂ ਸੁਣਦੀ ਰਹਿੰਦੀ ਹੈ, ਤੂੰ ਸਾਡੇ ਨਾਲ ਜੁੜ ਤਾਂ। ਉਹ ਸਾਰੀਆਂ ਸਟੋਰੀਆਂ ਪਤਾ ਨਹੀਂ ਕਿੱਦਾਂ ਬੋਲਦਾ ਉਹ ਗੁਰੂ ਨਾਨਕ ਜੀ ਇੱਥੋਂ ਉੱਥੇ ਗਏ, ਹਾਂਜੀ
ਫਿਰ ਉੱਥੋਂ ਜੀ ਇੱਥੇ ਆਏ। ਇਸ ਤਰ੍ਹਾਂ ਨਾ ਉਹ ਕਰ ਕਰਕੇ ਪਤਾ ਨਹੀਂ ਕਿਹੜੇ ਘੁੰਮਣ ਘੇਰੀਆਂ 'ਚ ਲੋਕਾਂ ਨੂੰ ਉਹਨੇ ਪਾਇਆ ਹੋਇਆ ਆ। ਲੇਕਿਨ ਉਹ ਜਿਹੜਾ ਚੈਨਲ ਵਾਲਾ ਆ ਉਹ ਮੰਨਣ ਨੂੰ ਤਿਆਰ ਨਹੀਂ। ਕਹਿੰਦਾ ਜੀ ਲੋਕੀ ਸੁਣਦੇ ਆ, ਲੋਕੀ ਸੁਣਨਾ ਚਾਹੁੰਦੇ ਆ। ਇਹ ਤਾਂ ਜੀ ਹੁਣ ਉਹਨਾਂ ਦੀ ਮਰਜ਼ੀ ਆ, ਤੁਹਾਡੀ ਆਪਣੀ ਮਰਜ਼ੀ ਆ, ਤੁਸੀਂ ਉਹਨੂੰ ਸੁਣਨਾ, ਦੇਖਣਾ ਜਾਂ ਨਹੀਂ ਕਰਨਾ, ਇਹ ਆਪਣੀ ਆਪਣੀ ਮਰਜ਼ੀ ਹੈਗੀ ਆ। ਜਿਹਨੇ ਦੇਖਣਾ ਸੁਣਨਾ ਉਹ ਸੁਣੀ ਜਾਵੇ, ਜਿਹਨੇ ਨਹੀਂ ਦੇਖਣਾ ਸੁਣਨਾ ਉਹ ਨਾ ਸੁਣੇ। ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿੰਨੇ ਕੁ ਆਡੀਅנס ਉਹਨਾਂ ਦੇ ਹੈਗੇ ਆ। ਉਹਨਾਂ ਦੇ ਅੱਜ ਕੱਲ੍ਹ ਮੋਨੀਟਰਿੰਗ ਕਰਨ ਦਾ ਜਿਹੜਾ ਸਿਸਟਮ ਹੈਗਾ ਉਹਨਾਂ ਦੇ ਕੋਲ, ਉਹ ਤਾਂ ਪਤਾ ਲੱਗ ਜਾਂਦਾ ਵੀ ਕਿੰਨੇ ਕੁ ਸੈਂਕੜੇ, ਹਜ਼ਾਰਾਂ, ਮਿਲੀਅਨ ਕਿੰਨੇ ਕੁ ਜੁੜੇ ਆ ਉਹਨਾਂ ਦੇ। ਜੇ ਉਹਨਾਂ ਦੀ ਡ੍ਰੌਪਿੰਗ ਹੋ ਗਈ ਤਾਂ ਫਿਰ ਹੋ ਸਕਦਾ ਉਹ ਬੰਦ ਹੀ ਕਰ ਦੇਣ, ਕਿਉਂਕਿ ਉਹਨਾਂ ਨੂੰ ਤਾਂ ਮਤਲਬ ਕਮਰਸ਼ੀਅਲ ਦਾ ਮਤਲਬ ਆ, ਜਾਂ ਪਿੱਛੋਂ ਪੈਸਿਆਂ ਦਾ ਮਤਲਬ ਆ, ਜਾਂ ਜਿਹੜੇ ਪ੍ਰੋਗਰਾਮ ਇਹ ਦਿੰਦੇ ਜੇ ਤਾਂ ਉਹ ਪੈਸੇ ਖਾਸੇ ਦੇਈ ਜਾਂਦੇ ਫਿਰ ਕਰਵਾਈ ਜਾਊਗੇ, ਜਾਂ ਫਿਰ ਜਿਹੜੀ ਆਡੀਅנס ਜਿੱਥੇ ਆਪਣਾ ਮਾਲ ਵੇਚਦੇ ਆ ਉਹਦੇ ਸਕਰੀਨ ਤੇ ਮੈਨੂੰ ਲੱਗਦਾ ਉਹਨਾਂ ਕਿ ਦੇ ਜਿਹੜੇ ਹਿਸਾਬ ਨਾਲ ਕਰਦੇ ਆ, ਆਡੀਅנס ਦੇ ਮੁਤਾਬਕ ਕਰਦੇ ਆ। ਕਰਵਾਉਂਦੇ ਆ ਇਹ ਕੰਮ, ਉਹ ਇਹਨਾਂ ਨੂੰ ਦਿੰਦੇ ਪੈਸੇ। ਠੀਕ ਹੈ ਜੀ, ਸਾਡੇ ਨਾਲ 2 ਜਣੇ ਹੋਰ ਜੁੜੇ ਹੋਏ ਜੀ, ਥੈਂਕ ਯੂ। ਤੇ ਸਾਡੇ ਨਾਲ ਇੱਕ ਤਾਂ ਆਪਣੇ ਭਾਈ ਗਗਨਦੀਪ ਸਿੰਘ ਜੀ, ਤੁਸੀਂ ਅਨਮਿਊਟ। ਚਲੋ ਇਹ ਤੋਂ ਪਹਿਲਾਂ ਕਿ ਤੁਸੀਂ ਆਓ ਤਾਂ ਫਿਰ ਮੈਂ ਮੇਰੀ ਘਰ ਵਾਲੀ ਵੀ ਖੜੀ ਹੈ ਜੀ, ਲਾਈਨ 'ਚ ਲੱਗੀ ਹੈ, ਉਹ ਵੀ ਕਹਿੰਦੀ ਮੈਂ ਕੁਛ ਨਾ ਕੁਛ ਜ਼ਰੂਰ ਕਹਿਣਾ, ਤੇ ਉਹਦੇ ਵੀ ਵਿਚਾਰ ਸੁਣ ਲਓ ਜੀ ਸਾਰੇ ਜਣੇ। ਹਾਂਜੀ, ਕਰੋ ਗੱਲ। ਨਹੀਂ, ਮੈਂ ਇਹਨਾਂ ਨੂੰ ਇਹ ਕਹਿਣਾ ਸੀ ਕਿ ਕੁਲਦੀਪ ਭੈਣ ਜੀ ਨੂੰ ਕਿ ਪਤਾ ਨਹੀਂ ਤੁਸੀਂ ਲੇਟਲੀ ਸੁਣਿਆ ਕਿ ਨਹੀਂ, ਕਿ ਜਿਹੜੀ ਤੁਸੀਂ ਸੂਰਜ ਪ੍ਰਕਾਸ਼ ਦੀ ਇਸ ਕਥਾ ਦੀ ਗੱਲ ਕਰਦੇ ਹੋ, ਇਹ ਤਾਂ ਜੀ ਸਾਹਿਬ ਗੁਰਦੁਆਰੇ ਦੇ ਵਿੱਚ ਕਿਸੇ ਨੇ ਕਥਾ ਕੀਤੀ ਆ, ਤੇ ਉੱਥੇ ਸਾਡੇ ਸਭ ਜਥੇਦਾਰ ਆ, ਸਭ ਆ, ਮਤਲਬ ਉਹਨਾਂ ਨੇ ਉਹਦਾ ਕੀ ਐਕਸ਼ਨ ਲਿਆ ਉਹਦੇ ਵਿੱਚ ਉਹਨਾਂ ਨੇ ਕਿਉਂਕਿ ਜੋ ਅਸੀਂ ਸੁਣਿਆ ਉਹਦੇ ਵਿੱਚ ਉਹਨਾਂ ਨੇ ਬਿਲਕੁਲ ਸੁਣਾਇਆ। ਇੱਕ ਭਾਈ ਲਖਵੀਰ ਸਿੰਘ ਜੀ ਕੈਨੇਡਾ ਤੋਂ ਆ, ਉਹਨਾਂ ਨੇ ਦੱਸਿਆ, ਔਰ ਉਹਨਾਂ ਦੀ ਟੇਪ ਜਿਹੜੀ ਸੀਗੀ ਜੋ ਉਹਨਾਂ ਨੇ ਉੱਥੇ ਸੂਰਜ ਪ੍ਰਕਾਸ਼ ਦੀ ਕਥਾ ਕੀਤੀ ਸੀ, ਉਹਨੂੰ ਪਲੇ ਕਰਕੇ ਉਹਨਾਂ ਨੇ ਦੱਸਿਆ ਕਿ ਇਹ ਕਿੱਦਾਂ ਸਾਡੇ ਨਾਲ ਧੋਖਾ ਕਰਦੇ ਆ। ਜਿਹੜੇ ਉਹਦੇ ਵਿੱਚ ਜਦੋਂ ਪੜ੍ਹਦੇ ਆ ਉਹਨੂੰ, ਉਹਦੇ ਵਿੱਚੋਂ ਉਹ ਕਹਿੰਦੇ ਆ ਕਿ 4 ਉਹ ਪਦ ਜਾਂ ਪੌੜੀਆਂ ਜੋ ਵੀ ਉਹਦੀਆਂ ਹੁੰਦੀਆਂ ਉਹ ਛੱਡ ਜਾਂਦੇ ਆ, ਜਿੱਥੇ ਉਹਨਾਂ ਨੂੰ ਇਹ ਪਤਾ ਆ ਕਿ ਇੱਥੇ ਗਲਤ ਲਿਖਿਆ, ਇਹ ਗਲਤ ਆ। ਠੀਕ ਆ, ਜਿੱਦਾਂ ਹੁਣ ਅੰਮ੍ਰਿਤ ਛਕਣ ਦੀ ਆ, ਅੰਮ੍ਰਿਤ ਛਕਣ ਦੀ ਜਿਹੜੀ ਮੈਂ ਕਥਾ ਸੁਣੀ ਸੀ, ਮੈਂ ਅੱਜ ਤੋਂ 10-20 ਸਾਲ ਪਹਿਲਾਂ ਗਿਆਨੀ ਹਰਦੀਪ ਸਿੰਘ ਹੁਣ ਵੀਰਤ ਗੁਰਦੁਆਰੇ ਆ, ਤੇ ਇਹ ਇੱਥੇ ਸਵੇਰ ਨੂੰ ਇਹ ਸੂਰਜ ਪ੍ਰਕਾਸ਼ ਦੀ ਇਹਨਾਂ ਨੇ ਕਥਾ ਸ਼ੁਰੂ ਕੀਤੀ ਸੀਗੀ, ਤੇ ਮੈਂ ਉਹ ਕਥਾ ਜਿਹੜੀ ਸੀਗੀ ਉਹ ਇਹਨਾਂ ਨੇ ਏਦਾਂ ਲੁਕੋਈ ਨਹੀਂ ਸੀ। ਉਹਨਾਂ ਨੇ ਉਸੇ ਤਰ੍ਹਾਂ ਕਥਾ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ 5 ਬੱਕਰੇ ਮੰਗਾਏ ਸੀ, ਤੇ ਉਹ 5 ਬੱਕਰੇ ਜਿਹੜੇ ਉਹਦੇ ਵਿੱਚ ਲਿਖਿਆ ਆ ਸੂਰਜ ਪ੍ਰਕਾਸ਼ ਦੇ। ਇਹਨੇ ਹਰਦੀਪ ਸਿੰਘ ਗਿਆਨੀ ਦੀ ਮੈਂ ਇਹ ਸਿਫਤ ਕਰਦੀ ਹਾਂ ਕਿ ਉਹਨਾਂ ਨੇ ਉਹਦੇ ਵਿੱਚ ਕੋਈ ਲੁਕੋ ਨਹੀਂ ਰੱਖਿਆ ਸੀ। ਉਹਨਾਂ ਨੇ ਬਿਲਕੁਲ ਸਾਨੂੰ ਦੱਸਿਆ ਕਿ ਮੈਂ ਪੜ੍ਹ ਕੇ ਉਹੀ ਸੁਣਾ ਰਿਹਾ ਜੋ ਇਹਦੇ ਵਿੱਚ ਲਿਖਿਆ ਆ। ਠੀਕ ਹੈ ਜੀ, ਸਾਨੂੰ ਨਹੀਂ ਪਤਾ ਗੁਰੂ ਦੀ ਕੀ ਮਤਲਬ ਇਹਦੇ ਵਿੱਚ ਇੱਛਾ ਹੋਊਗੀ। ਗੁਰੂ ਨੇ ਬੱਕਰੇ ਲਿਆਂਦੇ ਜਾਂ ਸਿੰਘ ਝਟਕਾਏ, ਉਹ ਕਹਿੰਦਾ ਮੈਂ ਇਹਦੇ ਬਾਰੇ ਤੁਹਾਡੇ ਨਾਲ ਡਿਬੇਟ ਵਿੱਚ ਨਹੀਂ ਆਉਂਦਾ ਹੈਗਾ। ਸੋ ਇਹ ਜਿਹੜੀਆਂ ਚੀਜ਼ਾਂ ਆ ਇਹ ਕੱਲੀਆਂ ਇੱਥੋਂ ਸੰਗਤ ਟੀਵੀ ਤੋਂ ਨਹੀਂ, ਇਹ ਤਾਂ ਸਾਡੇ ਜਿਹੜੇ ਮੇਨ ਹੈਡ ਮਤਲਬ ਕਹਿ ਲਓ ਜਿਹੜੀਆਂ ਸਾਡੀਆਂ ਮੇਨ ਜਿੱਥੋਂ ਸਾਡਾ ਪ੍ਰਚਾਰ ਹੋਣਾ ਚਾਹੀਦਾ ਸਿੱਖੀ ਦਾ, ਉੱਥੋਂ ਇਹਨਾਂ ਚੀਜ਼ਾਂ ਦਾ ਪ੍ਰਚਾਰ ਹੋਇਆ, ਤਾਂ ਫਿਰ ਤੁਸੀਂ ਕਿੱਥੇ ਸਟਾਪ ਕਰੋਗੇ, ਹਨਾ। ਤੇ ਮੈਂ ਇਹਦੇ ਬਾਰੇ ਵੀ ਕਹਿਣਾ ਚਾਹੁੰਦੀ ਸੀ। ਤੇ ਦੂਸਰੀ ਚੀਜ਼ ਮੈਂ ਜਿਹੜੀ ਤਲੋਚਨ ਸਿੰਘ ਹੋਣਾ ਨੇ ਹੁਣੇ ਤੁਹਾਡੇ ਨਾਲ ਸਵੇਰੇ ਗੱਲ ਕੀਤੀ ਸੀ ਕੁਦਰਤ ਦੇ ਬਾਰੇ, ਕਿ ਜਿਹੜਾ ਉਹ ਡੇਵਿਡ ਐਟਨਬਰਾ ਦਾ ਜਿਹੜਾ ਪ੍ਰੋਗਰਾਮ ਹੁਣ ਲੇਟਲੀ ਆਇਆ ਆ, ਉਹ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਔਰ ਦੇਖਣਾ ਚਾਹੀਦਾ ਜ਼ਰੂਰ, ਕਿਉਂਕਿ ਇੱਕ ਪਾਸੇ ਅਸੀਂ ਗਿਆਨ ਦੀ ਗੱਲ ਕਰਦੇ, ਕੁਦਰਤ ਦੀ ਗੱਲ ਕਰਦੇ ਹਾਂ। ਜਿਹੜਾ ਉਹ ਇਨਸਾਨ ਆ ਉਹ 93 ਈਅਰ 올ਡ ਹੋ ਗਿਆ, ਉਹਨੇ ਸਾਰੀ ਜ਼ਿੰਦਗੀ ਕੁਦਰਤ ਤੇ ਲਾਈਓ ਆ, ਔਰ ਉਹਨੇ ਇੱਕ ਛੋਟੇ ਤੋਂ ਛੋਟਾ ਜੀਵ ਵੀ ਸਾਨੂੰ ਦਿਖਾਇਆ ਆ, ਔਰ ਉਹ ਇਸ ਵੇਲੇ ਉਹਨੇ ਇਹ ਦਿਖਾਇਆ ਕਿ ਉਹਨਾਂ ਜੀਵਾਂ ਦੇ ਨਾਲ ਕੀ ਹੋ ਰਿਹਾ ਆ। ਕੱਲਾ ਜੀਵਾਂ ਦੇ ਨਾਲ ਨਹੀਂ ਹੋ ਰਿਹਾ, ਅਸੀਂ ਸਾਰੇ ਦੋਤੇ ਪੋਤੇ ਪੋਤੀਆਂ ਸਭ ਕੁਛ ਆ ਸਾਡੇ ਕੋਲ ਇਸ ਵੇਲੇ। ਸਾਡੀ ਏਜ ਦੀ ਜਿਹੜੀ ਲਾਈਫ ਐਕਸਪੈਕਟੈਂਸੀ ਆ ਉਹ ਬਹੁਤੀ ਨਹੀਂ ਹੈਗੀ, ਮੇ ਵੀ 5 ਸਾਲ ਹੋਊਗੀ, 10 ਹੋ, 20 ਹੋ, ਤੁਸੀਂ ਕਹਿਣੇ ਨੂੰ ਤਾਂ ਤੁਸੀਂ ਕੱਲ ਨੂੰ ਵੀ ਜਾ ਸਕਦੇ ਆ, ਠੀਕ ਹੈ ਜੀ। ਪਰ ਸਾਨੂੰ ਆਪਣੇ ਉਹਨਾਂ ਬੱਚਿਆਂ ਬਾਰੇ ਸੋਚਣਾ ਚਾਹੀਦਾ ਆ ਕਿ ਜਿਹੜੀ ਇਹ ਧਰਤੀ ਆ ਇਸ ਵੇਲੇ ਇਹ ਇਦਾਂ ਦੀ ਡਿਜ਼ਾਸਟਰ ਦੇ ਵਿੱਚ ਜਾ ਰਹੀ ਆ। ਉਹਨੇ ਇੱਥੇ ਤਾਈਂ ਪ੍ਰੈਡਿਕਟ ਕਰ ਦਿੱਤਾ ਆ ਕਿ 2080 ਤਾਈਂ ਜੋ ਪਹਿਲਾਂ ਜਿਹੜੀ ਅਰਥ ਦੀ ਹੋ ਗਈ ਸੀਗੀ, ਸਾਰਾ ਕੁਝ ਉਹਦਾ ਮਲਿਆ ਮੇਟ ਹੋ ਗਿਆ ਸੀ, ਧਰਤੀ ਇੰਨੀ ਗਰਮ ਹੋ ਕੇ, ਰਾਈਟ, ਇਹ ਬਿਲਕੁਲ ਉਸ ਪਾਥ ਤੇ ਉਹ ਬੰਦਾ ਰੋ ਰਿਹਾ ਸੀ 93 ਈਅਰ 올ਡ।
ਉਹ ਕਹਿੰਦਾ ਸੀ ਉਹਨੇ ਫਿਰ ਮਤਲਬ ਜਿਹੜਾ ਚਨੋਬਲ ਰਸ਼ੀਆ ਦੇ ਵਿੱਚ ਨਿਊਕਲੀਅਰ ਐਕਸੀਡੈਂਟ ਹੋਇਆ ਸੀ, ਉਹਨੇ ਉਹਦੇ ਬਾਰੇ ਸਭ ਤੋਂ ਪਹਿਲਾਂ ਦਿਖਾਇਆ ਆ ਕਿ ਉਹ ਜਿਹੜਾ ਟਾਊਨ ਆ ਨਾ, ਜੋ ਫਲੈਟ ਆ, ਜੋ ਘਰ ਆ, ਜੋ ਆਲਾ ਦੁਆਲਾ, ਉਹ ਸਾਰਾ ਏਦਾਂ ਹੀ ਆ, ਬਿਲਕੁਲ ਬੰਦ ਪਿਆ ਆ। ਤੇ ਉਹਦੇ ਵਿੱਚ ਹੁਣ ਆਲੇ ਦੁਆਲੇ ਉਹਨਾਂ ਜਗ੍ਹਾ ਤੇ ਉਹਨਾਂ ਘਰਾਂ ਦੇ ਦੁਆਲੇ ਜੰਗਲਾਤ ਹੁਣ ਆਪਣੇ ਆਪ ਜਿਹੜੀ ਨੇਚਰ ਆ ਉਹ ਟੇਕ ਓਵਰ ਕਰ ਰਹੀ ਆ, ਹਨਾ। ਹੁਣ ਅਸੀਂ ਸਾਨੂੰ ਵੀ ਕੁਛ ਨਾ ਕੁਛ ਇੱਥੇ ਡਿਸਕਸ ਕਰਕੇ ਅਸੀਂ ਗੁਰਬਾਣੀ ਤਾਂ ਜ਼ਰੂਰ ਸਾਰੇ ਮਤਲਬ ਬਹੁਤ ਯਕੀਨ ਹੋ ਕੇ ਸੁਣਦੇ ਆ, ਪਰ ਗੁਰਬਾਣੀ ਸਾਨੂੰ ਇਹ ਵੀ ਕਹਿੰਦੀ ਆ ਕਿ ਸਾਨੂੰ ਆਪਣੇ ਆਲੇ ਦੁਆਲੇ ਦਾ ਵੀ ਸੋਚਣਾ ਪੈਣਾ, ਦੇਖਣਾ ਪੈਣਾ ਕਿ ਅਸੀਂ ਕੀ ਨੁਕਸਾਨ ਕਰ ਰਹੇ ਆ। ਹਾਂਜੀ, ਸਾਨੂੰ ਹੋਰ ਨਹੀਂ ਤਾਂ ਸਾਨੂੰ ਜਿਹੜੇ ਆਪਣੀ ਗਾਂ ਦੀਆਂ ਜਨਰੇਸ਼ਨ ਉਹਨਾਂ ਦੇ ਬਾਰੇ ਸਾਨੂੰ ਸੋਚਣਾ ਪੈਣਾ ਆ ਕਿ ਅਸੀਂ ਵੀ ਕੀ ਕਰੀਏ। ਜਿੱਦਾਂ ਹੁਣ ਰੀਸਾਈਕਲਿੰਗ ਹੈਗੀ, ਉਹਨੇ ਇਹ ਦੱਸਿਆ ਕਿ ਜਿੱਦਾਂ ਰੀਸਾਈਕਲਿੰਗ ਆ, ਜਾਂ ਆਪਾਂ ਪਾਣੀ ਜਿਹੜਾ ਘਰਾਂ ਦੇ ਵਿੱਚ ਵਰਤਦੇ ਆ ਉਹ ਬਿਨਾਂ ਗੱਲ ਤੋਂ ਕਈ ਵਾਰੀ ਅਸੀਂ ਸਪੈਸ਼ਲੀ ਅਸੀਂ ਇੰਡੀਅਨ ਤਾਂ ਏਦਾਂ ਹੀ ਕਰਦੇ ਆ ਨਾ ਵੀ ਪਾਣੀ ਟੈਪ ਛੱਡ ਲਈਦੇ ਆ ਤੇ ਕਦੇ ਬੰਦ ਤਾਂ ਕਰੀਦੇ ਨਹੀਂ, ਹਨਾ, ਛੋਟੀ ਜਿਹੀ ਚੀਜ਼ ਦੇ ਵਾਸਤੇ। ਤੇ ਪਾਣੀ ਇੰਨਾ ਘਟ ਰਿਹਾ ਆ ਆਲ ਓਵਰ ਦਾ ਵਰਲਡ ਕਿ ਇਹ ਅਨਬਲੀਵੇਬਲ ਆ ਵੀ ਕਿਸੇ ਦਿਨ ਇਹ ਧਰਤੀ ਇੰਨੀ ਗਰਮ ਹੋ ਜਾਣੀ ਆ ਵੀ ਇਹਦਾ ਰਹਿਣਾ ਕੱਖ ਨਹੀਂ। ਉਹਨੇ ਆਈ ਥਿੰਕ ਉਹਨੇ 2030 ਦਾ ਪ੍ਰੈਡਿਕਸ਼ਨ ਕੀਤੀ ਹੋਆ ਕਿ ਕੀ ਹਾਲ ਹੋ ਜਾਣਾ 10 ਸਾਲਾਂ ਦੇ ਵਿੱਚ। ਜਿਹੜੀ ਸਾਡੀ ਵਾਈਲਡ ਲਾਈਫ ਆ ਉਹਨੂੰ ਬਿਲਕੁਲ ਇਨਸਾਨ ਖਤਮ ਕਰ ਰਿਹਾ। ਜਿੱਦਾਂ ਤੁਸੀਂ ਪਹਿਲਾਂ ਗੱਲਾਂ ਕਰਦੇ ਸੀਗੇ ਇੰਡੀਆ ਦੇ ਵਿੱਚ ਜੋ ਕੁਝ ਹੋ ਰਿਹਾ ਆ, ਉਹਨਾਂ ਨੇ ਦੱਸਿਆ ਆ ਕਿ ਜਿਹੜੀ ਵਿਲਡਰਨੈਸ ਆ ਉਹ ਸਿਰਫ 40% ਰਹਿ ਗਈ ਆ, ਜਦ ਕਿ ਅੱਜ ਤੋਂ 50 ਸਾਲ ਪਹਿਲਾਂ ਉਹ 60-70% ਦੇ ਨੇੜੇ ਸੀਗੀ। ਤੇ ਹੁਣ ਮਤਲਬ ਬਿਲਕੁਲ ਜਿਹੜੀ ਇਹ ਦੁਨੀਆ ਉਹਨਾਂ ਚੀਜ਼ਾਂ ਦਾ ਸਾਡੇ ਨਾਲ ਬਹੁਤ ਗਹਿਰਾ ਕਨੈਕਸ਼ਨ ਆ, ਹਨਾ। ਹੁਣ ਆਪਾਂ ਵੀ ਕੁਝ ਆਪਾਂ ਘਰਾਂ ਦੇ ਵਿੱਚ ਕੁਝ ਕਰ ਸਕਦੇ ਆ। ਸਾਨੂੰ, ਮੈਂ ਤੁਹਾਨੂੰ ਨਹੀਂ ਕਹਿ ਸਕਦੀ ਕਿ ਮੈਂ ਕੀ ਕਰ ਸਕਦੀ ਜਾਂ ਤੁਸੀਂ ਕੀ ਕਰ ਸਕਦੇ, ਪਰ ਸਾਨੂੰ ਸਾਰਿਆਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਡੂੰਘਾ ਸੋਚ ਕੇ ਇਸ ਪ੍ਰੋਗਰਾਮ ਦੇ ਵਿੱਚ ਇਹ ਸਾਨੂੰ ਇੱਕ ਕੰਟਰੀਬਿਊਟ ਕਰ ਸਕਦੇ ਆ ਇਸ ਧਰਤੀ ਨੂੰ ਬਚਾਉਣ ਦੇ ਲਈ, ਕਿਉਂਕਿ ਇਹ ਜੇ ਅਸੀਂ ਕੁਦਰਤ ਮੰਨਦੇ ਆ, ਉਹ ਪਰਮਾਤਮਾ ਮੰਨਦੇ ਆ, ਉਸ ਪਰਮਾਤਮਾ ਨੇ ਸਾਨੂੰ ਇੰਨਾ ਸੋਹਣਾ ਇਹ ਪਲੈਨਟ ਦਿੱਤਾ ਹੈ ਜਿਹਦੇ ਉੱਤੇ ਅਸੀਂ ਸਾਰੀ ਜੀਵਨ ਦੇ ਸੁੱਖ ਮਾਣ ਰਹੇ ਆ। ਮੇਰਾ ਸਿਰਫ ਜੀ ਇੰਨਾ ਕਹਿਣਾ ਸੀਗਾ, ਕੋਈ ਨਾ ਕੋਈ ਜ਼ਰੂਰ ਆਪਣੇ ਇਸ ਚੀਜ਼ ਦੇ ਉੱਤੇ ਰੋਜ਼ ਦੀ ਰੋਜ਼ ਕੋਈ ਨਾ ਕੋਈ ਆਪਣੇ ਸੁਝਾਅ ਲਿਆ ਕੇ ਪਲੀਜ਼ ਇੱਕ ਦੂਜੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਨਰੇਸ਼ਨਾਂ ਦੇ ਲਈ ਕੁਛ ਕਰ ਸਕੀਏ। ਇਕੱਲਾ ਇਹ ਨਹੀਂ ਕਿ ਗੁਰਦੁਆਰੇ ਵਿੱਚ ਮੱਥਾ ਟੇਕ ਕੇ ਤਾਂ ਪੈਸੇ ਚੜਾ ਕੇ ਤਾਂ ਰਮਾਲਾ ਚੜਾ ਕੇ ਅਸੀਂ ਇਸ ਪਰਮਾਤਮਾ ਦੀ ਸੇਵਾ ਕਰ ਸਕਦੇ ਹਾਂ। ਆ ਜਿਹੜੀ ਕੁਦਰਤ ਉਹੀ ਪਰਮਾਤਮਾ ਹੈ ਤੇ ਪਰਮਾਤਮਾ ਨੂੰ ਇਹ ਮੰਨਣਾ ਮਤਲਬ ਇਹਦੀ ਸੇਵਾ ਕਰਨੀ ਹੀ ਬਹੁਤ ਵੱਡੀ ਸੇਵਾ ਆ। ਯੈਸ, ਆਈ ਐਗਰੀ। ਠੀਕ ਹੈ ਜੀ, ਧੰਨਵਾਦ ਜੀ। ਸਵੇਰੇ ਮੈਂ ਤੁਹਾਨੂੰ ਇੱਕ ਮਾੜਾ ਜਿਹਾ ਇੰਸੀਡੈਂਸ ਦੱਸਣਾ ਚਾਹੁੰਦੀ ਆ ਕਿ ਜਿੱਦਾਂ ਉਹਦੀ ਇਹ ਪ੍ਰੋਗਰਾਮ ਦੇਖ ਕੇ ਜਿਹੜਾ ਰਾਣੀ ਦਾ ਵੱਡਾ ਪੁੱਤ ਆ, ਰਾਈਟ, ਉਹ ਉਹਦੇ ਨਾਲ ਜੁਆਇਨ ਹੋ ਗਿਆ ਆ ਤੇ ਉਹਨੇ ਆਈ ਥਿੰਕ ਮੇਰੇ ਖਿਆਲ ਦੇ ਵਿੱਚ ਉਹਨੇ ਕਦੇ ਗੱਲ ਦੀ ਸਮਝ ਨਹੀਂ ਆਈ ਬਹੁਤੀ ਕਿ ਉਹ ਪੰਜ ਵਾਰੀ ਉਹਨੇ ਉਹ ਰਿਵਾਰਡ ਦੇਣੇ ਆ ਜਾਂ ਕਿੱਦਾਂ ਵੀ, ਜੇ ਕੋਈ ਵੀ ਜਿਹੜੀਆਂ ਚੈਰਿਟੀਜ਼ ਆ ਉਹਨਾਂ ਦੇ ਨਾਲ ਹੁਣ ਰਲ ਰਹੀਆਂ ਆ। ਮਤਲਬ ਇੱਥੇ ਤਾਈਂ ਸੀਰੀਅਸ ਇਹ ਸਿਚੁਏਸ਼ਨ ਆ ਤੇ ਮਤਲਬ ਸਾਨੂੰ ਸਾਰਿਆਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਪਲੀਜ਼ ਕੋਈ ਨਾ ਕੋਈ ਸੁਝਾਅ ਦੇਣਾ ਚਾਹੀਦਾ ਇੱਕ ਦੂਜੇ ਨੂੰ ਕਿ ਅਸੀਂ ਕੀ ਕਰ ਸਕਦੇ ਹਾਂ। ਥੈਂਕ ਯੂ ਫॉर ਲਿਸਨਿੰਗ ਜੀ। ਥੈਂਕ ਯੂ ਜੀ। ਹਾਂਜੀ ਗਿਆਨ ਜੀ, ਤੁਸੀਂ ਕਹਿ ਰਹੇ ਸੀ। ਧੰਨਵਾਦ ਤੁਹਾਡਾ। ਔਰ ਹਕੀਕਤ ਹੈ ਵੀ ਗੁਰਬਾਣੀ ਸਾਨੂੰ ਸਿਖਾਉਂਦੀ ਇਹ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੀ ਗੱਲ ਜਿਹੜੀ ਸਾਨੂੰ ਸਮਝਾਈ ਗਈ, ਵਾਸਤਵ ਦੇ ਵਿੱਚ ਹੀ ਇਹ ਚੀਜ਼ਾਂ ਸਮਝਾਈਆਂ ਗਈਆਂ ਨੇ। ਜਦੋਂ ਤੱਕ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੇ ਸਿਧਾਂਤ ਨੂੰ ਨਹੀਂ ਸਮਝਦੇ, ਅਸੀਂ ਵਾਸਤਵ ਦੇ ਵਿੱਚ ਹੀ ਆਪਣਾ ਇੱਕ ਬਹੁਤ ਵੱਡਾ ਨੁਕਸਾਨ ਕਰ ਰਹੇ ਹਾਂ ਤੇ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ, ਹਕੀਕਤ ਹੈ। ਧੰਨਵਾਦ ਤੁਹਾਡਾ ਇਨਫੋਰਮੇਸ਼ਨ ਦੇਣ ਲਈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਕਿਸੇ ਨੇ ਇਸ ਟੌਪਿਕ ਤੇ ਜਾਂ ਅਦਰਵਾਈਜ਼ ਹੋਰ ਕਿਸੇ ਟੌਪਿਕ ਤੇ ਵੀ ਤੁਸੀਂ ਗੱਲ ਕਰਨੀ ਹੋਵੇ ਤਾਂ ਤੁਸੀਂ ਅਨਮਿਊਟ ਹੋ ਕੇ ਗੱਲ ਕਰ ਸਕਦੇ ਆ ਜੀ। ਹਾਂਜੀ, ਜਸਵੀਰ ਕੌਰ ਸੇਖੋਂ, ਤੁਸੀਂ ਅਨਮਿਊਟ ਹੋਏ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਭੈਣ ਜੀ ਹੋਣਾ ਦੀ ਗੱਲ ਬਹੁਤ ਸੋਹਣੀ ਲੱਗੀ ਆ, ਪਰ ਸਾਨੂੰ ਕਰਨਾ ਵੀ ਚਾਹੀਦਾ ਏਦਾਂ, ਹਨਾ। ਪਰ ਮੈਂ ਤੇ ਇਹ ਕਹਿੰਦੀ ਆ ਵੀ ਅਸੀਂ ਜਿਹੜੇ ਅੱਡ ਅੱਡ ਪਲਾਸਟਿਕ ਐਵਰੀਥਿੰਗ ਮੈਂ ਤਾਂ ਪਾਉਂਦੀ ਆ। ਬਾਕੀ ਇੱਕ ਗੱਲ ਆ ਵੀ ਜਿਹੜਾ ਤੇਲ ਵੀ ਆ ਜਿੱਦਾਂ ਅਸੀਂ ਯੂਜ਼ ਕਰਦੇ ਆ, ਇੱਕ ਤਾਂ ਬੋਡੀ ਨੂੰ 2-3 ਵਾਰੀ ਯੂਜ਼ ਕਰੋ, ਉਹ ਆਪਣੇ ਵਾਸਤੇ ਨਾ ਯੂਜ਼ ਕਰੋ। ਉਹਨੂੰ ਤੁਸੀਂ ਬਿਨ ਵਿੱਚ ਤੇ ਪਾਣੀ ਦੇ ਵਿੱਚ ਕਦੀ ਵੀ ਪਾਈਪ ਦੇ ਵਿੱਚ ਨਾ ਸੁੱਟੋ।
ਕਿਉਂਕਿ ਜਦੋਂ ਉਹ ਪਾਈਪ ਦੇ ਵਿੱਚ ਜਾਂਦਾ, ਇੱਕ ਤਾਂ ਸਾਡੇ ਪਾਈਪ ਖਰਾਬ ਹੁੰਦੇ ਆ, ਦੂਸਰਾ ਕਿ ਪਾਣੀ ਜਿਹੜਾ ਆ ਉਹ ਬਹੁਤ ਜ਼ਿਆਦਾ ਖਰਾਬ ਹੁੰਦਾ ਹੈ, ਕਿਉਂਕਿ ਉਹ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜਿਹੜਾ ਤੇਲ ਆ ਵੱਖਰੀ ਇੱਕ ਬੋਤਲ 'ਚ ਪਾ ਕੇ ਜਦੋਂ ਇਹ ਬਿਨ ਲੈਣ ਆਉਂਦੇ ਨੇ, ਉਹ ਫਿਰ ਵੱਖਰਾ ਹੀ ਤੇਲ ਚੁੱਕ ਕੇ ਲੈ ਕੇ ਜਾਂਦੇ ਨੇ। ਥੈਂਕ ਯੂ ਵੈਰੀ ਮਚ। ਧੰਨਵਾਦ ਜੀ। ਥੈਂਕ ਯੂ। ਮੈਂ ਇਹਦੇ ਬਾਰੇ ਥੈਂਕ ਯੂ ਭੈਣ ਜੀ, ਤੁਹਾਡੇ ਬਾਰੇ ਮੈਂ ਇਹਦੇ ਬਾਰੇ ਇਹ ਰਿਕੁਐਸਟ ਕਰਨੀ ਚਾਹੁੰਦੀ ਆ ਕਿ ਜਿਹੜੇ ਸਾਡੇ ਗੁਰਦੁਆਰੇ ਆ ਉਹਨਾਂ ਨੇ ਕੱਪੜਿਆਂ ਵਾਸਤੇ ਵੀ ਬਾਹਰ ਕੰਟੇਨਰ ਰੱਖੇ ਹੋਏ ਆ, ਤੇ ਉਹਨਾਂ ਨੇ ਹੋਰ ਚੀਜ਼ਾਂ ਵਾਸਤੇ ਵੀ ਸ਼ੂਜ਼ ਵਾਸਤੇ ਰੱਖੇ ਹੋਆ ਜਾਂ ਕਿੱਦਾਂ। ਮੇਰੇ ਖਿਆਲ ਦੇ ਵਿੱਚ ਇਹ ਜਿਹੜਾ ਤੁਸੀਂ ਤੇਲ ਦੀ, ਕਿਉਂਕਿ ਸਾਡੇ ਘਰਾਂ ਦੇ ਵਿੱਚ ਤੇਲ ਦੀ ਬਹੁਤ ਯੂਜ਼ ਹੁੰਦਾ ਆ, ਹਨਾ, ਫਰਾਈਂਗ ਵਗੈਰਾ ਆਪਾਂ ਕਰਦੇ ਆ, ਜਿੱਦਾਂ ਉਹ ਕਹਿੰਦੇ ਆ ਕਿ ਉਹਦੇ ਚ ਵੈਕਸ ਪੈਂਦੀ ਆ, ਕੁਛ ਵੀ ਆ, ਉਹ ਜਿਹੜਾ ਆ ਤੇਲ ਇੱਕੋ ਵਾਰੀ ਯੂਜ਼ ਕਰਨਾ ਚਾਹੀਦਾ ਆ ਜੇ ਅਸੀਂ ਕੋਈ ਚੀਜ਼ ਫਰਾਈ ਕਰਦੇ ਆ। ਹਾਂਜੀ, ਤੇ ਮੇਰੇ ਖਿਆਲ ਦੇ ਵਿੱਚ ਗੁਰਦੁਆਰੇ ਦੇ ਵਿੱਚ ਇੱਕ ਡਰਮ ਰੱਖਣਾ ਚਾਹੀਦਾ ਆ, ਤੇ ਉਹ ਜਿਹੜੇ, ਕਿਉਂਕਿ ਇੱਥੇ ਹੀਰਤ ਗੁਰਦੁਆਰੇ, ਮੈਂ ਤੇ ਆਪਣੇ ਬੁੱਧ ਚ ਗੁਰਦੁਆਰੇ ਵੀ ਮੈਨੂੰ ਇੰਨਾ ਪਤਾ ਕਿ ਉੱਥੇ ਅੰਦਰ ਤਾਂ ਡਰਮ ਰੱਖੇ ਹੋਏ ਆ, ਜਿਹੜਾ ਗੁਰਦੁਆਰੇ ਵਿੱਚ ਤੇਲ ਯੂਜ਼ ਹੁੰਦਾ ਉਹ ਉਹਦੇ ਵਿੱਚ ਪਾਉਂਦੇ ਆ, ਤੇ ਉਹ ਕਲੈਕਟ ਕਰਨ ਆਉਂਦੇ ਆ, ਤੇ ਉਹ ਭਾਵੇਂ 10 ਜਾਂ 20 ਪਾਉਂਡ ਦਿੰਦੇ ਆ ਉਹਦੀ ਰਸੀਦ ਵੀ, ਹਨਾ। ਮੈਂ ਈਰਤ ਗੁਰਦੁਆਰੇ ਦਾ ਮੈਨੂੰ ਪਤਾ, ਮੈਨੂੰ ਬੁਲਿਚ ਦਾ ਨਹੀਂ ਪਤਾ ਹੈਗਾ। ਤੇ ਮੈਂ ਤਾਂ ਆਪਣੇ ਜਿਹੜਾ ਤੇਲ ਹੁੰਦੀ ਆ ਉਹਨੂੰ ਡੈਫੀਨੇਟਲੀ ਜਿਹੜੇ ਪਲਾਸਟਿਕ ਦੇ ਵਿੱਚ ਪਾ ਕੇ, ਤਾਂ ਉਹ ਮੈਂ ਤਕਰੀਬਨ ਈਰਤ ਗੁਰਦੁਆਰੇ ਦਾ ਜਿਹੜਾ ਉਹ ਡਰਮ ਪਿਆ ਹੁੰਦਾ ਸੀਗਾ, ਮੈਂ ਉਹਦੇ ਵਿੱਚ ਪਾਇਆ ਨਹੀਂ ਹੁੰਦੀ ਸੀ। ਮੈਂ ਕਹਿੰਦੀ ਆ ਜੇ ਇੱਕ ਡਰਮ ਬਾਹਰ ਰੱਖਿਆ ਜਾਵੇ, ਜਿੱਦਾਂ ਕਿ ਕੱਪੜਿਆਂ ਦੇ ਨੇੜੇ ਰੱਖਿਆ ਜਾਵੇ, ਜਿਹੜੀ ਸਾਡੀ ਕਮਿਊਨਿਟੀ ਆ ਉਹ ਜਦੋਂ ਵੀ ਉਹ ਤੇਲ ਵਰਤੇ ਉਹਨੂੰ ਜਾ ਕੇ ਉਹਦੇ ਵਿੱਚ ਪਾਇਆ ਜਾਵੇ, ਤਾਂ ਕਿ ਉਹਦੇ ਤੋਂ ਫਿਊਲ ਬਣਾਉਂਦੇ ਆ ਅੱਗੇ, ਉਹ ਯੂਜ਼ੇਬਲ ਆ। ਹਾਂਜੀ, ਚਲੋ ਇਹ ਬਹੁਤ ਵਧੀਆ ਹੈਗਾ ਆ ਜੀ, ਇਹ ਵੀ ਇੱਕ ਤੁਹਾਡਾ ਵਿਚਾਰ ਦਿੱਤਾ, ਥੈਂਕ ਯੂ ਜੀ। ਮੈਂ ਕੀ ਕਰਦੀ ਆ, ਮੈਂ ਜਿਹੜਾ ਥੋੜਾ ਬਹੁਤਾ ਆਇਲ, ਜਦੋਂ ਮੈਂ ਕੋਸ਼ਿਸ਼ ਹੀ ਇੰਨਾ ਕਰਦੀ ਕਿ ਥੋੜੇ ਤੋਂ ਥੋੜਾ ਹੀ ਪਾਵਾਂ ਐਟ ਏ ਟਾਈਮ, ਫਿਰ ਜਿਹੜਾ ਉਹ ਯੂਜ਼ ਕਰਕੇ ਉਹਨੂੰ ਮੈਂ ਗਾਰਡਨ ਦੇ ਵਿੱਚ ਇੱਕ ਜਗ੍ਹਾ ਦੇ ਕੋਰਨਰ 'ਚ ਪਾ ਦਿੰਨੀ ਆ। ਪਰ ਭੈਣ ਜੀ, ਜੋ ਰੀਸਾਈਕਲ ਹੋਣਾ ਹੋਵੇ ਤਾਂ ਠੀਕ ਹੈ, ਕਿਉਂਕਿ ਜੇ ਤੁਸੀਂ ਕਿਤੇ ਉਹਨੂੰ ਗਾਹਾਂ ਪਹੁੰਚਾ ਦੋਗੇ ਨਾ ਤਾਂ ਉਹ ਫਾਇਦਾ ਆ ਦੱਬਣ ਨਾਲੋਂ, ਉਹਦੇ ਨਾਲ ਬੈਟਰ ਇਹ ਆ। ਪਰ ਚਲੋ ਰੀਸਾਈਕਲ ਹੁੰਦਾ ਆ, ਫਿਊਲ ਬਣਦਾ ਉਹਦਾ, ਇਹ ਰੀਸਾਈਕਲ ਕਰ ਸਕਦੇ ਆ, ਫਿਰ ਤਾਂ ਠੀਕ ਹੈ, ਫਿਰ ਮੈਂ ਕਰ ਦੂ, ਸਾਨੂੰ ਪਤਾ ਹੀ ਨਹੀਂ। ਪਰ ਤੁਹਾਡੇ ਤਾਂ ਹੁਣੇ 2 ਚਮਚੇ ਆ ਭੈਣ ਜੀ, ਕੱਲੀਆਂ ਦੇ ਤਾਂ ਬਹੁਤੇ ਹੋਣੇ ਵੀ ਜੇ ਹੋਰ ਨਹੀਂ ਮੈਂ ਹੁਣ ਇੱਕ ਹੋਰ ਟਰਾਈ ਕਰਨੀ, ਜਿਹੜੀ ਲੋਕਲ ਫਿਸ਼ ਸ਼ਾਪ ਹੁੰਦੀ ਆ, ਫਿਸ਼ ਚਿਪਸ ਸ਼ਾਪ ਹੁੰਦੀ ਆ, ਆਮ ਸ਼ੋਰ ਉਹਨਾਂ ਦੇ ਉਹ ਕਲੈਕਟ ਕਰਦੇ, ਤੁਸੀਂ ਉੱਥੇ ਜਾ ਕੇ ਦੇ ਸਕਦੇ ਆ। ਹਾਂਜੀ, ਤਾਂ ਕਿ ਉਹਦਾ ਫਿਊਲ ਬਣਦਾ ਆ। ਮਤਲਬ ਛੋਟੀਆਂ ਚੀਜ਼ਾਂ ਮੇਕਸ ਲੋਟ ਆਫ ਡਿਫਰੈਂਸ। ਯੈਸ ਸ਼ੋਰ, ਪੁੱਛ ਲਾਂਗੇ ਉਹਨਾਂ ਨੂੰ ਵੀ, ਪੁੱਛ ਲਾਂਗੇ। ਠੀਕ ਹੈ ਜੀ, ਬਹੁਤ ਵਧੀਆ ਇਹ ਟੌਪਿਕ ਸੀਗਾ। ਇਹ ਜਿਹੜਾ ਤੇਲ ਹੈ ਨਾ, ਇਹ ਸਾਡੇ ਘਰਾਂ ਦੇ ਵਿੱਚ, ਜਿੱਦਾਂ ਪਹਿਲਾਂ ਕਿਹਾ ਵੀ ਆ ਕਿ ਇਹ ਤੇਲ ਸਾਡੇ ਘਰਾਂ ਦੇ ਵਿੱਚ ਕਾਫੀ ਵਰਤੋਂ ਦੇ ਵਿੱਚ ਆਉਂਦਾ ਆ, ਤੇ ਉਹ ਜੇ ਇਹਨਾਂ ਅਦਾਰਿਆਂ ਦੇ ਵਿੱਚ, ਜਿੱਦਾਂ ਆਪਣੇ ਗੁਰਦੁਆਰਿਆਂ ਦੇ ਵਿੱਚ ਜਾਂ ਹੋਰ ਜਿੱਥੇ ਵੀ ਹੁਣ ਦੱਸਿਆ ਗਿਆ ਉੱਥੇ ਕੀਤਾ ਜਾਵੇ ਇਹ, ਤਾਂ ਫਿਰ ਗਾਹਾਂ ਜਾ ਕੇ ਉਹ ਰੀਸਾਈਕਲ ਹੋ ਜਾਊਗਾ, ਤਾਂ ਇਹ ਮੁੜ ਕੇ ਕੰਮ ਆ ਜਾਊਗਾ। ਇਹ ਐਂਡ ਆਫ ਦਾ ਡੇ ਅਰਥ ਦੇ ਵਿੱਚ ਯਾਨੀ ਖਰਾਬੀ ਨਹੀਂ, ਇਹਦੇ ਵਿੱਚ ਬਿਹਤਰੀ ਵਾਸਤੇ ਹੋਊਗਾ। ਹਰਭਜਨ ਕੌਰ ਜੀ, ਤੁਸੀਂ ਵੀ ਅਨਮਿਊਟ ਹੈ, ਆਪਣਾ ਵਿਚਾਰ ਰੱਖੋ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਵੀ ਬਸ ਜਿੱਦਾਂ ਭੈਣ ਜੀ ਨੇ ਗੱਲਾਂ ਕਹੀਆਂ, ਇਹ ਬਹੁਤ ਚੰਗੀ ਤਰ੍ਹਾਂ ਕਹੀਆਂ, ਬਹੁਤ ਸੋਹਣੀ ਤਰ੍ਹਾਂ ਕਹੀਆਂ। ਪਰ ਜਿੱਦਾਂ ਆਪਾਂ ਜਿਹੜੇ ਨਾ ਆਪਾਂ ਏਸ਼ੀਅਨ ਲੋਕ ਆ, ਜਿੱਦਾਂ ਆਪਾਂ ਇਹਦੇ ਨੂੰ ਧਿਆਨ ਨਹੀਂ ਦਿੰਦੇ ਹੈਗੇ, ਪਰ ਜਿਹੜੇ ਆ ਇਹ ਨਾ ਗੋਰੇ ਲੋਕ ਆ, ਇਹ ਤਾਂ ਬਹੁਤ ਜ਼ਿਆਦਾ ਹੀ ਪ੍ਰੋਟੈਸਟ ਕਰਦੇ। ਜਿਹੜੀ ਗ੍ਰੀਨ ਪਾਰਟੀ ਆ ਨਾ, ਉਹ ਹਰ ਵੇਲੇ ਇਹਦੇ ਨੂੰ ਲੱਗੇ ਹੋਏ ਆ। ਜਿਹੜੀਆਂ ਗੱਲਾਂ ਆਪਾਂ ਕਰਦੇ ਨਾ, ਉਹ ਬਣਾਈ ਹੈ ਨਾ, ਉਹ ਮੈਂ ਵੀ ਫੋਲੋ ਕਰਦੀ ਹਾਂ, ਇਟਸ ਰੀਅਲੀ ਗੁੱਡ। ਪਰ ਸਾਨੂੰ ਆਪਣੇ ਘਰਾਂ ਦੇ ਵਿੱਚ ਕਰਨਾ ਚਾਹੀਦਾ ਆ ਨਾ, ਆਪਾਂ ਤਾਂ ਕਰਦੇ ਹੀ ਆ। ਪਰ ਭੈਣ ਜੀ ਕੁਲਦੀਪ ਕੌਰ, ਤੁਸੀਂ ਕਿੰਨਾ ਕੁ ਤੇਲ ਵਰਤਦੇ ਆ, ਜਾਂ ਤੁਸੀਂ ਕਿੰਨਾ ਕੁ ਵਰਤਦੇ? ਮੈਂ ਤਾਂ ਬਿਲਕੁਲ ਨਹੀਂ ਵਰਤਦੀ, ਬਹੁਤ ਘੱਟ ਵਰਤਦੇ ਆ, ਅਸੀਂ ਤਾਂ ਘੇ ਹੀ ਵਰਤਦੇ ਆ। ਮੁਮਕਨ ਜਿਹਾ ਹੀ ਹੁੰਦਾ, ਬਿਲਕੁਲ। ਕਦੀ ਕੁਛ, ਕਦੀ ਆਹੋ, ਮੈਂ ਤਾਂ ਬਹੁਤ ਘੱਟ, ਜੇ ਕੋਈ ਹੋਵੇ ਕਿਤੇ ਕਿਸੇ ਵੇਲੇ ਜਾਂ ਹੋ ਗਿਆ, ਮੈਂ ਤਾਂ, ਮੇਰੇ ਤੇ ਤੇਲ ਨਹੀਂ ਮੁੱਕਦਾ ਹੈਗਾ, ਬਸ ਤੇ ਘੇ ਜ਼ਿਆਦਾ। ਤੁਸੀਂ ਜਿੱਦਾਂ ਪਕੌੜੇ ਆ ਜਾਂ ਤੁਸੀਂ ਸਮੋਸੇ ਵਗੈਰਾ, ਭੈਣ ਜੀ ਤੁਸੀਂ ਕੋਈ ਚੀਜ਼ ਫਰਾਈ ਕਰਦੇ, ਮੈਂ ਉਸ ਤੇਲ ਦੀ ਗੱਲ ਕਰਦੀ ਹਾਂ। ਹਾਂਜੀ, ਨਹੀਂ ਸਾਡੇ ਗੁਰੂ ਘਰ ਭੈਣ ਜੀ, ਸਾਡੇ ਹੈਗਾ ਇਹ ਸਿਸਟਮ। ਨਹੀਂ, ਸਾਡੇ ਘਰਾਂ ਦੇ ਵਿੱਚ ਵੀ ਮੈਂ ਗੱਲ ਕਰਦੀ ਹਾਂ, ਘਰਾਂ ਦੇ ਵਿੱਚ ਵੀ ਤੁਸੀਂ 1 ਮਹੀਨੇ ਦਾ ਜਾਂ 2 ਮਹੀਨੇ ਜਾਂ 3 ਮਹੀਨੇ ਬਾਅਦ ਤੁਸੀਂ ਮਤਲਬ ਜਿੰਨਾ ਵੀ ਤੁਸੀਂ ਤੇਲ ਵਰਤਦੇ ਆ, ਕੋਈ ਪਕੌੜੇ ਸਮੋਸੇ ਤਾਂ ਸਾਰੇ ਤਲਦੇ ਆ ਜੀ, ਇਹ ਤਾਂ ਕੋਈ ਹੈ ਨਹੀਂ ਕਿ ਮੈਂ ਬਹੁਤ ਕੌਨਸ਼ੀਅਸ ਹੈ, ਮੈਂ ਘੱਟੇ ਕਰਦੀ, ਪਰ ਮੇਰਾ ਕਿਤੇ ਕਿਤਾਂ ਤੇਲ ਹੁੰਦਾ, ਮੈਂ ਉਹ ਜਦੋਂ ਹਾਂਜੀ। ਪਰ ਏਦਾਂ ਤੁਸੀਂ ਜਿਹੜੀਆਂ ਆਈਡੀਆ ਦਿੱਤੀਆਂ, ਦੇ ਵੈਰੀ ਗੁੱਡ, ਆਪਾਂ ਨੂੰ ਫੋਲੋ ਕਰਨੀਆਂ ਚਾਹੀਦੀਆਂ ਭੈਣ ਜੀ। ਆਪਾਂ ਰੀਸਾਈਕਲਿੰਗ ਵੀ ਕੁਝ ਜ਼ਰੂਰੀ ਆ, ਵੀ ਜਿੰਨਾ ਕੁ ਅਸੀਂ ਕਰ ਸਕਦੇ, ਜਿੱਦਾਂ ਤੁਸੀਂ ਕਿਹਾ, ਆਉਣ ਵਾਲੀ ਜਨਰੇਸ਼ਨ ਸਾਡੇ ਲਈ ਜ਼ਰੂਰ ਇਹ ਕੰਮ ਹੋਣਾ ਚਾਹੀਦਾ। ਪਰ ਜਿਹੜੀ ਗ੍ਰੀਨ ਪਾਰਟੀ ਆ ਨਾ, ਗ੍ਰੀਨ ਪੀਸ ਪਾਰਟੀ ਆ, ਇਹ ਵਿਚਾਰੇ ਜਿੱਥੇ ਵੀ ਕੋਈ ਹੁੰਦਾ ਉੱਥੇ ਜਾ ਕੇ ਪ੍ਰੋਟੈਸਟ
ਪ੍ਰੋਟੈਸਟ ਕਰਦੇ, ਪਰ ਇਹਨਾਂ ਦੀ ਕੋਈ ਸੁਣਦਾ ਨਹੀਂ ਹੈਗਾ ਭੈਣ ਜੀ। ਨਹੀਂ ਪਰ ਭੈਣ ਜੀ ਹਾਂ, ਮੈਂ ਤੁਹਾਡੀ ਬਿਲਕੁਲ ਗੱਲ ਨਾਲ ਅਗਰੀ ਕਰਦੀ, ਪਰ ਗੱਲ ਇਹ ਨਹੀਂ ਕਿ ਗ੍ਰੀਨ ਪਾਰਟੀ ਕਰਦੀ ਆ। ਗ੍ਰੀਨ ਪਾਰਟੀ ਕੀ ਇੱਕ ਲੋਕਾਂ ਦੀ ਨੁਮਾਇੰਦਗੀ ਕਰ ਰਹੀ ਆ, ਠੀਕ ਆ ਜੀ। ਮੈਂ ਇਸ ਬੇਸ ਤੇ ਗੱਲ ਕਰ ਰਹੀ ਹਾਂ ਕਿ ਹਰ ਇੱਕ ਇੰਡੀਵਿਜੂਅਲ ਪਰਸਨ ਤੋਂ ਸ਼ੁਰੂ ਹੋਣੀ ਚਾਹੀਦੀ ਆ ਇਹ ਗੱਲ। ਜਿਹੜਾ ਉਹਨੇ ਡੇਵਿਡ ਨੇ ਇਹ ਗੱਲ ਕਹੀ ਸੀ ਕਿ ਜਦੋਂ ਵੇਲਜ਼ ਨੂੰ ਇੰਨਾ ਮਾਰ ਦਿੱਤਾ ਸੀਗਾ ਇਹਨਾਂ ਨੇ, ਤੇ ਉਹ ਮਤਲਬ ਰਸ਼ੀਆ ਤੋਂ ਲੈ ਕੇ ਜਾਪਾਨ ਤੋਂ ਲੈ ਕੇ ਜਦੋਂ ਲੋਕਾਂ ਨੇ ਫਿਰ ਪ੍ਰੋਟੈਸਟ ਕੀਤਾ ਸੀਗਾ, ਪਰ ਪ੍ਰੋਟੈਸਟ ਉਦੋਂ ਕੀਤਾ ਸੀਗਾ ਜਦੋਂ ਲੋਕਾਂ ਨੂੰ ਇਹ ਚੀਜ਼ਾਂ ਦੱਸੀਆਂ ਗਈਆਂ। ਹੁਣ ਸਾਡੀ ਕਮਿਊਨਿਟੀ ਵਿੱਚ ਤਾਂ ਇਸ ਚੀਜ਼ ਦੇ ਬਾਰੇ ਅਸੀਂ ਗੱਲ ਵੀ ਨਹੀਂ ਕਰਦੇ, ਤਾਂ ਸਾਨੂੰ ਅਵੇਅਰਨੈਸ ਕਿੱਥੋਂ ਆਉਣੀ ਆ? ਮੰਨ ਲਓ ਹੁਣ ਮੈਂ ਤੁਹਾਨੂੰ ਆਹ ਚੀਜ਼ ਦੱਸੀ ਆ, ਮੈਂ ਆ ਜਿਹੜੀ ਤੁਹਾਨੂੰ ਗੱਲ ਦੱਸੀ ਆ, ਮੈਂ ਆਮ ਸ਼ੋਰ ਅਸੀਂ ਜੇ 40-50 ਬੰਦੇ ਹੋਏ ਉਹਦੇ ਵਿੱਚ ਸਾਰਿਆਂ ਨੇ ਇਹ ਹਰੇਕ ਨੇ ਕਹਿ ਦੇਣਾ, ਮੈਂ ਵੀ ਏਦਾਂ ਕਹਿਣਾ ਸੀ, ਨਹੀਂ ਅਸੀਂ ਤਾਂ ਬਹੁਤ ਇਹਦੇ ਪ੍ਰੋਗਰਾਮ ਦੇਖੀ ਦੇ, ਸਾਨੂੰ ਤਾਂ ਪਤਾ ਆ ਇਹਦੇ ਬਾਰੇ। ਅਸੀਂ ਪ੍ਰੋਗਰਾਮ ਦੇਖਣਾ ਇੱਕ ਵੱਖਰੀ ਗੱਲ ਆ, ਉਹਦੇ ਤੇ ਐਕਟ ਕਰਨਾ ਜਿਹੜਾ ਉਹ ਵੱਖਰੀ ਗੱਲ ਆ। ਮੈਂ ਇਸ ਚੀਜ਼ ਤੇ ਨਹੀਂ ਕਹਿੰਦੀ ਕਿ ਮੈਂ ਬਹੁਤ ਚੰਗੀ ਆ, ਮੈਂ ਬਹੁਤ ਐਕਟ ਕਰਦੀ ਆ। ਮੈਨੂੰ ਇਸ ਚੀਜ਼ ਨੇ ਬਹੁਤ ਸ਼ੌਕ ਦਿੱਤਾ ਆ, ਇਹ ਜਿਹੜੀ ਮੈਂ ਉਹਦੀ ਚੀਜ਼ ਦੇਖੀ, ਕਿਉਂਕਿ ਮੈਨੂੰ ਆਪਣੇ ਬੱਚੇ ਜਿਹੜੇ ਛੋਟੇ ਆ ਨਾ ਉਹਨਾਂ ਦਾ ਫਿਊਚਰ ਦਿਸਦਾ। ਬਿਲਕੁਲ ਮੈਂ ਦੇਖ ਰਹੀ ਹਾਂ ਹੈ ਭੈਣ ਜੀ। ਜਿੱਦਾਂ ਹੁਣ ਇਹ ਫਿਰ ਉੱਥੇ ਗੱਲ ਆ ਗਈ, ਜਿੱਦਾਂ ਹੁਣ ਆਪਾਂ ਆਹ ਲੈਸਨ ਵੀ ਲੈਂਦੇ ਆ, ਗਿਆਨੀ ਜੀ ਸਾਨੂੰ ਦੱਸਦਾ, ਜੇ ਅਸੀਂ ਇਸ ਗੱਲਾਂ ਤੇ ਕੋਈ ਅਮਲ ਨਹੀਂ ਕਰਨਾ ਫਿਰ ਸਾਨੂੰ ਇੱਥੇ ਬੈਠ ਕੇ ਸੁਣਨ ਦਾ ਕੋਈ ਕੰਮ ਨਹੀਂ ਹੈਗਾ, ਹਨਾ। ਵੀ ਜਦ ਅਸੀਂ ਅਮਲ ਕੁਛ ਕਰਾਂਗੇ, ਆਪਣੇ ਤੇ ਲਾਗੂ ਕਰਾਂਗੇ, ਫੇਰ ਹੀ ਕੋਈ ਫਾਇਦਾ ਹੋਊਗਾ, ਹਨਾ। ਮੈਂ ਤੁਹਾਡੇ ਨਾਲ ਬਹੁਤ ਅਗਰੀ ਕਰਦੀ ਹਾਂ, ਤੁਹਾਡੀ ਸੋਚ ਤੇ ਮੇਰੀ ਸੋਚ ਮਿਲਦੀ ਆ, ਪਰ ਆਪਾਂ ਨੂੰ ਜ਼ਰੂਰ ਇਹ ਗੱਲਾਂ ਕਰਨੀਆਂ ਚਾਹੀਦੀਆਂ ਆ, ਤਾਂ ਸੁਣਨੀਆਂ ਵੀ ਚਾਹੀਦੀਆਂ, ਤੇ ਲਾਗੂ ਵੀ ਕਰਨੀਆਂ ਚਾਹੀਦੀਆਂ। ਕਿਉਂਕਿ ਸਾਡਾ ਸਾਰਿਆਂ ਦਾ ਜ਼ੋਰ ਇੱਕੋ ਚੀਜ਼ ਤੇ ਲੱਗਾ ਆ ਕਿ ਸਾਨੂੰ ਜਿਹੜੀ ਗੁਰਬਾਣੀ ਆ ਉਹ ਪੂਰੀ ਸਮਝ ਆਉਣੀ ਚਾਹੀਦੀ ਹੈ। ਮੈਂ ਤਾਂ ਗਿਆਨੀ ਜੀ ਉਹਨਾਂ ਤੋਂ ਇਹੀ ਸਿੱਖ ਲਿਆ ਆ ਕਿ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਕੋਈ ਆਪਣੇ ਆਪ 'ਚ ਚੇਂਜ ਲਿਆ ਸਕਦੇ ਆ, ਕੋਈ ਕਿਸੇ ਦਾ ਕੁਛ ਭਲਾ ਕਰ ਸਕਦੇ ਆ, ਕਿਸੇ ਦੇ ਨਾਲ ਤੁਸੀਂ ਭਲਾ ਨਹੀਂ ਕਿਸੇ ਦੀ ਹੈਲਪ ਕਰ ਸਕਦੇ ਆ ਕਿਸੇ ਤਰ੍ਹਾਂ ਵੀ, ਝੂਠ ਨਹੀਂ ਬੋਲਣਾ। ਹਾਂਜੀ ਅੱਜ ਮੈਂ ਗੁਰੂ ਘਰੋਂ ਆਈ, ਸਾਡੇ ਇਹੀ ਗੱਲ ਹੋਈ ਅੱਜ। ਜ਼ਰੂਰੀ ਆ। ਹਾਂਜੀ ਉਹ ਇੱਕ ਵੀਰ ਜੀ ਆ, ਬਹੁਤ ਹੀ ਹੈਲਪ ਕਰਦਾ ਆ। ਤਾਂ ਮੈਂ ਕਿਹਾ ਵੀ ਜੇ ਸਾਡੇ ਕੋਲ ਅਸੀਂ ਸੋਹਣੀਆਂ ਕਾਰਾਂ ਨੇ ਕੁਛ ਰੱਖੇ, ਜੇ ਅਸੀਂ ਕਿਸੇ ਦੀ ਹੈਲਪ ਨਹੀਂ ਕਰਦੇ ਤਾਂ ਉਹ ਸਾਡੇ ਕੋਲ ਰੱਖੀਆਂ ਦਾ ਕੋਈ ਹੈ। ਜੇ ਅਸੀਂ ਕਿਤੇ ਵੀ ਥੋੜਾ ਜਿਹਾ ਵੀ ਕਿਸੇ ਦਾ ਕਰ ਸਕਦੇ ਭੈਣ ਜੀ, ਸਾਨੂੰ ਕਰਨਾ ਚਾਹੀਦਾ। ਜੇ ਅਸੀਂ ਇਸ ਰਾਸਤੇ ਤੁਰੇ ਆ, ਸਾਨੂੰ ਕੁਛ ਨਾ ਕੁਛ ਸਿੱਖ ਕੇ ਤਾਂ ਜ਼ਰੂਰ ਇਸ ਪਾਸੇ ਨੂੰ ਤੁਰਨਾ ਚਾਹੀਦਾ ਭੈਣ ਜੀ। ਨਹੀਂ ਤਾਂ ਸਾਡੇ ਗਿਆਨੀ ਜੀ ਘੰਟਾ ਡੇਢ ਘੰਟਾ ਲਾਉਂਦੇ ਆ, ਜੇ ਅਸੀਂ ਆਪਣੇ ਤੇ ਲਾਗੂ ਨਾ ਕਰੀਏ, ਇੱਕ ਦੂਸਰੇ ਦੀ ਗੱਲ ਸੁਣੀਏ ਨਾ, ਸਹਿਮਤ ਨਾ ਹੋਈਏ, ਫਿਰ ਆਪਾਂ ਨੂੰ ਟਾਈਮ ਕਿਸੇ ਦਾ ਵੇਸਟ ਨਹੀਂ ਕਰਨਾ ਚਾਹੀਦਾ। ਮੈਂ ਤਾਂ ਭੈਣ ਜੀ ਆਪਣੀ ਮੈਂ ਸੋਚ ਰੱਖਦੀ ਆ, ਮੈਂ ਤਾਂ ਪ੍ਰਮਾਤਮਾ ਦਾ ਲੱਖ ਸ਼ੁਕਰ ਕਰਦੀ ਆ ਵੀ ਆਪਾਂ ਜਿੱਦਾਂ ਭੈਣ ਭਰਾ ਇੱਥੇ ਵੀ ਆਪਾਂ ਗੱਲਾਂ ਇੱਕ ਦੂਸਰੇ ਨੂੰ ਡਿਸਕਸ ਕਰਦੇ, ਬਹੁਤ ਸੋਹਣੀਆਂ ਤਰ੍ਹਾਂ ਕਰਦੇ ਆ। ਗੁੱਡ ਔਨ ਯੂ, ਕੀਪ ਦ ਗੁੱਡ ਵਰਕ ਅਪ। ਬਹੁਤ ਹੈਪੀ ਆ ਜੀ। ਥੈਂਕ ਯੂ, ਤੁਹਾਡਾ ਧੰਨਵਾਦ ਜੀ ਸਾਰਿਆਂ ਦਾ। ਮੇਰੇ ਹੋਰ ਹਾਂਜੀ ਬਹੁਤ ਟਾਈਮ ਲੈ ਲਿਆ, ਸੌਰੀ। ਹਾਂਜੀ ਕੋਈ ਨਹੀਂ, ਸਾਡੇ ਨਾਲ ਹੋਰ ਵੀ ਹੈਗੇ ਜਿਹਨਾਂ ਨੇ ਗੱਲਬਾਤ ਕਰਨੀ ਹੈ। ਸੌਰੀ ਜੀ, ਸੌਰੀ। ਨਹੀਂ ਕੋਈ ਗੱਲ ਨਹੀਂ ਜੀ, ਗੱਲਾਂ ਕਰਨ ਹੀ ਬਣੀਆਂ ਤੇ ਆਪਾਂ ਜ਼ਰੂਰ ਡਿਸਕਸ ਕਰਨੀਆਂ ਹੈ। ਗੁੱਡ ਮਗਰੋਂ ਜਿੱਦਾਂ ਆਪਾਂ ਰੱਖਦੇ ਆ, ਪਹਿਲਾਂ ਵੀ ਰੱਖੀਏ ਗੱਲਾਂ, ਬਹੁਤ ਸਾਨੂੰ ਧਿਆਨ ਦੇਣਾ ਚਾਹੀਦਾ। ਹਾਂਜੀ ਬਿਲਕੁਲ, ਇਹ ਸਾਡੀ ਲਾਈਫ ਦੇ ਵਿੱਚ ਆਉਂਦੀਆਂ ਗੱਲਾਂ ਆ ਜਿਨ੍ਹਾਂ ਨੂੰ ਧਿਆਨ ਮੰਗਦੀਆਂ। ਚੇਂਜਸ ਭਾਜੀ ਬਹੁਤ ਛੇਤੀ ਤੇ ਕੰਮ ਹੋ ਤੁਰਿਆ ਹੈ। ਜਿਹੜਾ ਵੈਦਰ ਵੀ ਹੈਗਾ ਆ ਉਹ ਦੱਸੀ ਤੇ ਜਾਂਦੇ, ਦਵਾਈ ਤਾਂ ਪਾਈ ਜਾਂਦੇ ਆ। ਅਮਰੀਕਾ ਵਾਲੇ ਉਹ ਘੱਟ ਐਕਸੈਪਟ ਕਰਦੇ, ਬਾਕੀ ਕੰਟਰੀਆਂ ਇਕੱਠੀਆਂ ਹੁੰਦੀਆਂ ਆ ਤਾਂ, ਪਰ ਹੋਣੀਆਂ ਵੀ ਚਾਹੀਦੀਆਂ, ਤਾਂ ਸਾਨੂੰ ਵੀ ਹੋਣਾ ਚਾਹੀਦਾ। ਸਾਨੂੰ ਜ਼ਰੂਰ ਹੀ ਇਹ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਸਾਰੇ ਭੈਣਾਂ ਭਰਾਵਾਂ ਨੂੰ। ਥੈਂਕ ਯੂ ਵੈਰੀ ਮਚ ਭਾਜੀ। ਥੈਂਕ ਯੂ ਜੀ। ਤੇ ਸਾਡੇ ਨਾਲ ਅਵਤਾਰ ਸਿੰਘ ਭਾਜੀ ਉਹ ਵੀ ਹੈ, ਤੇ ਉਹ ਤੇ ਗਾਹਾਂ ਸੁਰਿੰਦਰ ਕੌਰ ਵੀ ਹੈਗੀ, ਇੱਕ ਆਈਫੋਨ ਤੇ ਹੈਗੇ। ਮੈਂ ਉਹਨਾਂ ਦੇ ਕੋਲ ਆਉਣਾ ਜੀ। ਅਵਤਾਰ ਸਿੰਘ ਜੀ ਤੁਸੀਂ ਗੱਲ ਕਰੋ। ਭਾਈ ਸਾਹਿਬ, ਅਸੀਂ ਤਾਂ ਤੇਲ ਵੇਚਦੇ ਰਹੇ ਆ ਬਹੁਤ ਕਿਤੇ ਗੁਰਦੁਆਰੇ। ਥੋੜਾ ਜਿਹਾ ਅੱਗੇ ਨੂੰ ਹੋ ਕੇ ਗੱਲ ਕਰਿਓ, ਤੁਹਾਡੀ ਆਵਾਜ਼ ਪਿੱਛੇ ਨੂੰ ਬਹੁਤ ਪਿੱਛੇ। ਹਾਂ ਅੱਗੇ ਹੋ ਜਾਓ। ਮੈਂ ਭਜਨਪੁਰ ਨੂੰ ਪਤਾ ਆ, ਅਸੀਂ ਆਏ ਬਹੁਤ ਚਿਰ ਦੇ ਕਰਦੇ ਆ, ਕਿਉਂਕਿ ਮੈਂ ਤਾਂ ਉਧਰ ਪਾਸੇ ਰਿਹਾ ਪਹਿਲਾਂ ਤੋਂ ਹੀ, ਇਹਨਾਂ ਨੂੰ ਥੋੜਾ ਪਤਾ ਆ। ਅਸੀਂ ਤਾਂ ਵੇਚਦੇ ਰਹੇ ਆ ਬਹੁਤ, ਸਾਨੂੰ ਕਾਫੀ ਪੈਸੇ ਦਿੰਦੇ, ਹੁਣ ਬਹੁਤ ਥੋੜੇ ਦਿੰਦੇ ਆ। ਪਹਿਲਾਂ ਤਾਂ ਸਾਨੂੰ ਪੈਸੇ ਕਾਫੀ ਦੇ ਰਹੇ, ਜਿਹੜਾ ਲੋਕਾਂ ਦਾ ਡਰਮ ਹੁੰਦਾ ਉਹ ਭਰ ਕੇ ਤਾਂ ਅਸੀਂ ਤਾਂ ਲੈ ਆਉਂਦੇ ਰਹੇ ਆ। ਠੀਕ ਹੈ ਜੀ, ਠੀਕ ਹੈ। ਮੇਰਾ ਖਿਆਲ ਸਾਰੇ ਲੈ ਜਾਂਦੇ ਸੀਗੇ। ਹਾਂਜੀ ਹਰ ਜਗ੍ਹਾ ਤੇ ਵੈਸੇ ਗੁਰਦੁਆਰਿਆਂ ਦੇ ਵਿੱਚ ਮੈਂ ਦੇਖੇ ਆ ਡਰਮ ਪਏ, ਔਰ ਉਹਨਾਂ ਦੇ ਕੰਟੈਕਟ ਗਾਹਾਂ ਹੈਗੇ। ਹੁਣ ਤਾਂ ਚਲੋ ਪਿਛਲੇ 6 ਮਹੀਨਿਆਂ ਦੇ ਵਿੱਚ ਉੱਥੇ ਲੋਕਾਂ ਦੀ ਆਵਾਜਾਈ ਬਹੁਤ ਘੱਟ ਰਹੀ ਆ, ਤੇ ਹੁਣ ਜਿੱਦਾਂ ਗੁਰਦੁਆਰੇ ਖੁੱਲਦੇ ਆ ਹੁਣ ਪੈਸੇ ਨਹੀਂ ਦਿੰਦੇ, ਹੁਣ ਥੋੜੇ ਦਿੰਦੇ ਆ, ਜ਼ਿਆਦਾ ਨਹੀਂ ਦਿੰਦੇ ਹੁਣ। ਚਲੋ ਸਾਨੂੰ ਪੈਸਿਆਂ ਨਾਲ ਬਹੁਤ ਘੱਟ ਮਤਲਬ ਹੈ, ਸਾਨੂੰ ਰੀਸਾਈਕਲ ਦਾ ਮਤਲਬ ਆ ਵੀ ਇਹਨਾਂ ਨੂੰ ਜਿੱਦਾਂ, ਹਾਂ ਜਿੱਦਾਂ ਜਸਵੀਰ ਕੌਰ ਨੇ ਕਿਹਾ ਸੀਗਾ ਨਾ ਵੀ ਆਪਣੇ
ਸਾਡਾ ਇੱਕ ਇਹਦਾ ਨਿਕਾਸੀ ਸਾਡਾ ਹੈਗਾ ਨਾ, ਵੀ ਚਾਹੇ ਟਾਇਲਟ 'ਚ ਸਿੱਟ ਦਿਓ, ਚਾਹੇ ਪਾਈਪ 'ਚ ਸਿੱਟ ਦਿਓ ਜਾਂ ਕਿੱਦਾਂ, ਉਹਦੇ ਵਿੱਚ ਆਪਣੇ ਪਾਈਪ ਹੀ ਬਲੌਕ ਕਰਨ ਵਾਲਾ ਕੰਮ ਹੁੰਦਾ, ਉਹਦੇ ਵਿੱਚ ਹੋਰ ਪੈਸੇ ਲੱਗਣੇ, ਸਗੋਂ ਸਾਨੂੰ ਪੈਸੇ ਬਾਹਰੋਂ ਮਿਲਣ ਚਾਹੇ ਨਾ ਮਿਲਣ, ਪਰ ਸਾਡਾ ਰੀਸਾਈਕਲ ਹੋ ਜਾਵੇ। ਬਲੌਕ ਹੋ ਜਾਂਦਾ, main ਉੱਥੇ ਚੀਜ਼। ਬਲੌਕ ਕਰ ਦਿੰਦੇ ਆ। ਹਾਂਜੀ ਗੁਰਦੁਆਰੇ ਜੀ ਸਾਡੇ ਤੇਲ ਯੂਜ਼ ਬਹੁਤ ਹੁੰਦਾ, ਇਸ ਕਰਕੇ ਕੜਾਈਆਂ ਤਾਂ ਹੁੰਦੀਆਂ ਉੱਥੇ, ਸਾਡਾ ਡਰਮ ਝੜ ਭਰ ਜਾਂਦਾ। ਤਦੇ ਭੈਣ ਜੀ ਆਪਣੇ ਹਰਭਜਨ ਕੌਰ ਕਹਿੰਦੀ ਨਾ, ਮੇਰੇ ਘਰ ਘੱਟ ਬਹੁਤ ਯੂਜ਼ ਹੁੰਦਾ, ਕਿਉਂਕਿ ਉੱਥੇ ਜਾ ਕੇ ਛਕੇ ਆਉਂਦੇ ਨੇ ਸਮੋਸੇ ਪਕੌੜੇ, ਉੱਥੇ ਜਾ ਕੇ ਨਹੀਂ ਵੀਰ ਜੀ, ਹੋਲਡ ਔਨ ਮੈਂ ਭਾਜੀ ਗੁਰੂ ਘਰ ਜਾ ਕੇ ਵੀ ਤਲੀਓ ਚੀਜ਼ ਬਹੁਤ ਘੱਟ ਖਾਂਦੀ ਆ, ਬਿਕਾਜ਼ ਮੈਨੂੰ ਪਤਾ ਮੇਰੀ ਏਜ ਦੇ ਮੁਤਾਬਕ ਮੈਨੂੰ ਇਹ ਸੋਚਣਾ ਚਾਹੀਦਾ ਵੀ ਸਾਡੇ ਲਈ ਵੈਸੇ ਤਾਂ ਬਣਨੀਆਂ ਹੀ ਨਹੀਂ ਚਾਹੀਦੀਆਂ ਗੁਰੂ ਘਰ ਦੀ ਚੀਜ਼ਾਂ, ਪਰ ਸਾਡੇ ਲੋਕੀ ਹਟਦੇ ਨਹੀਂ ਹੈਗੇ। ਪਰ ਮੈਂ ਸਪੈਸ਼ਲੀ ਆਈ ਡੂ ਨਾਟ ਡੂ ਸਮੋਸੇ, ਆਈ ਡੂ ਨਾਟ ਡੂ ਪਕੌੜੇ or anything like that, no sorry। ਸ਼ੁਗਲ ਕੀ ਸੀਗਾ ਤੁਹਾਡੇ ਨਾਲ ਮੈਨੂੰ? Thank you, I'm fine with that। ਪਰ ਅਸੀਂ ਘੇ ਵਰਤਦੇ ਲ ਪੈਕ। ਠੀਕ ਹੈ ਜੀ, ਪਰਸਨਲੀ ਇਦਾਂ ਨਾ ਲਿਓ, ਕਿਉਂਕਿ ਸ਼ੁਗਲ ਦਾ No। ਸੁਰਿੰਦਰ ਕੌਰ ਟੂ ਜੀ, ਹਾਂਜੀ ਕਰੋ ਗੱਲ। ਹਾਂਜੀ, ਪਹਿਲਾਂ ਕਵਰ ਕਰ ਹੀ ਦਿੱਤਾ ਭੈਣਾਂ ਨੇ, ਮੈਂ ਵੀ ਇਹੀ ਕਹਿਣਾ ਸੀ ਕਿ ਆਪਾਂ ਨੂੰ ਇਹ ਵਰਤਣਾ ਹੀ ਬਹੁਤ ਥੋੜਾ ਚਾਹੀਦਾ ਹੈ, ਡੀਪ ਫਰਾਈਂਗ ਵਾਲਾ ਕੰਮ ਠੀਕ ਹੈ ਜੀ। ਤੇ ਬਾਕੀ ਵੀ ਹਰ ਇੱਕ ਸਿਟੀ ਕਾਉਂਸਲ ਦੇ ਵਿੱਚ ਜਦੋਂ ਆਪਾਂ ਰੀਸਾਈਕਲਿੰਗ ਲਈ ਬਾਕੀ ਸਟਾਫ ਲੈ ਕੇ ਜਾਈਦਾ, ਉੱਥੇ ਤੇਲ ਲਈ ਡਰਮ ਰੱਖੇ ਹੋਏ ਨੇ, ਉੱਥੇ ਲੈ ਜਾਣਾ ਚਾਹੀਦਾ ਹੈ ਨਾ, ਜਿੱਦਾਂ ਰੀਸਾਈਕਲ ਕਰੀ ਦੀਆਂ ਜਾਂ ਹੋਰ ਏਦਾਂ ਦਾ। ਤੇ ਖਰੀਦਣ ਵੇਲੇ ਵੀ ਆਪਾਂ ਨੂੰ ਸਾਰੇ ਇਕੋ ਫ੍ਰੈਂਡਲੀ ਪ੍ਰੋਡਕਟ ਖਰੀਦਣੇ ਚਾਹੀਦੇ ਆ, ਜਿੱਦਾਂ ਸਾਬਣ ਸੋਡੇ ਤੇ ਹੋਰ ਇਹ ਥੋੜੇ ਨਾਲ ਫਰਕ ਪੈਂਦਾ। ਜਿੱਦਾਂ ਕੈਰੀਅਰ ਬੈਗ ਪਹਿਲੇ ਫ੍ਰੀ ਸੀਗੇ, ਆਪਣੇ ਲੋਕਾਂ ਨੂੰ ਆਦਤ ਹੁੰਦੀ ਆ ਜੇ 2 ਚਾਹੀਦੇ 4 ਵਰਤਣੇ, ਹੁਣ ਪੈਸੇ ਅੱਗੇ ਤਾਂ ਸਾਰੇ ਸਿਆਣੇ ਹੋਏ ਵੇ ਆ। ਤੇ ਮੇਰਾ ਖਿਆਲ ਵੱਡੀਆਂ ਇੰਡਸਟਰੀਆਂ ਲਈ ਜਦੋਂ ਪੈਕੇਜਿੰਗ ਥੋੜੀ ਘੱਟ ਕਰ ਦੇਣ ਤੇ ਰੀਸਾਈਕਲਿੰਗ ਦਾ ਥੋੜੀ ਬਹੁਤੀ ਹੋਰ ਸੁੱਖ ਹੋ ਸਕਦਾ ਹੈ। ਠੀਕ ਹੈ ਜੀ, ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜੀ। ਇੱਕ ਜਿਹੜੀ ਬੈਗਾਂ ਦੀ ਗੱਲ ਕੀਤੀ ਨਾ, ਜਿਹੜੇ ਸੁਪਰ ਮਾਰਕੀਟਾਂ ਦੇ ਵਿੱਚੋਂ ਇੱਥੇ ਬੈਗ ਮਿਲਦੇ ਆ ਜਾਂ ਮਿਲਦੇ ਸੀਗੇ, ਅਜੇ ਵੀ ਮਿਲਦੇ, ਪਰ ਤੁਹਾਨੂੰ ਹੁਣ 10 ਪੈਨੀਆਂ ਜਾਂ 20-25 ਪੈਨੀਆਂ ਦਾ ਜ਼ਿਆਦਾ ਮਿਲਦਾ ਆ। ਇਹ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਡੇਵਿਡ ਐਟਨਬਰਾ ਦੀ ਇਹ ਦੇਣ ਹੈਗੀ ਆ। ਇਹਨੇ ਅੱਗੇ ਇੱਕ ਪ੍ਰੋਗਰਾਮ ਕੱਢਿਆ ਸੀਗਾ, ਉਹਦੇ ਵਿੱਚ ਉਹਨੇ ਉਹ ਪ੍ਰੋਗਰਾਮ ਦੇ ਵਿੱਚ ਦਿਖਾਇਆ ਸੀਗਾ ਕਿ ਕਿੱਦਾਂ ਸਮੁੰਦਰ ਦੇ ਵਿੱਚ ਜਿਹੜੀਆਂ ਮੱਛੀਆਂ ਜਾਂ ਬੜੇ ਜਿਹੜੇ ਆ ਜਾਂ ਹੋਰ ਜਿਹੜੇ ਜਾਨਵਰ ਉੱਥੇ ਪਾਣੀ ਵਾਲੇ ਹੈਗੇ ਆ, ਉਹਨਾਂ ਦੇ ਮੂੰਹ ਦੇ ਵਿੱਚ ਜਦੋਂ ਮਰ ਗਏ ਨਾ, ਉਹਨਾਂ ਦੇ ਪੇਟ ਦੇ ਵਿੱਚੋਂ ਉਹ ਬੈਗ ਨਿਕਲੇ, ਜਿਹੜੇ ਸਾਡੇ ਥਰੋ ਕੀਤੇ ਉਹ ਬੈਗ ਸੀਗੇ, ਉਹ ਨਿਕਲੇ ਆ। ਔਰ ਲੋਕੀ ਬਹੁਤ ਪ੍ਰਭਾਵਿਤ ਹੋਏ। ਉੱਥੋਂ ਇਹ ਕਾਨੂੰਨ ਬਣਿਆ ਸੀਗਾ ਵੀ ਇਸ ਮੁਲਕ ਦੇ ਵਿੱਚ ਉਹਨਾਂ ਦੀ ਮਤਲਬ ਕਹਿ ਲਓ ਅਪਰ ਲੈਵਲ ਤੇ ਜਿਹੜੇ ਬੁੱਧੀਜੀਵੀ ਸੀਗੇ, ਉਹਨਾਂ ਨੇ ਫਿਰ ਇਹ ਗੱਲ ਕੀਤੀ ਸੀ ਕਿ ਇਹ ਬਹੁਤ ਗੱਲ ਗਲਤ ਹੋ ਰਹੀ ਆ, ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਇਹਦੇ ਬਾਰੇ। ਤਾਂ ਸੁਪਰ ਮਾਰਕੀਟਾਂ ਦੇ ਜਿਹੜੇ ਬੌਸ ਸੀਗੇ, ਉਹਨਾਂ ਨਾਲ ਗੱਲ ਕਰਕੇ ਹੁਣ ਇਹ ਲਾਗੂ ਹੋ ਗਿਆ। ਤੇ ਹੁਣ ਤੁਹਾਨੂੰ ਆਪਣੇ ਘਰੋਂ ਲਿਜਾਣੇ ਪੈਂਦੇ ਆ। ਅੱਗੇ ਸੁਪਰ ਮਾਰਕੀਟਾਂ ਖੁੱਲ੍ਹੇ, ਜਿੱਦਾਂ ਤੁਸੀਂ ਕਿਹਾ ਵੀ 4-4 ਬੈਗ ਚੱਕ ਲੈਂਦੇ, ਮੈਂ ਖੁਦ ਚੱਕਦਾ ਰਿਹਾ ਨਾ, ਮੇਰੀ ਤਾਂ ਆਪਣੀ ਦੁਕਾਨ ਹੁੰਦੀ ਤੇ ਮੈਂ ਉੱਥੇ ਲੈ ਆਉਂਦਾ ਹੁੰਦਾ ਸੀ। ਪਰ ਗੱਲ ਇਹ ਹੈ ਵੀ ਉੱਥੇ ਖੁੱਲ੍ਹੇ ਪਏ ਸੀਗੇ, ਫ੍ਰੀ ਪਏ ਹੁੰਦੇ ਸੀਗੇ, ਆ ਦਹੀਂ 1 ਦਹੀਂ 2 ਦਹੀਂ ਜਾਂ ਕਿੱਦਾਂ ਨਾ, ਅਸੀਂ ਲਿਆ ਕੇ ਚੱਕ ਕੇ ਬਿਨ ਦੇ ਵਿੱਚ ਪਾ ਦਿੰਦੇ ਹੁੰਦੇ ਸੀਗੇ। ਤੇ ਉਹ ਸਾਰੇ ਹੱਕ ਜਿੱਥੇ ਜਾਂਦੇ, ਫਿਰ ਇਹਨਾਂ ਨੇ ਮਤਲਬ ਖੁਲਾਸਾ ਇਹ ਕੀਤਾ ਸੀਗਾ, ਸਾਨੂੰ ਦੱਸਿਆ ਸੀ ਵੀ ਇਹਦਾ ਨੁਕਸਾਨ ਕਿੰਨਾ ਹੋ ਰਿਹਾ। ਔਰ ਉਹਦੇ ਜਿਹੜਾ ਨੈਗੇਟਿਵ ਸਾਈਡ ਸੀ, ਉਹ ਜਦ ਦਿਖਾਲ ਕੇ ਸਾਨੂੰ ਹੁਣ ਦੱਸਿਆ ਆ, ਤਾਂ ਉਦੋਂ ਸਾਨੂੰ ਇਹ ਫਾਇਦਾ ਹੋਇਆ ਵੀ ਉਹ ਬੈਗ ਘਟ ਗਏ। ਉਹਨਾਂ ਦੀ ਮਿਲੀਅਨਸ ਦੇ ਬਿਲੀਅਨ ਦੇ ਮੁਤਾਬਕ ਘਟੀ ਆ ਉਹਨਾਂ ਦੀ ਜਿਹੜੀ ਵਿਕਰੀ ਵੀ ਸੀਗੀ, ਤਾਂ ਉਹਨਾਂ ਦੀ ਵਰਤੋਂ ਜਿਹੜੀ ਸੀਗੀ। ਅਜੇ ਵੀ ਹੋਰ ਇਸ ਪਲਾਸਟਿਕ ਦੇ ਬਾਰੇ ਬਹੁਤ ਕੁਝ ਸਿੱਖਣ ਵਾਸਤੇ ਹੈਗਾ। ਤੇ ਚਲੋ ਗਾਹਾਂ ਤੇ ਗਾਹਾਂ ਇੱਦਾਂ ਗੱਲਾਂ ਕਰਾਂਗੇ ਤਾਂ ਗਾਹਾਂ ਕੋਈ ਨਾ ਕੋਈ ਹੱਲ ਨਿਕਲਣਗੇ। ਤੁਹਾਡਾ ਜੀ ਥੈਂਕ ਯੂ ਬਹੁਤ ਭੈਣ ਜੀ। ਤੇ ਆਈਫੋਨ ਪਤਾ ਨਹੀਂ ਕਿਹਦਾ ਹੈ ਜੀ, ਤੁਸੀਂ ਮੈਂ ਸਭ ਤੋਂ ਪਹਿਲਾਂ ਤਾਂ ਬੇਨਤੀ ਕਰੂੰਗਾ ਜੀ ਕਿ ਆਪਣੇ ਜਿੱਥੇ ਆਈਫੋਨ ਹੁੰਦਾ ਉੱਥੇ ਆਪਣਾ ਨਾਂ ਲਿਖ ਲਿਆ ਕਰੋ ਨਾ, ਉੱਥੇ ਤਾਂ ਸਾਨੂੰ ਸੌਖਾ ਹੋ ਜਾਂਦਾ। ਤੇ ਮੈਨੂੰ ਹੁਣ ਪਤਾ ਨਹੀਂ ਆਈਫੋਨ 0 ਲਿਖਿਆ ਆ, ਕਿ ਤੁਸੀਂ ਅਨਮਿਊਟ ਹੈਗੇ ਜੀ, ਤੁਸੀਂ ਗੱਲ ਕਰ ਲਓ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਕੀ ਨਾਮ ਹੈ ਜੀ? ਮੇਰਾ ਨਾਮ ਗੁਰਜੀਤ ਆ, ਗੁਰਜੀਤ ਕੌਰ। ਹਾਂਜੀ ਗੁਰਜੀਤ ਕੌਰ ਜੀ, ਕਰੋ ਤੁਸੀਂ ਆਪਣੀ ਗੱਲ। ਹਾਂਜੀ, ਮੈਂ ਇੱਥੋਂ ਕੈਨੇਡਾ ਤੋਂ ਬੋਲਦੀ ਹਾਂ। ਮੈਂ ਜਸਵਿੰਦਰ ਸਿੰਘ ਢਿੱਲੋਂ ਦੀ ਵਾਈਫ ਆ। ਜੀ ਤੇ ਹਾਂਜੀ, ਮੈਂ ਪ੍ਰੋਗਰਾਮ ਜਿੱਦਾਂ ਐਵਰੀਡੇ ਮੋਸਟਲੀ ਸਵੇਰ ਨੂੰ ਮੈਂ ਸੁਣਦੀ ਹਾਂ। ਭਾਈ ਸਾਹਿਬ ਵੀ ਮੈਂ ਮਿਲੀ ਆ ਇਹਨਾਂ ਨੂੰ। ਆਪਾਂ ਅੱਜ ਗੱਲ ਕਰ ਰਹੇ ਹਾਂ ਜਿੱਦਾਂ ਪਲਾਸਟਿਕ ਦੀ ਜਾਂ এনवायरमेंट ਦੀ, ਰਾਈਟ। ਜਿਹੜੀ ਰੀਸਾਈਕਲਿੰਗ ਆ, ਇਹ ਤਾਂ ਆਪਾਂ ਨੂੰ ਜਿੱਦਾਂ ਵਾਹਿਗੁਰੂ ਨੇ ਸ਼ੁਰੂ ਤੋਂ ਹੀ ਸਟਾਰਟ ਕੀਤੀ ਆ, ਪਰ ਆਪਾਂ ਨੂੰ ਸਮਝ ਨਹੀਂ ਲੱਗੀ। ਐਂਡ ਸੋ ਜਿੱਦਾਂ ਹੁਣ ਲਾਈਕ ਸਾਰੇ ਕਰਦੇ, ਪਰ ਸਾਰੀਆਂ ਚੀਜ਼ਾਂ ਆਪਾਂ ਨੂੰ ਆਪਣੇ ਘਰਾਂ ਤੋਂ ਸਟਾਰਟ ਕਰਨੀਆਂ ਪੈਣੀਆਂ।
ਬਿਲਕੁਲ ਵੀ ਹੈਵ ਟੂ ਡੂ ਲੋਟ। ਜਿੱਦਾਂ ਹਾਂਜੀ, ਤੁਸੀਂ ਆਪਣੇ ਘਰ ਦੇ ਵਿੱਚ ਕਰਦੇ ਆ, ਸ਼ੁਰੂ ਕਰ ਲਓ, ਏਮ ਬਣਾ ਲਓ। ਹੁਣ ਲਾਈਕ ਮੈਨੂੰ 2-3 ਸਾਲ ਹੋ ਗਏ ਆ, ਅਸੀਂ ਕਦੇ ਵੀ ਕੋਈ ਚੀਜ਼ ਜਿੱਥੇ ਜਾਣੀ ਉੱਥੇ ਜਾ ਪਾਉਂਦੇ ਆ, ਟਾਈਮ ਲਾਉਂਦੇ ਆ ਰੀਸਾਈਕਲ ਦੇ ਵਿੱਚ। ਘਰ ਵਿੱਚ ਜਿੰਨਾ ਘੱਟ ਤੋਂ ਘੱਟ ਤੁਸੀਂ ਘਰ ਦੇ ਵਿੱਚ ਕਰ ਸਕਦੇ ਆ ਉਨਾ ਘੱਟ ਕਰੋ, ਰਾਈਟ। ਲਾਂਡਰੀ ਬਿਨਾਂ ਲੋੜ ਤੋਂ ਤੁਸੀਂ ਕਰੋ ਨਾ, ਉਹਦੇ ਨਾਲ ਪਾਣੀ ਵੀ ਸੇਵ ਹੁੰਦਾ, ਤੁਹਾਡਾ ਸੋਪ ਵੀ ਸੇਵ ਹੁੰਦਾ, ਤੁਹਾਡੀ ਇਲੈਕਟ੍ਰਿਸਿਟੀ ਵੀ ਸੇਵ ਹੁੰਦੀ ਆ, ਰਾਈਟ। ਸੋ ਇਹ ਛੋਟੀਆਂ ਚੀਜ਼ਾਂ ਜਿਹੜੀਆਂ ਆ ਜੋ ਤੁਸੀਂ ਲੌਂਗ ਰਨ ਲਈ ਕਰਦੇ ਆ, ਸੋ ਤੁਹਾਡੇ ਬੱਚੇ ਵੀ ਦੇਖਦੇ ਆ, ਦੈਨ ਤੁਸੀਂ ਪਾਸ ਔਨ ਕਰੀ ਜਾਂਦੇ ਆ ਉਹ, ਰਾਈਟ। ਜੀ ਉਹਦੇ ਨਾਲ ਹਾਂਜੀ, ਉਹਦੇ ਨਾਲ ਜਿੱਦਾਂ ਲਾਈਕ ਦੈਨ ਤੁਸੀਂ ਜਦੋਂ ਆਪਾਂ ਗੈਦਰਿੰਗ ਕਰਦੇ ਆ ਆਪਣੇ ਪਰਿਵਾਰ ਦੇ ਵਿੱਚ, ਕੋਈ ਆਪਣੀ ਓਨ ਫੈਮਲੀਜ਼ ਆ, ਉੱਥੇ ਗੱਲਬਾਤ ਕਰੋ ਕਿ ਤੁਸੀਂ ਕੀ ਕਰਦੇ ਆ, ਜਾਂ ਤੁਸੀਂ ਇੱਕ ਦੂਜੇ ਨੂੰ ਦਿਖਾਓ ਵੀ ਦੇਖੋ ਮੈਂ ਇੰਨਾ ਕੰਟਰੀਬਿਊਟ ਕਰ ਰਹੀ ਆ, ਲਾਈਕ ਤੁਸੀਂ ਵੀ ਕਰੋ ਏਦਾਂ। ਇੱਕ ਦੂਜੇ ਨੂੰ ਤੁਹਾਨੂੰ ਕਈਆਂ ਨੂੰ ਲਾਈਕ ਹੁੰਦਾ ਆ ਪਰ ਦੇ ਡੋਨਟ ਨੋ ਹਾਊ ਟੂ ਡੂ ਇਟ। ਸੋ ਐਂਡ ਅਦਰ ਥਿੰਗ, ਜਿੱਦਾਂ ਹੁਣ ਆਪਾਂ ਸੇਵਾ ਦੀ ਗੱਲ ਕਰਦੇ ਆ ਕਿ ਸਾਨੂੰ ਆਪਾਂ ਘਰ ਦੇ ਵਿੱਚ ਬੈਠਿਆਂ ਹੀ ਬਹੁਤ ਸਾਰੀ ਸੇਵਾ ਜਿਹੜੀ ਕਰ ਸਕਦੇ ਆ, ਉਹ ਸਾਰਿਆਂ ਦੇ ਲਈ ਫਾਇਦਾ ਹੋ ਜਾਂਦਾ, ਰਾਈਟ। ਸੋ ਲਾਈਕ ਮੈਂ ਤੁਹਾਡੀ ਵਾਈਫ ਨੂੰ ਸੁਣਦੀ ਸੀ, ਜਾਂ ਮੈਂ ਸੁਣਦੀ ਰਹਿੰਦੀ ਆ ਲਾਈਕ, ਪਰ ਸੋ ਨਾਈਸ ਜਿੱਦਾਂ ਥਿੰਕ ਕਰਦੇ ਆ, ਪਰ ਤੁਸੀਂ ਐਕਸ਼ਨ ਲੈਣਾ ਸ਼ੁਰੂ ਕਰੋ। ਛੋਟੀ ਤੋਂ ਛੋਟੀ ਚੀਜ਼ ਕਾਊਂਟ ਡਾਊਨ ਹੋ ਰਹੀ ਆ, ਰਾਈਟ। ਬਾਹਰ ਜਦੋਂ ਰੈਸਟੋਰੈਂਟ 'ਚ ਤੁਸੀਂ ਖਾਂਦੇ ਆ, ਆਪਾਂ ਖਾਣਾ ਖਾਣ ਜਾਂਦੇ ਆ, ਦੇਖੋ ਕਿੰਨਾ ਗਾਰਬੇਜ ਆਪਾਂ ਲਾਈਕ ਪ੍ਰੋਡਿਊਸ ਕਰਦੇ ਆ, ਰਾਈਟ। ਉੱਥੇ ਉਹ ਚੱਕ ਕੇ ਸਾਰਾ ਕੁਛ ਟੂਗੈਦਰ ਹੀ ਸਿੱਟੀ ਜਾਂਦੇ, ਦੇ ਡੋਨਟ ਸੈਪਰੇਟ ਐਨੀਥਿੰਗ। ਸੋ ਜਾਂ ਤਾਂ ਫਿਰ ਆਪਾਂ ਰੂਲ ਬਣਾਈਏ ਵੀ ਅਸੀਂ ਆਪਣਾ ਜੋ ਵੀ ਅਸੀਂ ਖਾਧਾ ਪਲਾਸਟਿਕ ਘਰ ਲੈ ਕੇ ਰੀਸਾਈਕਲ ਕਰਨੀ ਆ, ਜਾਂ ਫਿਰ ਆਪਾਂ ਇਹਨੂੰ ਘੱਟ ਕਰੀਏ ਖਾਣ ਨੂੰ, ਰਾਈਟ। ਸੋ ਛੋਟੀਆਂ ਚੀਜ਼ਾਂ ਬਹੁਤ ਡਿਫਰੈਂਸ ਕਰਦੀਆਂ। ਐਂਡ ਸੋ ਥੈਂਕ ਯੂ ਲਿਸਨਿੰਗ ਮੀ, ਐਂਡ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਜੀ, ਤੁਸੀਂ ਬਹੁਤ ਵਧੀਆ ਵਿਚਾਰ ਦਿੱਤੇ ਆ। ਕਰੋਨਾ ਨੇ ਬਹੁਤ ਫਾਇਦਾ ਕਰ ਦਿੱਤਾ, ਕਰੋਨਾ ਨੇ ਹੁਣ ਸਾਰੇ ਰੈਸਟੋਰੈਂਟ ਜਾਣਾ ਹੀ ਬੰਦ ਕਰ ਦਿੱਤਾ ਜੀ। ਠੀਕ ਹੈ, ਹੋ ਸਕਦਾ ਪਿਛਲੇ 6 ਮਹੀਨਿਆਂ ਦੇ ਵਿੱਚ ਕਈਆਂ ਜਾਨਵਰਾਂ ਨੂੰ ਵੀ ਸਾਹ ਆ ਗਏ ਹੋਣੇ ਆ। ਕਈ ਆਪਾਂ ਦੇਖਦੇ ਸੀਗੇ ਇਟਲੀ ਦੇ ਵਿੱਚ, ਜਿਹੜੇ ਵੈਨਿਸ ਦੇ ਵਿੱਚ ਸੀਗੇ, ਉਹ ਜਿੱਥੇ ਕਹਿ ਲਓ ਪਾਣੀ ਦੇ ਵਿੱਚ ਸ਼ਹਿਰ ਬਸੇ ਹੋ ਆ, ਉਹਨਾਂ ਦੇ ਵਿੱਚੋਂ ਤਾਂ ਹੋਰ ਵੀ ਕਈਆਂ ਮੁਲਕਾਂ ਦੇ ਵਿੱਚ ਉਹਨਾਂ ਨੇ ਦਿਖਾ ਲਿਆ ਸੀਗਾ ਕਿ ਜਿਹੜੇ ਜਾਨਵਰ ਕਦੀ ਬਾਹਰ ਨਹੀਂ ਸੀ ਨਿਕਲੇ, ਕਿਉਂਕਿ ਇੰਨੀ ਆਵਾਜਾਈ ਸਾਡੀ ਫਿਰਨ ਤੁਰਨ ਦੀ ਜਾਂ ਕਿੱਦਾਂ ਸੈਰ ਸਪਾਟੇ ਕਰਨ ਦੀ, ਉਹਨਾਂ ਨੂੰ ਅੰਦਰ ਬੈਠਣਾ ਪਿਆ ਸੀਗਾ, ਤਾਂ ਉਹ ਬਾਹਰ ਨਿਕਲੇ ਹੋ ਸੀਗੇ, ਉਹਨਾਂ ਦੇ ਕੰਢਿਆਂ ਤੇ ਬੈਠੇ ਹੁੰਦੇ ਸੀਗੇ। ਤੇ ਇਹ ਕਰੋਨਾ ਵਾਇਰਸ ਦੀ ਇਹ ਜਦੋਂ ਕਹਿ ਲਓ ਚੰਗੀ ਚੀਜ਼ ਹੋ ਗਈ ਹੈ। ਬਾਕੀ ਰੈਸਟੋਰੈਂਟਾਂ ਦਾ ਜਿਹੜਾ ਕੰਮ, ਜਿੱਦਾਂ ਤੁਸੀਂ ਕਹਿੰਦੇ ਆ ਉੱਥੇ ਜਾ ਕੇ ਗੰਦ ਪੈਂਦਾ, ਬਿਲਕੁਲ ਜਿੱਦਾਂ ਭਾਈ ਮੋਹਰ ਸਿੰਘ ਜੀ ਵੀ ਕਹਿੰਦੇ ਹੁੰਦੇ ਆ ਕਿ ਜਾਣੀ ਕੋਈ ਵੀ ਕੰਮ ਕਰਨਾ ਪਹਿਲਾਂ ਆਇਡੈਂਟੀਫਾਈ ਕਰ ਲਓ ਕਿ ਕਿਹੜੀ ਪ੍ਰੋਬਲਮ ਆ। ਇਸ ਕਰਕੇ ਆ ਜਿਹੜੀ ਡਿਸਕਸ ਕਰਦੇ ਆ ਨਾ, ਇਹ ਇੱਕ ਪ੍ਰੋਬਲਮ ਡਿਸਕਸ਼ਨ ਆ। ਉਹਦੇ ਬਾਅਦ ਦੇ ਵਿੱਚ ਅਸੀਂ ਜਿਹੜਾ ਕੋਈ ਕੰਮ ਕਰਨਾ ਹੈ, ਛੋਟੇ ਸਟੈਪ, ਜਿੱਦਾਂ ਭਾਈ ਸਾਹਿਬ ਕਹਿੰਦੇ ਹੁੰਦੇ, ਛੋਟੇ ਸਟੈਪ ਲੈ ਲਓ। ਜ਼ਰੂਰੀ ਨਹੀਂ ਵੀ ਅਸੀਂ ਸਾਰੀ ਧਰਤੀ ਨੂੰ ਚੇਂਜ ਕਰ ਦਿਆਂਗੇ, ਪਰ ਇੰਨਾ ਜ਼ਰੂਰ ਆ ਵੀ ਜੇ ਅਸੀਂ ਆਪਣਾ ਘਰ ਇਨਵਾਇਰਨਮੈਂਟ ਚੇਂਜ ਕਰ ਲਵਾਂਗੇ ਤਾਂ ਸਾਨੂੰ ਤਾਂ ਖੁਸ਼ੀ ਮਿਲੂਗੀ। ਇੱਦਾਂ ਜੇ ਸਾਰੇ ਘਰਾਂ ਦੇ ਵਿੱਚ ਛੋਟੇ ਇਨਵਾਇਰਨਮੈਂਟ ਇੱਦਾਂ ਤੁਸੀਂ ਕਰ ਲਓਗੇ ਚੇਂਜ, ਤਾਂ ਹਰੇਕ ਘਰ 'ਚ ਖੁਸ਼ੀ ਹੋ ਜਾਊਗੀ। ਇੱਦਾਂ ਹੀ ਸਾਰੀ ਦੁਨੀਆ ਦੇ ਵਿੱਚ ਜੇ ਇਹ ਸਾਰੀ ਚੀਜ਼ ਸਮਝਣ ਲੱਗ ਪਏ ਤਾਂ ਫਿਰ ਇਹ ਜਿਹੜੀ ਨੈਗੇਟਿਵਿਟੀ ਆ ਨਾ, ਇਹ ਖਤਮ ਹੋ ਸਕਦੀ ਆ। ਪਰ ਚਲੋ ਆਪਣੇ ਪੱਧਰ ਤੇ ਆਪਾਂ ਭਾਵੇਂ ਉਹ ਚਿੜੀ ਵਾਲਾ ਗੱਲ ਹੋ ਗਿਆ ਨਾ, ਵੀ ਅੱਗ ਲੱਗੀ ਹੋਈ ਸੀ ਤੇ ਚਿੜੀ ਕਹਿੰਦੀ ਵੀ ਮੈਂ ਪਾਣੀ ਪਾਉਣੀ ਆ, ਉਹ ਉੱਦਾਂ ਹੀ ਕਰ ਲਈਏ ਥੋੜਾ ਜਿਹਾ ਆਪਾਂ, ਤੇ ਉਹਦੇ ਨਾਲ ਅੱਗ ਬੁਝੇ ਚਾਹੇ ਨਾ ਬੁਝੇ, ਕੋਈ ਗੱਲ ਨਹੀਂ। ਆਪਾਂ ਉਹ ਕਹਿੰਦੇ ਮੈਂ ਬੁਝਾਉਣ ਵਾਲੇ ਚੋਂ ਵੀ ਮੈਂ, ਹਾਂ ਵੀ ਮੇਰਾ ਨਾਂ ਤਾਂ ਭਰਤ ਹੋਇਆ, ਏਦਾਂ ਕਹਿੰਦੀ ਚਿੜੀ। ਹਾਂਜੀ ਠੀਕ ਹੈ ਜੀ, ਠੀਕ ਹੈ। ਸੋ ਹਾਂਜੀ ਗਿਆਨੀ ਜੀ, ਤੁਸੀਂ ਕੁਝ ਕਹਿਣਾ ਤਾਂ ਹੋਰ ਤਾਂ ਹੈ ਨਹੀਂ ਕੋਈ ਵੀ, ਅਨਮਿਊਟ ਜੀ, ਤੇ ਤੁਸੀਂ ਰੈਪ ਅਪ ਕਰ ਬੜੀ ਦਿਓ। ਖੁਸ਼ੀ ਹੋਈ ਸਾਰੇ ਵੀਰਾਂ ਭੈਣਾਂ ਦਾ ਵਿਚਾਰ ਸੁਣ ਕੇ, ਬਹੁਤ ਵਧੀਆ, ਕਿਉਂਕਿ ਇਧਰ ਸਾਨੂੰ ਧਿਆਨ ਦੇਣਾ ਚਾਹੀਦਾ, ਔਰ ਜਿੰਨਾ ਵੀ ਅਸੀਂ ਕਰ ਸਕਦੇ ਹਾਂ ਆਪਣੇ ਘਰਾਂ ਤੋਂ ਸ਼ੁਰੂ ਕਰੀਏ ਤਾਂ ਬਹੁਤ ਵਧੀਆ। ਤੇ ਬਾਕੀ ਜਿਵੇਂ ਤੇਲ ਦੀ ਆਪਾਂ ਗੱਲ ਕਰ ਰਹੇ ਸੀ, ਤੇ ਉਹਦੇ ਵਾਸਤੇ ਜੇ ਟਰਾਈ ਕਰੋ ਕਿ ਤੁਸੀਂ ਤੜਕੇ ਤੋਂ ਬਿਨਾਂ ਸਬਜ਼ੀ ਬਣਾਉਣੀ ਸ਼ੁਰੂ ਕਰੋ, ਤਾਂ ਉਹ ਇੱਕ ਹੋਰ ਬਹੁਤ ਵਧੀਆ ਕੰਮ ਹੋਏਗਾ। ਠੀਕ ਹੈ ਜੀ। ਡਾਕਟਰ ਦੀ ਹੈਗੀ ਉਹ, ਮਤਲਬ ਜਿਹੜਾ ਸਾਡੀ ਸਬਜ਼ੀ ਭਾਜੀ ਦੇ ਵਿੱਚ ਜੋ ਸਵਾਦ ਹੈ ਨਾ, ਉਹ ਤੇਲ ਦਾ ਜਾਂ ਘਿਓ ਦਾ ਨਹੀਂ ਹੈ, ਉਹ ਸਿਰਫ ਲੂਣ ਮਿਰਚ ਦਾ ਹੈ। ਤੇ ਅਸੀਂ ਆਪਣੇ ਘਰ ਟਰਾਈ ਕਰਦੇ ਹਾਂ। ਜਦੋਂ ਮੈਂ ਇੰਡੀਆ ਜਾਂਦਾ ਤਾਂ ਮੈਂ ਸਬਜ਼ੀ ਜਿਹੜੀ ਹੈ ਉਹ ਬਿਨਾਂ ਤੜਕੇ ਤੋਂ ਹੀ ਖਾਂਦਾ ਵਾਂ। ਭਾਜੀ ਗਿਆਨੀ ਜੀ ਮੈਂ ਏਦਾਂ ਹੀ ਕਰਦੀ ਆ, ਹਨਾ। ਪਰ ਮੇਰੇ ਜਿਹੜੇ ਘਰ ਵਾਲੇ ਹਸਬੈਂਡ ਆ ਨਾ, ਉਹ ਕਹਿੰਦੇ ਤੂੰ ਜਿੱਦਾਂ ਖਾਣੀ ਖਾਈ ਚੱਲ। ਮੈਂ ਉਹ ਤਾਂ ਜਦ ਤੋਂ ਅੱਧੀ ਟਿੱਕੀ ਘੇ ਦੇ ਵਿੱਚ ਪਾਉਂਦੇ ਨਹੀਂ ਤਾਂ ਖਾਂਦੇ ਨਹੀਂ, ਫਿਰ ਮੇਰੀ ਜੁਦੀ ਚੀਜ਼ ਬਣਦੀ। ਮੈਂ ਸਾਰੀ ਆਪਣੇ ਲਈ ਬਣਾਉਣੀ। ਮੈਂ ਕਿ ਬਹੁਤ ਚਿਰ ਮੈਨੂੰ ਹੋ ਗਿਆ ਏਦਾਂ ਕਰਦੀ ਨੂੰ ਭਾਜੀ। ਮੇਰੀ ਭੈਣ, ਤੁਸੀਂ ਏਦਾਂ ਕਰਨਾ ਵੀ ਆਪ ਖਾਈ ਜਾਓ ਤੇ ਭਾਈ ਸਾਹਿਬ ਨੂੰ ਤੜਕੇ ਵਾਲੀ ਖਵਾਈ ਜਾਓ। ਉਹ ਨਾ ਹੋਏ ਵੀ ਤੁਸੀਂ ਉਹਨੂੰ ਤੜਕੇ ਤੋਂ ਬਿਨਾਂ ਖਵਾਓ ਤੇ ਤੁਹਾਨੂੰ ਕਲਾਸ ਵਿੱਚ ਆਉਣਾ ਹੀ ਬੰਦ ਕਰ ਦੇਣ।
ਇਸ ਕਰਕੇ ਨਹੀਂ ਭਾਈ ਭਾਜੀ, ਸਾਹਿਬ ਨਹੀਂ ਸਾਡਾ ਹੈਗਾ ਸ਼ੌਕਨ ਚੀਜ਼, ਸਾਡਾ ਚੱਲਦਾ ਹੀ ਏਦਾਂ ਕੰਮ ਆ। ਉਹਨਾਂ ਨੇ ਉਹ ਕਹਿੰਦੇ ਮੈਨੂੰ ਪਚਦਾ, ਮੈਂ ਖਾਣਾ ਹੀ ਖਾਣਾ, ਮੈਂ ਆਲੂਆਂ ਵਾਲੇ ਪਰੌਠੇ ਖਾਣੇ, ਤੂੰ ਬਣਾਉਣ ਦੀ ਮਾਰੀ ਕਹਿੰਨੀ ਆ ਵੀ ਮੈਂ ਤਾਂ ਕਹਿੰਦਾ ਪਸੰਦ ਕਰਦਾ, ਤੂੰ ਚੁੱਪ ਕਰਕੇ ਮੈਨੂੰ ਬਣਾਇਆ। ਮੈਂ ਕਿਹਾ ਚਲੋ ਠੀਕ ਆ, ਮੈਨੂੰ ਤਾਂ ਕੋਈ ਨਹੀਂ ਹੈਗਾ, ਪਰ ਮੈਂ ਜਾਣੀ ਕਿ ਆਪਣਾ ਮੈਨੂੰ ਤਾਂ ਬਹੁਤ ਸਾਲਾਂ ਤੋਂ ਭਾਜੀ ਹੋਇਆ, ਮੈਂ ਆਪਣਾ ਹਿਸਾਬ ਰੱਖਦੇ ਆ। ਜਿੱਦਾਂ ਅਸੀਂ ਸਿਆਣੇ ਹੋਈ ਜਾਂਦੇ, ਅਸੀਂ ਇਸ ਨਾ ਰੱਖਾਂਗੇ ਭਾਜੀ ਫਿਰ ਕੰਮ ਔਖਾ ਜਿਹਾ ਮੋਰ ਜਾ ਕੇ ਹੋ ਜਾਊਗਾ ਨਾ, ਏਦਾਂ ਆ। ਹਾਂ, ਥੈਂਕ ਯੂ ਜੀ। ਨੀਨਾ ਜੀ ਤੁਸੀਂ ਅਨਮਿਊਟ ਹੋਏ ਆ, ਤੁਸੀਂ ਵੀ ਗੱਲ ਕਰ ਲਓ। ਹਾਂਜੀ ਹਾਂਜੀ, ਨਹੀਂ ਮੈਂ ਕਿਹਾ ਜਿਹੜੇ ਬਚਣਗੇ ਪਰਾਂਠੇ ਪਰੂੰਠੇ ਉਹ ਮੇਰੇ ਵੱਲ ਭੇਜ ਦੇਣ। ਓ ਮਾਈ ਗॉड, ਏਦਾਂ ਨਹੀਂ ਅੱਛਾ ਗੱਲ ਜੀ। ਚੱਲਣੀ ਹੈਗੀ ਨੀਨਾ ਜੀ, ਭੈਣ ਜੀ। ਮੈਨੂੰ ਕੋਈ hold on, ਇਤਰਾਜ਼ hold on, ਨਹੀਂ ਹੈ, ਤੁਹਾਨੂੰ ਮੈਨੂੰ ਪੈਟਰੋਲ ਕੋਈ ਪਾ ਕੇ ਇਤਰਾਜ਼ ਕਾਰ ਨਹੀਂ ਦੇ ਹੈ। ਵਿੱਚ ਨੋਰਥ ਵਿੱਚ ਆਉਣਾ ਪੈਣਾ, ਫੇਰ ਤੁਹਾਨੂੰ ਆਲੂਆਂ ਵਾਲੇ ਪਰੌਠੇ ਮਿਲੂਗੇ। ਨਹੀਂ ਇਹ ਨਹੀਂ, ਗਲਤ ਗੱਲ ਆ। ਮੈਨੂੰ ਤੁਸੀਂ ਪਕੌੜੇ, ਆਲੂ ਵਾਲੇ ਪਰਾਠੇ, ਪਕੌੜੇ ਨਹੀਂ, ਆਲੂਆਂ ਵਾਲੇ ਪਰੌਠੇ ਤਾਂ ਚੱਲਦੇ, ਪਕੌੜੇ ਜਾਂ ਕਦੋਂ ਉਹ ਮੈਂ ਰਿਫਿਊਜ਼ ਕਰਦੀ, ਉਹ ਮੈਂ ਘੱਟੇ, ਮੈਂ ਤਾਂ ਦੱਸਿਆ ਮੈਂ ਨਹੀਂ ਕਰਦੀ ਹੈਗੀ। ਨਹੀਂ ਪਰ ਜਦੋਂ ਇਹਨੇ ਜਿੱਦ ਫੜੀ ਹੋਈ ਤੇ ਬਚਣਗੇ। ਕੋਈ ਗੱਲ ਨਹੀਂ ਜੀ, ਅਸੀਂ ਇੱਥੇ ਬਣਾਉਣ ਦੀ ਮਾਰੀ ਕਹਿੰਦੀ ਆ, ਮੈਂ ਬਣਾਉਣ ਦੀ ਮਾਰੀ ਨਹੀਂ ਕਹਿੰਦੀ ਹੈਗੀ, ਮੈਂ ਕਹਿੰਦੀ ਤੁਸੀਂ ਵੀ ਘਟਾਵੋ ਥੋੜੀ ਆ। ਤੁਸੀਂ ਏਦਾਂ ਕਰੋ, ਕੋਈ ਗੱਲ ਨਹੀਂ ਜੀ, ਉਹ ਸ਼ੁਗਲੇ ਕਰਦੇ ਆ, ਕੋਈ ਗੱਲ ਨਹੀਂ। ਤੇ ਜੇ ਨਹੀਂ ਦੇਣੇ ਹੋਏ ਤਾਂ ਨਹੀਂ, ਮੈਂ ਸ਼ੁਗਲ ਨਹੀਂ ਭੈਣ ਜੀ ਕਰਦੀ। ਕਰਦੀ। ਨੀਨਾ ਭੈਣ ਜੀ ਤੁਸੀਂ ਆਇਓ, ਤੁਹਾਨੂੰ ਇੱਥੇ ਆਇਆ ਨੂੰ ਫਿਰ ਬਣਾ ਕੇ ਖਿਲਾਵਾਂਗੇ, ਇਦਾਂ ਦੀ ਗੱਲ। ਅੱਛਾ ਜੀ, ਆਵਾਂਗੇ, ਅਸੀਂ ਸਾਰੇ ਜਣੇ ਆਵਾਂਗੇ, ਅਸੀਂ ਸਾਰੇ ਵੱਟ ਤੋੜ ਲੈਣਾ ਉਧਰ ਨੂੰ, ਫਿਰ ਤੁਸੀਂ ਫਿਕਰ ਨਾ ਕਰੋ, ਅਸੀਂ ਆਵਾਂਗੇ। ਥੈਂਕ ਯੂ ਜੀ। ਨੀਨਾ ਭੈਣ ਜੀ, ਨੀਨਾ ਭੈਣ ਜੀ, ਹਾਂਜੀ ਹਾਂ, ਜਿਹੜੇ ਤੁਹਾਡੇ ਕੋਲ ਅੱਧੇ ਤੁਹਾਡੇ ਕੋਲ ਭੇਜਣ ਨਾ ਕਲਾਸ ਦੇ ਵਿੱਚੋਂ, ਤੇ ਇਮਾਨਦਾਰੀ ਨਾਲ ਆਪਾਂ ਦੋਵਾਂ ਭੈਣ ਭਰਾਵਾਂ ਨੇ ਹਾਫ ਕਰ ਲੈਣੇ ਨੇ। ਬਿਲਕੁਲ ਬਿਲਕੁਲ, ਮੈਂ ਪਹਿਲਾਂ ਹੀ ਸੋਚਿਆ ਸੀ, ਗੱਲ ਇਹ ਹੈ ਜੀ, ਫਿਰ ਜੇ ਛੱਡਣ ਮੈਂ ਗਿਆ ਤਾਂ ਫਿਰ ਹੋ ਸਕਦਾ ਮੇਰੇ ਬਿੱਲੇ ਲੱਗ ਜਾਣੇ ਅੱਧੇ ਕੁ ਤਾਂ। ਅੱਛਾ, ਇੱਕ ਲਾਸਟ ਦੇ ਵਿੱਚ ਹੀ ਭਾਈ ਗਗਨਦੀਪ ਸਿੰਘ ਤੁਸੀਂ ਅਨਮਿਊਟ ਹੋਏ ਸੀਗੇ ਜੀ, ਜਲਦੀ ਕਰ ਲਿਓ ਜਿਹੜੀ ਗੱਲ ਕਰਨੀ। ਥੈਂਕ ਯੂ। ਹਾਂਜੀ, ਪਰ ਮੈਨੂੰ ਗੱਲ ਬਹੁਤ ਵਧੀਆ ਲੱਗੀ ਹੈ ਸਾਰਿਆਂ ਦੀ। ਤਾਂ ਕੀ ਕਹਿੰਦੇ ਆ, ਅਸੀਂ ਚੰਡੀਗੜ੍ਹ ਜਾਂਦਾ ਮੈਂ, ਉੱਥੇ 6-7 ਪੈਲਸ ਨੇ ਗੁਰਦੁਆਰਾ ਸਾਹਿਬ ਨੂੰ ਲੱਗਦੇ। ਤਾਂ ਉਹ ਪਹਿਲਾਂ ਨਾ ਪਲਾਸਟਿਕ ਬਹੁਤ ਯੂਜ਼ ਕਰਦੇ ਸੀ ਉਹ ਜੀ, ਤਾਂ ਉਹਨਾਂ ਨੇ ਬਾਅਦ ਚੋਂ ਜਿਹੜੇ ਹੁੰਦੇ ਆ ਨਾ, ਇਹਦਾ ਲੱਕੜ ਦੀਆਂ ਪਲੇਟਾਂ, ਗਲਾਸ ਉਹਨਾਂ ਨੇ ਸ਼ੁਰੂ ਕਰਤੇ। ਉਹ ਇੰਨੀ ਵਧੀਆ ਚੀਜ਼ ਆ, ਮੈਨੂੰ ਬਹੁਤ ਵਧੀਆ ਲੱਗਿਆ। ਤਾਂ ਜੇ ਇੰਡੀਆ 'ਚ, ਬਾਹਰ ਦਾ ਪਤਾ ਨਹੀਂ ਮੈਨੂੰ, ਬਾਹਰ ਤਾਂ ਇੱਕ ਆਪਾਂ ਜਿਹੜੀ ਚਾਹ ਪੀਂਦੇ ਆ ਉਹ ਪਲਾਸਟਿਕ ਵਾਲੇ ਥਰਮਾਕੋਲ ਦਾ ਹੁੰਦਾ ਆ, ਉਹ ਆਪਣੇ ਲਈ ਬਹੁਤ ਡੇਂਜਰਸ ਆ। ਹਾਂਜੀ, ਬਹੁਤ ਡੇਂਜਰਸ ਆ ਉਹ। ਜਾਂ ਉਹ ਗਰਮ ਚਾਹ ਹੁੰਦੀ ਆ, ਆਪਾਂ ਉਹਦੇ ਵਿੱਚ ਪਾ ਕੇ ਪੀ ਲੈਂਦੇ ਆ, ਤਾਂ ਉਹ ਕੈਂਸਰ ਆ ਸਿੱਧੀ ਉਹ ਆਪਾਂ ਨੂੰ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡੀ ਇਨਫੋਰਮੇਸ਼ਨ ਦਾ ਜੀ। ਉੱਦਾਂ ਵੈਸੇ ਇੰਡੀਆ ਦੇ ਵਿੱਚ ਬਹੁਤ ਅਵੇਅਰਨੈਸ ਦੀ ਲੋੜ ਹੈ, ਸਪੈਸ਼ਲੀ ਪੰਜਾਬ ਦੇ ਪਿੰਡਾਂ ਦੇ ਵਿੱਚ। ਝੋਨਿਆਂ ਨੂੰ ਪਾਣੀ ਲਾਉਣਾ, ਜਦ ਕਿ ਪਾਣੀ ਬਿਲਕੁਲ ਖਤਮ ਹੋ ਗਿਆ, ਝੋਨੇ ਬੀਜਣੇ, ਤੇ ਉਹਨਾਂ ਵਾਸਤੇ ਬਾਕੀ ਜਿਹੜੇ ਅਸੀਂ ਵੀ ਜਦੋਂ ਇੰਡੀਆ ਜਾਈਦਾ ਉੱਥੇ ਦੇਖੀਦਾ, ਲੋਕੀ ਆਪਣੇ ਜਿਹੜੇ ਸ਼ਹਿਰ ਦੇ ਵਿੱਚ ਜਾਂ ਜਿੱਦਾਂ ਟੈਂਕੀ ਲੱਗੀ ਹੁੰਦੀ ਤੁਹਾਡੇ, ਤੇ ਚਾਹੇ ਤਾਂ ਆਪਣਾ ਕਹਿ ਲਓ ਲੱਗਾ ਹੁੰਦਾ ਨਲਕਾ, ਉਹਦੇ ਵਿੱਚ ਮੋਟਰ ਲੱਗੀ ਹੈ, ਉਹਦੇ ਨਾਲ ਜਿਹੜਾ ਪਾਣੀ ਉੱਪਰ ਜਾਂਦਾ ਆ, ਕੋਈ ਧਿਆਨ ਨਹੀਂ ਰੱਖਦਾ, ਉੱਪਰ ਓਵਰਫਲੋ ਹੋ ਕੇ ਸਾਰੀ ਸੜਕ ਦੇ ਵਿੱਚ ਪਾਣੀ ਗਿਆ ਹੁੰਦਾ, ਕੋਈ ਪਰਵਾਹ ਨਹੀਂ ਮੰਨਦੇ। ਤੇ ਬਾਕੀ ਓਵਰਆਲ ਜਾਨੀ ਉੱਥੇ ਬਹੁਤ ਧਿਆਨ ਦੀ ਲੋੜ ਹੈ, ਸਾਰੇ ਪਾਸੇ ਵੈਸੇ ਲੋੜ ਆ। ਤੇ ਹੁਣ ਕਈ ਜਗ੍ਹਾ ਬਹੁਤ ਸੁਧਾਰ ਹੋਇਆ, ਉਹ ਆਟੋਮੈਟਿਕ ਲੱਗ ਗਈ, ਉਹ ਆਪਣੇ ਆਪ ਬੰਦ ਹੋ ਜਾਂਦੀ ਮੋਟਰ। ਠੀਕ ਹੈ, ਪਰ ਕਈ ਜਗ੍ਹਾ ਨਹੀਂ ਹੈਗਾ ਉਹ। ਤੁਸੀਂ ਸਹੀ ਕਿਹਾ, ਤੁਸੀਂ ਅਵੇਅਰਨੈਸ ਚਾਹੀਦੀ ਹੈ। ਤਾਂ ਛੋਟੇ ਸਟੈਪ ਜਿਹੜੇ ਆ ਉਹ ਸਾਨੂੰ ਲੈਣੇ ਚਾਹੀਦੇ। ਬਹੁਤ ਬਹੁਤ ਧੰਨਵਾਦ ਜੀ। ਅੱਜ ਥੋੜਾ ਜਿਹਾ ਲੇਟ ਹੋ ਗਏ, ਪਰ ਬਹੁਤ ਜ਼ਰੂਰੀ ਗੱਲਾਂ ਕੀਤੀਆਂ ਜੀ ਸਾਰਿਆਂ ਨੇ, ਤੇ ਇਦਾਂ ਦੀਆਂ ਗੱਲਾਂ ਦੀ ਡਿਸਕਸ਼ਨ ਹਰ ਰੋਜ਼ ਹੋਣੀ ਚਾਹੀਦੀ ਹੈ, ਤਾਂ ਕਿ ਸਾਡੇ ਵਿੱਚ ਕੋਈ ਜਾਗਰਤੀ ਆਵੇ ਔਰ ਪ੍ਰੈਕਟੀਕਲੀ ਜ਼ਰੂਰ ਕਰਨੇ ਆ। ਜਿੱਦਾਂ ਇੱਕ ਪੁਆਇੰਟ ਸਾਡੇ ਨੋਟ ਕੀਤਾ ਸੀਗਾ ਕਿ ਜਿੱਦਾਂ ਆਪਾਂ ਕਲਾਸ ਦੇ ਵਿੱਚ ਬਹਿੰਦੇ ਆ, ਅਸੀਂ ਸੁਣ ਕੇ ਪਰੇ ਨਾ ਹੋ ਜਾਈਏ ਵੀ ਕੱਲ ਨੂੰ ਹੋਰ ਸੁਣ ਲਵਾਂਗੇ। ਇਹ ਜਿਹੜੀ ਗੱਲ ਸੁਣੀ ਹੈ ਉਹਦੇ ਵਿੱਚੋਂ ਜਿਹੜੇ ਪੁਆਇੰਟ ਆ ਨੋਟ ਕਰਕੇ ਆਪਣੀ ਲਾਈਫ ਦੇ ਵਿੱਚ ਲਾਗੂ ਕਰਨ ਵਾਸਤੇ, ਉਹਨਾਂ ਨੂੰ ਲਾਗੂ ਕਰਕੇ ਗਾਹਾਂ ਦਾ ਸਟੈਪ ਲਈਏ। ਇੱਦਾਂ ਨਹੀਂ ਕਿ ਆਪਾਂ ਗਾਹਾਂ ਦੇ ਗਾਹਾਂ ਸੁਣੀ ਜਾਈਏ ਤਾਂ ਫਿਰ ਉਹਦੇ ਨਾਲ ਪਤਾ ਨਹੀਂ ਕੀ ਹੋਣਾ, ਕੁਝ ਵੀ ਨਹੀਂ ਹੋਣਾ ਜੇ ਤੁਸੀਂ ਲਾਗੂ ਨਾ ਕੀਤਾ ਤਾਂ ਇਸ ਕਰਕੇ ਧੰਨਵਾਦ ਜੀ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਆਪਾਂ ਹੁਣ ਥੋੜਾ ਜਿਹਾ ਲੇਟ ਹੋ ਗਏ, ਪਰ ਆਪਾਂ ਕੋਈ ਗੱਲ ਨਹੀਂ ਜੀ, ਕੱਲ ਨੂੰ ਫੇਰ ਮੁੜ ਕੇ ਆਵਾਂਗੇ। ਤੇ ਸਾਰਿਆਂ ਦਾ ਹਿੱਸਾ ਲਿਆ ਤੇ ਉਹਦੇ ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਕੱਲ ਨੂੰ ਫੇਰ 1 ਵਜੇ ਆਪਾਂ ਵਾਪਸ ਆਨੇ ਆ ਜੀ। ਹੁਣ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।